ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਾਰਿਆਂ ਦਾ ਬਹੁਤ ਨਿੱਘਾ ਸਵਾਗਤ। ਇੱਕ ਖਾਸ ਪ੍ਰੋਗਰਾਮ ਅਸੀਂ ਤੁਹਾਡੇ ਲਈ ਪੇਸ਼ ਕਰਨ ਜਾ ਰਹੇ ਹਾਂ। ਜਿਵੇਂ ਕਿ ਤੁਸੀਂ ਦੇਖ ਰਹੇ ਹੋ, ਇਟਸ ਅ ਡਿਫਰੈਂਟ ਸੈਟਿੰਗ। ਇਹ ਸੈਟਿੰਗ ਹੈ ਜੀ ਨੌਰਵੁੱਡ ਹਾਲ, ਜੋ ਕਿ ਸ਼੍ਰੀ ਗੁਰੂ ਸਿੰਘ ਸਭਾ ਸਾਊਥ ਹਾਲ ਦੇ ਪ੍ਰਬੰਧ ਦੇ ਹੇਠ ਹੈ। ਅਤੇ ਨੌਰਵੁੱਡ ਹਾਲ ਦੇ ਵਿੱਚ ਮੇਲ ਗੇਲ ਇੱਕ ਐਸਾ ਗਰੁੱਪ, ਐਸਾ ਪ੍ਰੋਗਰਾਮ ਹੈ ਜਿਸ ਦੇ ਵਿੱਚ ਬਹੁਤ ਸਾਰੇ ਲੋਕਲ ਰੈਸੀਡੈਂਟਸ ਜਿਹੜੇ ਨੇ ਆਪਣੀ ਸੋਸ਼ੋ ਕਲਚਰਲ ਰਿਲੀਜੀਅਸ ਗੱਲਬਾਤ ਦੇ ਲਈ ਇਕੱਠੇ ਹੁੰਦੇ ਨੇ ਹਫਤਾਵਾਰੀ। ਸੋ ਅੱਜ ਇਹਨਾਂ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਸ਼ਾਮਿਲ ਹੋਏ ਹਾਂ, ਗੱਲਬਾਤ ਵੀ ਕਰਾਂਗੇ ਅਤੇ ਤੁਹਾਨੂੰ ਮਹਿਮਾਨਾਂ ਨਾਲ ਵੀ ਮਿਲਾਵਾਂਗੇ। ਅਤੇ ਆ ਮੇਲ ਗੇਲ ਜਿਹੜਾ ਹੈ, ਇਸ ਦੀ ਕਿਉਂ ਲੋੜ ਪਈ ਅਤੇ ਗੁਰੂ ਘਰਾਂ ਨੂੰ ਇਹੋ ਜਿਹੇ ਪ੍ਰੋਗਰਾਮ ਵੀ ਉਲੀਕਣੇ ਪੈਂਦੇ ਨੇ, ਇਹ ਵੀ ਦੇਖਾਂਗੇ। ਸੋ ਆਓ ਅੱਜ ਦੀ ਗੱਲਬਾਤ ਲਈ, ਅੱਜ ਦੇ ਮਹਿਮਾਨਾਂ ਨੂੰ ਤੁਹਾਡੇ ਰੂਬਰੂ ਕਰਨ ਲਈ ਇੱਕ ਵੱਖਰੇ ਜਿਹੇ ਫਲੇਵਰ ਦਾ ਪ੍ਰੋਗਰਾਮ ਲੈ ਕੇ ਤੁਹਾਡੇ ਲਈ ਪੇਸ਼ ਕਰ ਰਿਹਾ ਸੰਗਤ ਟੀਵੀ 'ਤੇ। ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਰਿਆਂ ਨੂੰ ਇਸ ਪ੍ਰੋਗਰਾਮ ਨੂੰ ਦੇਖ ਕੇ ਬਹੁਤ ਹੀ ਮਜ਼ਾ ਆਏਗਾ। ਯੂ ਵਿਲ ਇੰਜੋਏ ਦ ਫਲੇਵਰ ਆਫ ਦ ਪ੍ਰੋਗਰਾਮ, ਅ ਬਿਟ ਡਿਫਰੈਂਟ, ਨਿਊ ਸੈਟਿੰਗ। ਅਤੇ ਜੀ ਆਇਆਂ ਆਪ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਜਿੱਥੇ ਵੀ ਕਿਤੇ ਬੈਠੇ ਹੋ। ਅਤੇ ਮੇਰੇ ਨਾਲ ਸਾਰੇ ਹੀ ਮਹਿਮਾਨ, ਆਓ ਫਤਿਹ ਬੁਲਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਇਸ ਗਰੁੱਪ ਦੇ ਲੀਡਰਸ ਨੇ ਉਹਨਾਂ ਤੋਂ ਜ਼ਰੂਰ ਜਾਣਨਾ ਚਾਹਾਂਗੇ ਕਿ ਇਹ ਗਰੁੱਪ ਕੀ ਹੈ ਅਤੇ ਕਿਸ ਤਰ੍ਹਾਂ ਦੇ ਪ੍ਰੋਗਰਾਮਸ ਉਲੀਕਦਾ ਹੈ ਅਤੇ ਇਸ ਦੀ ਕਿਉਂ ਲੋੜ ਪਈ। ਬਰੀਫਲੀ ਦੱਸਣਗੇ ਅਤੇ ਫਿਰ ਵੱਧ ਚੱਲਾਂਗੇ ਅੱਜ ਦੀ ਗੱਲਬਾਤ ਵੱਲ। ਸੋ ਮੇਰੇ ਨਾਲ ਨੇ ਮਿਸਿਸ ਗਰੇਵਾਲ ਜਿਹੜੇ ਕਿ ਇਸ ਪ੍ਰੋਗਰਾਮ ਨੂੰ ਹੈਡ ਕਰਦੇ ਨੇ, ਅਤੇ ਆਓ ਜਾਣਦੇ ਹਾਂ ਜੀ ਮਿਸਿਸ ਗਰੇਵਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਇਹ ਗਰੁੱਪ ਦੀ ਸ਼ੁਰੂਆਤ ਕੀਤੀ ਹੈ ਅਕਤੂਬਰ ਤੋਂ, ਤਕਰੀਬਨ 3 ਮਹੀਨੇ ਹੋ ਗਏ ਨੇ। ਅਸੀਂ ਇਹ ਸੋਚਿਆ ਸੀ ਕਿ ਕਿੰਨੀ ਜਗ੍ਹਾ ਲੇਡੀਜ਼ ਦੇ ਗਰੁੱਪ ਚੱਲ ਰਹੇ ਨੇ, ਕਿਸੇ ਤਰ੍ਹਾਂ ਆਪਣਾ ਸੁਖਮਨੀ ਸਾਹਿਬ ਦੇ ਪਾਠ ਵੀ ਹੋ ਰਹੇ ਨੇ ਅਤੇ ਮਿਕਸ ਗਰੁੱਪ ਜੈਂਟਸ ਦੇ ਵੀ, ਆਦਮੀਆਂ ਦੇ ਹੋ ਰਹੇ ਨੇ, ਉੱਦਾਂ ਡਿਫਰੈਂਟ ਟਾਈਪ ਦੇ ਗਰੁੱਪ ਹੋ ਰਹੇ ਨੇ। ਪਰ ਅਸੀਂ ਇਹ ਸੋਚਿਆ ਸੀ ਕਿ ਥੋੜ੍ਹੀ ਜਿਹੀ ਘਾਟ ਹੈਗੀ ਹੈ ਜਿੱਥੇ ਅਸੀਂ ਮਿਲ ਕੇ ਚਲੋ ਥੋੜ੍ਹੀ ਬਹੁਤੀ ਐਕਸਰਸਾਈਜ਼ ਵੀ ਕਰ ਲਈਏ, ਪਰ ਕੋਈ ਇਸ਼ੂ ਬੇਸ ਡਿਸਕਸ਼ਨ ਕਰੀਏ ਜਿਹਦੇ ਤੋਂ ਅਸੀਂ ਇਹ ਸਿੱਖ ਸਕੀਏ ਕਿ ਕਿੱਥੋਂ ਅਸੀਂ ਕੋਈ ਵੀ ਚੀਜ਼ ਦੀ ਹੈਲਪ ਲੈਣੀ ਹੈ, ਜਾਂ ਕੋਈ ਇਕੱਲੇ ਨੇ ਉਹਨਾਂ ਨੇ ਆ ਕੇ ਗੱਲ ਕਰਨੀ ਹੈ ਅਤੇ ਉਹ ਕਿੱਥੇ ਜਾ ਸਕਦੇ ਨੇ, ਅਸੀਂ ਉਹਨਾਂ ਦੀ ਕਿਸ ਤਰ੍ਹਾਂ ਮਦਦ ਕਰ ਸਕਦੇ ਹਾਂ। ਇੱਥੋਂ ਉਹਨਾਂ ਨੂੰ ਕਿੰਨੀ ਵਾਰੀ ਅਸੀਂ ਗਾਈਡੈਂਸ ਦਿੰਦੇ ਹਾਂ ਕਿ ਤੁਸੀਂ ਸਿਟੀ ਕਾਊਂਸਿਲ ਵਾਲਿਆਂ ਕੋਲ ਚਲੇ ਜਾਓ, ਸੋਸ਼ਲ ਸਰਵਿਸਿਜ਼ ਵਾਲੇ ਚਲੇ ਜਾਓ, ਅਤੇ ਕਿੰਨੀ ਵਾਰੀ ਆਪਸ ਵਿੱਚ ਹੀ ਗੱਲ ਕਰਕੇ ਹੀ ਉਹਨਾਂ ਨੂੰ ਆਪਣੇ ਤੇ ਆਨਸਰ ਇਸ ਗਰੁੱਪ ਵਿੱਚੋਂ ਮਿਲ ਸਕਦੇ ਨੇ ਅਤੇ ਸਪੋਰਟ ਵੀ ਮਿਲਦੀ ਹੈ। ਅਸੀਂ ਹਰ ਵੀਰਵਾਰ ਇੱਥੇ ਮਿਲਦੇ ਹਾਂ 11 ਤੋਂ 1 ਤੱਕ, ਅਤੇ ਹਰ ਵਾਰੀ ਇਹੀ ਸੋਚ ਕੇ ਜਾਂਦੇ ਹਾਂ ਕਿ ਨੈਕਸਟ ਅਸੀਂ ਕਿਹੜੇ ਵਿਸ਼ੇ 'ਤੇ ਅਸੀਂ ਡਿਸਕਸ ਕਰਨੀ ਹੈ। ਅਤੇ ਇਸ ਵੀਕ ਅਸੀਂ ਸੋਚਿਆ ਸੀ ਜਨਰੇਸ਼ਨ ਗੈਪ 'ਤੇ ਗੱਲ ਕਰੀਏ, ਕਿਉਂਕਿ ਕਾਫੀ ਪੇਰੈਂਟਸ ਨੂੰ, ਗ੍ਰੈਂਡ ਪੇਰੈਂਟਸ ਨੂੰ, ਬੱਚਿਆਂ ਨੂੰ ਵੀ ਇਹ ਪ੍ਰੋਬਲਮਸ ਆ ਰਹੀਆਂ ਨੇ ਕਿ ਅਸੀਂ ਇੱਕ ਦੂਜੇ ਨੂੰ ਸਮਝਦੇ ਨਹੀਂ। ਅਤੇ ਅਸੀਂ ਸੋਚਿਆ ਸੀ ਕਿ ਇਹ ਗੱਲ ਕਰੀਏ ਕਿ ਜਨਰੇਸ਼ਨ ਗੈਪ ਹੈ ਕੀ ਹੈ, ਅਤੇ ਬੱਚੇ ਉਸ ਨੂੰ ਕਿੱਦਾਂ ਪਰਸੀਵ ਕਰਦੇ ਨੇ, ਪੇਰੈਂਟਸ ਕਿੱਦਾਂ ਪਰਸੀਵ ਕਰਦੇ ਨੇ। ਕਿਉਂਕਿ ਅਸੀਂ ਗਰੁੱਪ ਦੀ ਬੇਸਿਸ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਇੱਕ ਆਲ ਲੇਡੀਜ਼ ਗਰੁੱਪ ਹੈ, ਡਜ਼ ਇਟ ਮੇਕ ਐਨੀ ਡਿਫਰੈਂਸ? ਹਾਂਜੀ, ਲੇਡੀਜ਼ ਹਾਂਜੀ ਇੱਥੇ ਇਸ ਹੋਲ ਦੇ ਵਾਹਿਗੁਰੂ ਜੀ, ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਤੇ ਮੈਂ ਤੁਹਾਨੂੰ ਬਹੁਤ ਵੈਲਕਮ ਕਹਿੰਦੀ ਹਾਂ ਅਤੇ ਬਹੁਤ ਬਹੁਤ ਥੈਂਕ ਯੂ ਕਹਿੰਦੀ ਹਾਂ। ਅਤੇ ਮੈਂ ਤੁਹਾਨੂੰ ਥੋੜ੍ਹਾ ਜਿਹਾ ਹੋਰ ਇਸ ਗਰੁੱਪ ਬਾਰੇ ਦੱਸਦੀ ਹਾਂ। ਇਹ ਜਿਹੜਾ ਲੇਡੀਜ਼ ਦਾ ਗਰੁੱਪ ਹੈਗਾ, ਸਾਡੇ ਕੋਲ ਆਲਰੇਡੀ ਇੱਥੇ ਇੱਕ ਹੈ ਗਰੁੱਪ ਜਿਹੜਾ ਵੈਨਸਡੇ, ਜਿਹਦੇ ਵਿੱਚ ਜੈਂਟਸ ਵੀ ਆਉਂਦੇ ਨੇ ਅਤੇ ਲੇਡੀਜ਼ ਵੀ ਹੁੰਦੀਆਂ ਨੇ। ਪਰ ਜਿਹੜਾ ਥਰਸਡੇ ਦਾ ਗਰੁੱਪ ਹੈ, ਜਿਸ ਤਰ੍ਹਾਂ ਮਿਸਿਸ ਗਰੇਵਾਲ ਨੇ ਦੱਸਿਆ ਹੈਗਾ, ਇਹ ਹੁਣ ਰੀਸੈਂਟਲੀ ਸਟਾਰਟ ਕੀਤਾ ਹੈਗਾ ਅਤੇ ਸਿਰਫ ਲੇਡੀਜ਼ ਹੈ, ਜਿੱਥੇ ਕਿ ਉਹ ਸਾਰੇ ਨਾ ਮੀਟ ਕਰਨ ਅਤੇ ਆਪਣੇ ਵਿਊਜ਼ ਇੱਕ ਦੂਸਰੇ ਨੂੰ ਦੱਸਣ ਅਤੇ ਅਸੀਂ ਇੱਕ ਦੂਸਰੇ ਤੋਂ ਲਰਨ ਕਰ ਸਕੀਏ। ਅਤੇ ਉਹਦੇ ਵਿੱਚ ਆਈ ਥਿੰਕ ਇਕੱਲੀਆਂ ਲੇਡੀਜ਼ ਜਿਹੜੀਆਂ ਕਿਸੇ ਵੇਲੇ ਨਾ ਉਹ ਸਾਰਿਆਂ ਵਿੱਚ ਗੱਲ ਨਹੀਂ ਕਰ ਸਕਦੀਆਂ, ਅਤੇ ਆਈ ਥਿੰਕ ਉਸ ਕਰਕੇ ਜ਼ਿਆਦਾ ਇੰਪੋਰਟੈਂਟ ਸੀ ਕਿ ਇਕੱਲੀਆਂ ਲੇਡੀਜ਼ ਦਾ ਗਰੁੱਪ ਹੋਵੇ। ਅਤੇ ਥੋੜ੍ਹੇ ਟਾਈਮ ਦੇ ਵਿੱਚ ਅਸੀਂ ਕਾਫੀ ਪ੍ਰੋਗਰੈਸ ਕੀਤੀ ਹੈਗੀ ਹੈ, ਅਤੇ ਇੱਥੇ ਟਾਈਮਸ ਤਾਂ ਤੁਹਾਨੂੰ ਦੱਸ ਦਿੱਤੇ ਹੈਗੇ ਕਿਹੜੇ ਟਾਈਮਸ ਹੈਗੇ ਆ। ਅਤੇ ਇਹਦੇ ਵਿੱਚ ਮੇਨਲੀ ਹੈ ਨਾ ਡਿਸਕਸ਼ਨਸ ਹੁੰਦੀਆਂ, ਕਰੰਟ ਇਸ਼ੂਜ਼ ਜਾਂ ਹੋਰ ਪ੍ਰੋਬਲਮਸ ਜਿਹੜੀਆਂ ਹੈਗੀਆਂ, ਅਤੇ ਨਾਲ ਥੋੜ੍ਹੀ ਜਿਹੀ ਐਕਸਰਸਾਈਜ਼ ਵੀ ਹੋ ਜਾਂਦੀ ਹੈ। ਅਤੇ ਮੈਂ ਆਪਣੇ ਆਪ ਨੂੰ ਬਹੁਤ ਫੋਰਚੂਨੇਟ ਸਮਝਦੀ ਹਾਂ ਕਿਉਂਕਿ ਸਾਡੇ ਵਿੱਚ ਬਹੁਤ ਯਾਨੀ ਕਿ
ਜਿਨ੍ਹਾਂ ਨੂੰ ਬਹੁਤ ਐਕਸਪੀਰੀਅੰਸ ਹੈਗਾ ਲਾਈਫ ਦਾ, ਜਿਸ ਤਰ੍ਹਾਂ ਕਿ ਡਾਕਟਰਸ ਮਿਸਿਸ ਸੰਧੂ, ਡਾਕਟਰ ਸੰਧੂ, ਤੇ ਰਿਟਾਇਰਡ ਟੀਚਰਸ, ਰਿਟਾਇਰਡ ਸਿਵਲ ਸਰਵੈਂਟਸ, ਲੋਕਲ ਗਵਰਨਮੈਂਟ ਦੇ ਆਫਿਸਰਸ, ਤੇ ਹੋਰ ਜਿਹੜੀਆਂ ਲੇਡੀਜ਼ ਹੈ ਕਾਫੀ ਉਹਨਾਂ ਟੈਲੈਂਟਡ ਹੈ। ਸੋ ਅਸੀਂ ਉਹਨਾਂ ਨੂੰ, ਸਾਨੂੰ ਸਾਰਿਆਂ ਤੋਂ ਹੀ ਸਿੱਖਣਾ ਮਿਲਦਾ ਹੈਗਾ। ਤੇ ਆਈ ਥਿੰਕ ਇੰਪੋਰਟੈਂਟ ਸੀ ਕਿ ਅਸੀਂ ਲੇਡੀਜ਼ ਦਾ ਜਿਹੜਾ ਗਰੁੱਪ ਹੈ ਨਾ ਇਹ ਸਟਾਰਟ ਜਿਹੜਾ ਕੀਤਾ, ਇਟ ਵਾਸ ਕੁਆਇਟ ਇੰਪੋਰਟੈਂਟ। ਤੇ ਗੱਲਬਾਤ ਦਾ ਵਿਸ਼ਾ ਤੇ ਜਿਸ ਤਰ੍ਹਾਂ ਨਾਲ ਸਾਰਿਆਂ ਨੇ ਤੈਅ ਕੀਤਾ ਹੀ ਹੋਇਆ ਹੈ ਕਿ ਜਨਰੇਸ਼ਨ ਗੈਪ ਦੇ ਉੱਪਰ ਗੱਲ ਕਰਨਗੇ, ਪਰ ਪਹਿਲਾਂ ਆਪਾਂ ਇਹ ਜ਼ਰੂਰ ਅੰਡਰਸਟੈਂਡ ਕਰਨਾ ਚਾਹਾਂਗੇ ਐਂਡ ਜਿਹੜੀ ਗੱਲ ਅੰਡਰਸਟੈਂਡ ਕਰਨ ਵਾਲੀ ਹੈ, ਕਿਉਂਕਿ ਗੱਲ ਜਨਰੇਸ਼ਨ ਗੈਪ ਦੀ ਹੈ, ਇਹਨਾਂ ਤੋਂ ਪੁੱਛਦੇ ਜਾਂਦੇ ਹਾਂ ਕਿ ਪਹਿਲਾਂ ਇਹ ਦੱਸਣ ਕਿ ਜਨਰੇਸ਼ਨ ਗੈਪ, ਜਿਹਨੂੰ ਪੰਜਾਬੀ ਵਿੱਚ ਪੀੜ੍ਹੀ ਦਾ ਅੰਤਰ ਕਹਿੰਦੇ ਨੇ, ਉਹ ਕੀ ਹੈ। ਸੋ ਆਓ ਸ਼ੁਰੂ ਕਰਦੇ ਹਾਂ, ਦੇਖਦੇ ਹਾਂ ਕਿ ਪੀੜ੍ਹੀ ਦਾ ਅੰਤਰ ਸਾਨੂੰ ਕੌਣ ਦੱਸੇਗਾ। ਸੋ ਕੀ ਅੰਡਰਸਟੈਂਡਿੰਗ ਹੈ ਤੁਹਾਡੀ ਸਾਰਿਆਂ ਦੀ, ਜਨਰੇਸ਼ਨ ਗੈਪ ਹੈ ਕੀ? ਹਾਂਜੀ, ਸਾਡੇ ਨਾਲ ਭੈਣ ਜੀ ਹਾਜ਼ਰ ਨੇ, ਐਕਚੁਅਲੀ ਬਹੁਤ ਸਾਰੇ ਭੈਣ ਜੀ ਹਾਜ਼ਰ ਨੇ, ਪਰ ਇਹਨਾਂ ਨੂੰ ਪੁੱਛਦੇ ਹਾਂ ਤੁਹਾਡਾ ਨਾਮ ਕੀ ਹੈ ਅਤੇ ਕੀ ਕਹਿਣਾ ਚਾਹੋਗੇ? ਹਾਂਜੀ, ਮੇਰਾ ਨਾਮ ਸੁਖਦੇਵ ਕੌਰ ਹੈ ਜੀ, ਅਤੇ ਮੈਂ ਅੱਜ ਦਾ ਜਿਹੜਾ ਹੈਗਾ ਪ੍ਰੋਗਰਾਮ ਜਿਹਦੇ 'ਤੇ ਅਸੀਂ ਡਿਸਕਸ਼ਨ ਕਰਨ ਜਾ ਰਹੇ ਹਾਂ, ਜਨਰੇਸ਼ਨ ਗੈਪ, ਦੈਟ ਇਜ਼ ਵੀ ਆਰ ਰੀਅਲੀ ਫੇਸਿੰਗ ਨਾਓ ਅ ਡੇਜ਼। ਸਾਡੇ ਬੱਚੇ ਸਾਨੂੰ ਬਹੁਤ ਪਿਆਰ ਕਰਦੇ, ਅਸੀਂ ਆਪਣੇ ਬੱਚਿਆਂ ਨੂੰ ਬਹੁਤ ਪਿਆਰ ਕਰਦੇ। ਅਸੀਂ ਇੱਕ ਡਿਫਰੈਂਟ ਕਲਚਰ ਤੋਂ ਪੜ੍ਹ ਕੇ ਆਏ ਹਾਂ, ਪਰ ਹੁਣ ਅਸੀਂ ਜਿਹੜੇ ਸਾਡੇ ਬੱਚੇ ਆ ਜਿਹੜੇ ਕਿ ਇੱਥੇ ਇੰਨੇ ਈਅਰਸ ਤੋਂ ਪਲੇ ਹੈਗੇ, ਉਹਨਾਂ 'ਤੇ ਇਸ ਵੈਸਟਰਨ ਸੁਸਾਇਟੀ ਦਾ ਬਹੁਤ ਪ੍ਰਭਾਵ ਆ, ਅਤੇ ਉਹਨਾਂ ਦੇ ਜਿਹੜੇ ਆਈਡੀਆਜ਼ ਨੇ ਬਿਲਕੁਲ ਟੋਟਲੀ ਬਹੁਤ ਡਿਫਰੈਂਸ ਹੋ ਗਏ ਨੇ। ਅਸੀਂ ਸਾਡੀ ਜਿਹੜੀ ਕਲਚਰ ਸਾਡੇ ਹੈਗਾ, ਜੋ ਸਾਡੀਆਂ ਵੈਲਿਊਜ਼ ਨੇ, ਸਾਡੀਆਂ ਡਿਫਰੈਂਟ ਵੈਲਿਊਜ਼ ਨੇ, ਸਾਡੀਆਂ ਵੈਲਿਊਜ਼ ਨੂੰ ਸਾਡੇ ਬੱਚੇ ਨਹੀਂ ਸਮਝ ਰਹੇ, ਕਿਉਂਕਿ ਉਹਨਾਂ 'ਤੇ ਇੰਗਲਿਸ਼ ਅਫੈਕਟ, ਵੈਸਟਰਨ ਅਫੈਕਟ ਹੋ ਚੁੱਕਿਆ ਹੈਗਾ। ਦੈਟ ਦਾ ਡਿਫਰੈਂਸ ਆਫ ਦਾ ਆਈਡੀਆਜ਼ ਔਰ ਸਾਡੇ ਪੀਪਲ ਦਾ ਅਤੇ ਇੱਥੇ ਦੇ ਬੱਚਿਆਂ ਦਾ, ਜਿਹੜੇ ਕਿ ਅੱਜ ਅਡਲਟਸ ਨੇ, ਅਸੀਂ ਉਹਨਾਂ ਨੂੰ ਕਈ ਚੀਜ਼ਾਂ ਬਹੁਤ ਤਰੀਕੇ ਨਾਲ ਸਮਝਾਉਂਦੇ ਹਾਂ, ਕਿਉਂਕਿ ਅਸੀਂ ਉਹਨਾਂ ਨੂੰ ਬਹੁਤ ਪਿਆਰ ਕਰਦੇ ਹਾਂ। ਅਸੀਂ ਜਿਹੜਾ ਸਾਡੇ ਵਿੱਚ ਗੈਪ ਆ ਰਿਹਾ ਵਾ, ਉਸਨੂੰ ਸਮਝਣ ਦੀ ਅਤੇ ਉਹਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਅਤੇ ਦੈਟ ਇਜ਼ ਦਾ ਜਿਹੜਾ ਡਿਫਰੈਂਸ ਹੈਗਾ, ਜਿਹੜੀਆਂ ਉਹਨਾਂ ਦੀਆਂ ਵੈਲਿਊਜ਼ ਸੀ, ਜਿਹੜੀ ਅਸੀਂ ਕਹਿੰਦੇ ਸੀ, ਹੁਣ ਮੈਂ ਬਹੁਤ ਡਿਟੇਲ 'ਚ ਵੀ ਨਹੀਂ ਜਾਣਾ ਚਾਹੁੰਦੀ, ਬਹੁਤਾ ਟਾਈਮ ਨਹੀਂ ਲੈਣਾ ਚਾਹੁੰਦੀ। ਨਹੀਂ, ਬਿਲਕੁਲ ਤੁਸੀਂ ਸਹੀ ਕਿਹਾ ਕਿ ਜਿਹੜੇ ਵੈਲਿਊਜ਼ ਦਾ ਡਿਫਰੈਂਸ ਹੈ, ਜਿਹੜੇ ਬਜ਼ੁਰਗਾਂ ਦੇ ਵੈਲਿਊਜ਼ ਡਿਫਰੈਂਟ ਨੇ ਜਾਂ ਬੱਚਿਆਂ ਦੇ ਵੈਲਿਊਜ਼ ਡਿਫਰੈਂਟ ਨੇ, ਸਾਡੇ ਅਪਬ੍ਰਿੰਗਿੰਗ ਦਾ ਕੋਈ ਫ਼ਰਕ ਹੈ, ਅਤੇ ਜੇ ਐਸਾ ਕੋਈ ਫ਼ਰਕ ਹੈ ਤਾਂ ਉਸ ਨੂੰ ਜਨਰੇਸ਼ਨ ਗੈਪ ਕਰਨਾ ਚਾਹੀਦਾ। ਜੋ ਭੈਣ ਜੀ ਨੇ ਕਿਹਾ, ਇਸ ਤੋਂ ਇਲਾਵਾ ਤੁਸੀਂ ਕੁਝ ਡਿਫਰੈਂਟ ਵਿਊ ਜਾਂ ਕੋਈ ਚੀਜ਼ ਇਸ ਵਿੱਚ ਐਡ ਕਰਨਾ ਚਾਹੋਗੇ ਕੋਈ, ਤਾਂ ਮੈਨੂੰ ਦੱਸੋ ਜੀ। ਪਹਿਲੇ ਨਾਮ ਦੱਸੋ। ਸ਼ਸ਼ੀ। ਅੱਜ ਇਹ ਜਨਰੇਸ਼ਨ ਗੈਪ ਤਾਂ ਆ ਰਿਹਾ ਕਿ ਸਾਡੇ ਬੱਚੇ ਬਾਹਰ ਜਾਂਦੇ ਆ, ਸਕੂਲਾਂ 'ਚ ਜਾਂਦੇ, ਬਾਹਰ ਸੁਸਾਇਟੀ ਜਾਂਦੇ, ਉੱਥੋਂ ਉਹਨਾਂ ਦੇ ਵੈਸਟਰਨਾਈਜ਼ ਚੀਜ਼ਾਂ ਸਿੱਖਦੇ ਆ। ਇਸ ਕਰਕੇ ਸਾਨੂੰ ਚਾਹੀਦਾ ਕਿ ਅਸੀਂ ਆਪਣੇ ਬੱਚਿਆਂ ਨੂੰ ਘਰ 'ਚ ਆਪਣੀ ਕਲਚਰ, ਆਪਣਾ ਬੈਠਣਾ ਉੱਠਣਾ ਉਹਨਾਂ ਨੂੰ ਬੜੇ ਪਿਆਰ ਨਾਲ ਸਮਝਾਓ, ਤਾਂ ਕਿ ਉਹਨਾਂ ਨੂੰ ਸਮਝ ਲੱਗੇ, ਤਾਂ ਕਿ ਉਹ ਬਹੁਤੇ ਆਪਣੇ ਵੈਸਟਰਨਾਈਜ਼ ਨਾ ਬਣਨ, ਆਪਣੀ ਕਲਚਰ ਨੂੰ ਫੋਲੋ ਕਰਨ। ਥੈਂਕ ਯੂ ਜੀ। ਪਹਿਲਾਂ ਆਪਾਂ ਕਲੈਰੀਫਾਈ ਕਰ ਲਈਏ, ਵੈਲਿਊ ਸਿਸਟਮਸ ਤੋਂ ਇਲਾਵਾ ਜਨਰੇਸ਼ਨ ਗੈਪ ਵਿੱਚ ਅਸੀਂ ਹੋਰ ਕੁਝ ਐਡ ਕਰ ਸਕਦੇ ਹਾਂ ਕਿ ਨਹੀਂ? ਦੇਖਦੇ ਹਾਂ ਭੈਣ ਜੀ ਕੀ ਕਹਿਣਾ ਚਾਹੋਗੇ। ਪਹਿਲਾਂ ਆਪਣਾ ਨਾਮ ਦੱਸੋ ਅਤੇ ਫਿਰ ਗੱਲ। ਮੇਰਾ ਨਾਮ ਬਸੰਤ ਕੌਰ ਦਹੇਲੇ, ਅਤੇ ਅਸੀਂ ਇੱਥੇ ਲੋਕਲ ਹੀ ਰਹਿਣ ਵਾਲੇ ਹੈਗੇ ਹਾਂ। ਸਭ ਤੋਂ ਪਹਿਲਾਂ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਬਈ ਜਦੋਂ ਤੇ ਕਈ ਪੇਰੈਂਟਸ ਬੱਚਿਆਂ ਦੇ ਨਾਲ ਰਹਿੰਦੇ ਹਨ, ਉਹ ਕਾਫੀ ਚੇਂਜ ਹੋ ਜਾਂਦੇ ਹਨ, ਕਿਉਂਕਿ ਬੱਚੇ ਉਹ ਪਿਆਰ ਦੇ ਨਾਲ ਕਹਿੰਦੇ ਰਹਿੰਦੇ ਹਨ ਕਿ ਮਮ ਇੱਦਾਂ ਨਾ ਕਰੋ, ਡੈਡ ਇੱਦਾਂ ਨਾ ਕਰੋ, ਤੁਸੀਂ ਇੱਦਾਂ, ਤੁਹਾਨੂੰ ਇਸ ਤਰ੍ਹਾਂ ਕਰਨਾ ਚਾਹੀਦਾ ਵੈ। ਉਹ ਕਾਫੀ ਚੇਂਜ ਹੋ ਜਾਂਦੇ ਨੇ। ਦੂਸਰੀ ਜਗ੍ਹਾ 'ਤੇ ਕਿ ਜਿਹੜੇ ਬੱਚੇ ਪੇਰੈਂਟਸ ਵੱਖਰੇ ਰਹਿੰਦੇ ਹੁੰਦੇ ਨੇ, ਉਹਨਾਂ ਦੀ ਜਿਹੜੀ ਚੇਂਜ ਹੈ ਨਾ, ਉਹ ਬਹੁਤ ਸਲੋ ਹੁੰਦੀ ਹੈ। ਉਹ ਜਾਂ ਤਾਂ ਉਹ ਬਾਹਰ ਜਾ ਕੇ ਦੇਖਦੇ ਨੇ ਜਾਂ ਕਿਸੇ ਨੂੰ ਸੁਣਦੇ ਨੇ, ਤਦ ਉਹਨਾਂ 'ਚ ਥੋੜ੍ਹੀ ਜਿਹੀ ਚੇਂਜ ਆਉਂਦੀ ਹੈ, ਅਦਰਵਾਈਜ਼ ਉਹ ਇੰਨੇ ਚੇਂਜ ਨਹੀਂ ਹੁੰਦੇ। ਬਾਕੀ ਮੈਂ ਕਹਿਣਾ ਚਾਹੁੰਦੀ ਕਿ ਜਿਸ ਤਰ੍ਹਾਂ ਕਿ ਪੁੱਤਰ ਵੱਡਾ ਹੋ ਜਾਏ ਅਤੇ ਉਹਨੂੰ ਹਮੇਸ਼ਾ ਬਾਪ ਨੂੰ ਚਾਹੀਦਾ ਕਿ ਉਹਨੂੰ ਆਪਣਾ ਦੋਸਤ ਸਮਝੇ, ਨਾਟ ਕਿ ਪੁੱਤਰ ਸਮਝੇ। ਜਿਸ ਵੇਲੇ ਬੇਟੀ ਵੱਡੀ ਹੋ ਜਾਂਦੀ ਹੈ ਅਤੇ ਉਸ ਨੂੰ ਵੀ ਮਾਂ ਜਿਹੜੀ ਹੈ ਨਾ, ਉਹ ਆਪਣੀ ਫਰੈਂਡ ਸਮਝੇ, ਆਪਣੀ ਮਤਲਬ ਕਿ ਲੜਕੀ ਦੀ ਇੱਕ ਪਾਸੇ ਰੱਖ ਕੇ ਉਹਨੂੰ ਫਰੈਂਡ ਦਾ ਜਿਹੜਾ ਹੈਗਾ ਨਾ ਕੰਮ, ਉਹ ਜ਼ਿਆਦਾ ਦੇਵੇ, ਕਿਉਂਕਿ ਫਰੈਂਡਸ਼ਿਪ ਦੇ ਵਿੱਚ ਉਹ ਜਦੋਂ ਵੀ ਬਾਹਰ ਜਾਏਗੀ, ਜਦੋਂ ਵੀ ਕੋਈ ਕੁਛ ਵੀ ਕਰੇਗੀ, ਆ ਕੇ ਆਪਣੀ ਮਾਂ ਨੂੰ ਦੱਸੇਗੀ, ਅਤੇ ਇਹਦੇ ਵਿੱਚ ਸਾਡੇ 'ਚ ਕਾਫੀ ਚੇਂਜ ਆ ਸਕਦੀ ਹੈਗੀ ਹੈ। ਦੂਸਰਾ ਕਿ ਮਤਲਬ ਬਾਕੀ ਅਸੀਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੋ ਤੁਸੀਂ ਅੱਜ ਆਏ ਹੋ। ਤੁਸੀਂ ਬਹੁਤ ਲੋਕਾਂ ਨੂੰ ਅਵੇਅਰਨੈਸ ਦੇ ਰਹੇ ਹੋ ਔਰ ਬਹੁਤ ਅੱਛਾ ਕੰਮ ਕਰ ਰਹੇ ਹੋ। ਤੁਹਾਡਾ ਬਹੁਤ ਬਹੁਤ ਥੈਂਕਸ। ਬਹੁਤ ਧੰਨਵਾਦ ਹੈ। ਅਤੇ ਇੱਕ ਹੋਰ ਮੈਂ
ਜਿਹੜੀ ਗੱਲਬਾਤ ਨੂੰ ਅੱਗੇ ਤੋਰਨ ਤੋਂ ਪਹਿਲੇ ਮੈਂ ਇਹ ਜ਼ਰੂਰ ਚਾਹਾਂਗੀ ਕਿ ਜਿਹੜੀ ਇੱਕ ਅੰਡਰਸਟੈਂਡਿੰਗ ਮੈਨੂੰ ਲੱਗਦਾ ਹੈ ਸਾਰਿਆਂ ਦੇ ਵਿਚਾਰਾਂ ਵਿੱਚ ਕਾਮਨ ਹੈ ਕਿ ਜਿਹੜੇ ਵਿਚਾਰਾਂ ਦਾ ਗੈਪ ਹੈ ਦੈਟ ਇਜ਼ ਅ ਜਨਰੇਸ਼ਨ ਗੈਪ। ਸੋ ਡੈਫੀਨੇਸ਼ਨ ਦੇ ਵਿੱਚ ਕੋਈ ਐਡ ਕਰਨਾ ਚਾਹੋ ਕਿ ਵਿਚਾਰਾਂ ਤੋਂ ਇਲਾਵਾ ਕੋਈ ਉਮਰ ਦਾ ਗੈਪ, ਕੋਈ ਸੋਚ ਦਾ ਅਪਬ੍ਰਿੰਗਿੰਗ ਦਾ ਗੈਪ ਵੀ ਤੁਸੀਂ ਇਸ ਵਿੱਚ ਐਡ ਕਰਨਾ ਚਾਹੋਗੇ ਕਿ ਫਿਲਹਾਲ ਅਸੀਂ ਇਸ ਨਾਲ ਸਹਿਮਤ ਹਾਂ ਕਿ ਓਨਲੀ ਵਿਚਾਰਾਂ ਦਾ ਗੈਪ ਮੇਕਸ ਅ ਜਨਰੇਸ਼ਨ ਗੈਪ। ਸੋ ਹਾਂਜੀ ਭੈਣ ਜੀ ਆਪਣਾ ਨਾਮ ਦੱਸੋ ਅਤੇ ਕੀ ਕਹਿਣਾ ਚਾਹੋਗੇ? ਮੇਰਾ ਨਾਮ ਹਰਵੰਤ ਧਾਲੀਵਾਲ। ਹਾਂਜੀ, ਮੈਂ ਇਹ ਕਹਿਣਾ ਚਾਹੂੰਗੀ ਵੈਸੇ ਸੈਂਚੁਰੀ ਵੀ ਚੇਂਜ ਹੋ ਗਈ ਆ, ਸਾਨੂੰ ਵੀ ਥੋੜ੍ਹਾ ਚੇਂਜ ਹੋਣਾ ਚਾਹੀਦਾ ਬੱਚਿਆਂ ਦੇ ਨਾਲ। ਤਾਂ ਬੱਚਿਆਂ ਦੀ ਸੁਣੋ ਚੰਗੀ ਤਰ੍ਹਾਂ ਦੇ ਨਾਲ, ਤੁਹਾਡੀ ਆਪਣੀ ਵੀ ਸੁਣਾਓ। ਟਾਈਮ ਦੀ ਬਹੁਤ ਵੱਡੀ ਮੇਰਾ ਖਿਆਲ ਹੈਗੀ ਇਸ ਸਬਜੈਕਟ ਦੇ ਵਿੱਚ ਦੇਣ ਦੀ। ਇਹ ਵੀ ਸਾਨੂੰ ਚਾਹੀਦਾ ਅਸੀਂ ਆਪ ਦਾ ਟਾਈਮ ਬੱਚਿਆਂ ਨੂੰ ਦਈਏ ਔਰ ਬੱਚਿਆਂ ਨੂੰ ਪਿਆਰ ਨਾਲ ਉਹਨਾਂ ਦਾ ਟਾਈਮ ਵੀ ਉਹਨਾਂ ਤੋਂ ਲਈਏ। ਇਹ ਸਾਰਿਆਂ ਤੋਂ ਵੱਡੀ ਚੀਜ਼ ਮੇਰੇ ਖਿਆਲ ਵਿੱਚ ਹੈਗੀ ਆ। ਪੀੜ੍ਹੀ ਚੇਂਜ ਹੋਣ ਨਾਲ ਤਾਂ ਫਰਕ ਤਾਂ ਪੈਣਾ ਹੀ ਹੈਗਾ ਆ ਥੋੜ੍ਹਾ। ਬਿਲਕੁਲ, ਪੀੜ੍ਹੀ ਚੇਂਜ ਹੋਣ ਨਾਲ ਫਰਕ ਤਾਂ ਪੈਣਾ ਹੀ ਹੈ। ਇਹ ਹੁਣ ਗੱਲ ਨੂੰ ਅੱਗੇ ਤੋਰੀਏ ਅਤੇ ਇਹ ਜਾਣਨਾ ਚਾਹੁੰਦੇ ਹਾਂ ਕਿ ਬੱਚਿਆਂ ਅਤੇ ਪੇਰੈਂਟਸ ਦੇ ਵਿੱਚ ਇਹ ਗੈਪ ਬੱਚੇ ਜ਼ਿਆਦਾ ਮਹਿਸੂਸ ਕਰਦੇ ਨੇ ਕਿ ਪੇਰੈਂਟਸ ਜ਼ਿਆਦਾ ਮਹਿਸੂਸ ਕਰਦੇ ਨੇ? ਕਿਹੜੇ ਲੋਕ ਨੇ, ਕਿਹੜੀ ਏਜ ਗਰੁੱਪ ਹੈ ਜਿਹੜੀ ਜ਼ਿਆਦਾ ਇਫੈਕਟ ਹੁੰਦੀ ਹੈ ਇਸ ਗੱਲਬਾਤ ਤੋਂ? ਸੋ ਦੇਖਦੇ ਹਾਂ ਭੈਣ ਜੀ ਕੀ ਕਹਿਣਾ ਚਾਹੋਗੇ, ਆਪਣਾ ਨਾਮ ਦੱਸੋ ਅਤੇ ਗੱਲ ਕਰੋ। ਮੇਰਾ ਨਾਮ ਮਹਿੰਦਰਜੀਤ ਹੈ ਅਤੇ ਮੈਂ ਮੋਸਟਲੀ ਮਾਫੀ ਮੰਗਾਂਗੀ ਜੇ ਕੋਈ ਮੇਰੇ ਨਾਲ ਨਾ ਐਗਰੀ ਕਰੇ, ਪਰ ਮੇਰੀ ਬਲੀਵ ਹੈ ਕਿ ਜਿਹੜਾ ਜਨਰੇਸ਼ਨ ਗੈਪ ਹੈ ਕੁਛ ਸਾਡੇ ਕੋਲੋਂ ਵੀ ਕ੍ਰੀਏਟ ਕੀਤਾ ਗਿਆ। ਅਗਰ ਅਸੀਂ ਬੱਚਿਆਂ ਦੇ ਨਾਲ ਬਿਗਿਨਿੰਗ ਤੋਂ ਜਿਹੜਾ ਹੈਗਾ ਕਿ ਕ੍ਰਿਟੀਸਾਈਜ਼ ਦੀ ਬਜਾਏ ਉਹਨਾਂ ਨੂੰ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਉਹ ਜਿਹੜਾ ਗੈਪ ਹੈ ਉਹ ਥੋੜਾ ਲੈਸ ਹੋਏਗਾ। ਸੋ ਬੇਸਿਕਲੀ ਤੁਸੀਂ ਕਹਿੰਦੇ ਹੋ ਗੈਪ ਹੈ ਪਰ ਇਸ ਤੋਂ ਕੌਣ ਇਫੈਕਟ ਜ਼ਿਆਦਾ ਹੁੰਦਾ ਹੈ, ਬੱਚੇ ਕਿ ਪੇਰੈਂਟਸ? ਮੇਰਾ ਖਿਆਲ ਹੈ ਕਿ ਪੇਰੈਂਟਸ ਜ਼ਿਆਦਾ, ਜੋ ਕਿ ਮੈਂ ਦੇਖ ਰਹੀ ਹਾਂ, ਜ਼ਿਆਦਾ ਹੋ ਰਹੇ ਆ ਕਿਉਂਕਿ ਉਹ ਆਪਣੇ ਆਪ ਨੂੰ ਉਹਨਾਂ ਦੀ ਅਪਬ੍ਰਿੰਗਿੰਗ ਤੋਂ ਥੋੜਾ ਦੂਰ ਕਰ ਰਹੇ ਨੇ। ਜੇਕਰ ਤੁਸੀਂ ਬਿਗਿਨਿੰਗ ਦੇ ਵਿੱਚੋਂ ਫॉर ਇੰਸਟੈਂਟ ਜਦੋਂ ਕਿ ਤੁਹਾਡਾ ਸਨ ਮੈਰਿਡ ਹੋ ਕੇ ਆਉਂਦਾ, ਉਹਦੀ ਵਾਈਫ ਆਉਂਦੀ ਹੈ, ਮੋਸਟਲੀ ਇੱਕ ਗੈਪ ਬਣ ਜਾਂਦਾ। ਡਾਟਰ ਜਿਹੜੀ ਹੈ ਉਹ ਡਿਫਰੈਂਟ ਐਂਡ ਡਾਟਰ ਇਨ ਲਾ ਡਿਫਰੈਂਟ ਹੈ, ਉਹਦੇ ਵਿੱਚ ਅੱਗੋਂ ਗ੍ਰੈਂਡ ਚਿਲਡਰਨ ਦਾ ਵੀ ਗੈਪ ਬਣ ਜਾਂਦਾ ਕਿਉਂਕਿ ਉਹ ਡਿਫਰੈਂਸਿਸ ਉਹਨਾਂ 'ਚ ਆ ਜਾਂਦੇ। ਅਗਰ ਇੱਕ ਵਾਰੀ ਤੁਸੀਂ ਸਮਝ ਲਓ ਕਿ ਜਿਹੜੀ ਬੇਟੀ ਘਰ ਆਈ ਹੈ, ਅਗਰ ਉਹ ਮਿਸਟੇਕ ਕਰੇਗੀ, ਮੇਰੀ ਬੇਟੀ ਕਰੇਗੀ, ਵੈਦਰ ਉਸਨੂੰ ਮੈਂ ਕਹਾਂਗੀ ਕੁਛ, ਇਹ ਡਿਫਰੈਂਸ ਜਦੋਂ ਤੁਸੀਂ ਦੂਰ ਕਰ ਲਓਗੇ ਤੁਹਾਡੀ ਕਲੋਜ਼ਨੈਸ ਆ ਜਾਏਗੀ। ਤੁਸੀਂ ਬੱਚਿਆਂ ਦੇ ਵਿੱਚ ਬੈਠ ਕੇ ਤੁਸੀਂ ਉਹਨਾਂ ਨੂੰ ਅਗਰ ਆਪਣੇ ਪਾਸਟ ਬਾਰੇ ਦੱਸੋਗੇ, ਉਹ ਦੱਸੋਗੇ, ਉਹ ਜਿਹੜਾ ਗੈਪ ਹੈ ਉਹ ਲੈਸ ਹੋ ਜਾਏਗਾ ਕਿਉਂਕਿ ਤੁਹਾਡੇ ਗ੍ਰੈਂਡ ਚਿਲਡਰਨ ਇੰਜੋਏ ਕਰਦੇ ਨੇ ਤੁਹਾਡੀਆਂ ਪਾਸਟ ਸਟੋਰੀਜ਼ ਸੁਣਨ ਦਾ, ਤੁਹਾਡੀ ਹਿਸਟਰੀ ਸੁਣਨ ਦਾ। ਉਹ ਗੈਪ ਅਸੀਂ ਲੈਸ ਕਰ ਸਕਦੇ ਹਾਂ ਕਿ ਰਾਦਰ ਕਿ ਉਹਨਾਂ ਨੂੰ ਇਗਨੋਰ ਕਰਕੇ, ਕ੍ਰਿਟੀਸਾਈਜ਼ ਕਰਕੇ। ਕ੍ਰਿਟੀਸਾਈਜ਼ ਇਜ਼ ਨੋਟ ਕਿ ਉਹ ਜਿਹੜਾ ਵਰਡ ਨਹੀਂ ਯੂਜ਼ ਕਰਨਾ ਚਾਹੀਦਾ। ਤੁਸੀਂ ਉਹਨਾਂ ਨੂੰ ਅੰਡਰਸਟੈਂਡ ਕਰੋ, ਤੁਹਾਡੀ ਕੀ ਪ੍ਰੋਬਲਮ ਹੈ, ਤੁਸੀਂ ਉਸਨੂੰ ਕਹੋ ਕਿ ਹਾਂ ਕਿਉਂਕਿ ਅਸੀਂ ਉਸ ਟਾਈਮ 'ਚੋਂ ਲੰਘ ਚੁੱਕੇ ਹਾਂ, ਸਾਡਾ ਐਕਸਪੀਰੀਅੰਸ ਹੋ ਚੁੱਕਾ ਹੈ। ਜਿਹੜੇ ਨਿਊ ਜਨਰੇਸ਼ਨ ਹੈ ਦੇ ਆਰ ਲਰਨਿੰਗ, ਵੀ ਗੋਟ ਟੂ ਟੀਚ ਦੈਮ। ਜੀ ਇਹ ਤਾਂ ਕੁਝ ਗੱਲ ਹੈ ਜਿਹੜੀ ਰਿਲੇਸ਼ਨਸ਼ਿਪ ਦੀ ਕਨਫਿਊਜ਼ਨ ਦੀ ਹੈ ਜਿਹੜੀ ਹੁੰਦੀ ਹੈ, ਪਰ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਕਿ ਇਹਨਾਂ ਦੇ ਵਿਚਾਰ ਨੇ ਕਿ ਜਨਰੇਸ਼ਨ ਗੈਪ ਕ੍ਰੀਏਟ ਵੀ ਅਸੀਂ ਖੁਦ ਕਰਦੇ ਹਾਂ ਅਤੇ ਉਸ ਦਾ ਹੱਲ ਵੀ ਸਾਨੂੰ ਖੁਦ ਹੀ ਲੱਭਣਾ ਚਾਹੀਦਾ ਅਤੇ ਅਸੀਂ ਲੱਭ ਵੀ ਸਕਦੇ ਹਾਂ। ਜਦੋਂ ਉਹਨਾਂ ਨੇ ਦੱਸਿਆ ਕਿ ਪਿਆਰ ਨਾਲ ਇੱਕ ਦੂਸਰੇ ਨਾਲ ਬੌਂਡ ਕਰਨ ਨਾਲ ਫਰਕ ਪੈਂਦਾ ਹੈ। ਅਤੇ ਆਓ ਦੇਖਦੇ ਹਾਂ ਹੁਣ ਪ੍ਰੋਗਰਾਮ ਵਿੱਚ ਅਗਲੇ ਵਿਚਾਰ ਕੌਣ ਦੇਣਗੇ ਅਤੇ ਕੀ ਕਹਿਣਗੇ। ਭੈਣ ਜੀ ਆਪਣਾ ਨਾਮ ਦੱਸੋ ਅਤੇ ਕੀ ਕਹੋਗੇ? ਮੇਰਾ ਨਾਮ ਹੈ ਦਲਬੀਰ ਫਲੋਰਾ। ਪਹਿਲਾਂ ਤਾਂ ਮੈਂ ਇਹ ਦੱਸਣਾ ਚਾਹੁੰਦੀ ਹਾਂ ਕਿ ਗੈਪ ਪਿਆ ਕਿਉਂ, ਕਿਉਂਕਿ ਅੱਜ ਤੋਂ 50 ਸਾਲ ਪਹਿਲਾਂ ਅਸੀਂ ਲੋਕ ਇੱਥੇ ਆਏ ਸੀ। ਇੱਥੇ ਆਏ, ਜਦ ਅਸੀਂ ਇੱਥੇ ਆਏ ਸੀ ਸਾਰੇ ਬਹੁਤ ਘੱਟ ਪੜ੍ਹੇ ਹੋਏ ਸੀਗੇ। ਇਸ ਪੜ੍ਹਨ ਦੇ ਬਾਵਜੂਦ ਕਿ ਅਸੀਂ ਕੰਮਾਂ 'ਤੇ ਜਾਂਦੇ ਸੀ, ਕੰਮ ਵਿੱਚ ਸਾਡਾ ਖਿਆਲ ਸੀ, ਅਸੀਂ ਬੱਚਿਆਂ ਨੂੰ ਇੰਨਾ ਟਾਈਮ ਦੇ ਨਹੀਂ ਸਕੇ। ਸਾਡੇ ਦਿਮਾਗ ਵਿੱਚ ਇਹੀ ਸੀ ਕਿ ਇੰਗਲਿਸ਼ ਹੀ ਸਭ ਤੋਂ ਵੱਡੀ ਚੀਜ਼ ਹੈਗੀ ਆ। ਬਸ ਅਸੀਂ ਬੱਚਿਆਂ ਨੂੰ ਇਹੀ ਕਹਿਣਾ ਸੀ ਤੁਸੀਂ ਇੰਗਲਿਸ਼ ਸਿੱਖੋ, ਪੜ੍ਹੋ, ਕਰੋ। ਅਸੀਂ ਬੱਚਿਆਂ ਨੂੰ ਇੰਨਾ ਟਾਈਮ ਦੇ ਨਹੀਂ ਸਕਦੇ ਸੀ। ਜਦ ਸਾਡੇ ਬੱਚੇ ਗਰੋ ਅਪ ਹੋਏ, ਵੱਡੇ ਹੋ ਗਏ, ਵਿਆਹੁਣ ਦੇ ਯੋਗ ਹੋ ਗਏ, ਫਿਰ ਅਸੀਂ ਅੰਡਰਸਟੈਂਡਿੰਗ ਕੀਤਾ ਕਿ ਅਸੀਂ ਕਿੰਨੀ ਮਿਸਟੇਕ ਕਰ ਲਈ ਕਿ ਅਸੀਂ ਆਪਣੇ ਬੱਚਿਆਂ ਨੂੰ ਟਾਈਮ ਨਹੀਂ ਦੇ ਸਕੇ। ਉਹ ਸੋਚ ਅਸੀਂ ਭੁੱਲ ਗਏ ਹੁਣ ਅਸੀਂ ਕੀ ਕਰਨਾ ਚਾਹੁੰਦੇ ਸੀਗੇ। ਉਸ ਤੋਂ ਬਾਅਦ ਜਦ ਸਾਡੇ ਬੱਚਿਆਂ ਦੇ ਵਿਆਹ ਸ਼ਾਦੀਆਂ ਹੋਏ, ਫਿਰ ਉਹ ਜਦੋਂ ਸਕੂਲਾਂ 'ਚ ਜਾਂਦੇ ਸੀਗੇ ਉਹ ਸਾਰੇ ਮਿਕਸ ਅਪ ਸੀਗੇ
ਇੱਕ ਦੂਸਰੇ ਦੇ ਨਾਲ ਸਾਰੇ ਉਹਨਾਂ ਦੀ ਫਰੈਂਡਸ਼ਿਪ। ਅਸੀਂ ਬਹੁਤ ਕੋਸ਼ਿਸ਼ ਕਰਦੇ ਸੀਗੇ ਕਿ ਉਹਨਾਂ ਨੂੰ ਪੰਜਾਬੀ ਸਿਖਾਈਏ, ਉਹ ਸਾਡੇ ਨਾਲ ਰਹਿਣ, ਸਾਡੇ ਨਾਲ ਪਾਠ ਕਰਨ, ਸਾਡੇ ਕੋਲ ਬੈਠਣ। ਉਹ ਥੋੜ੍ਹੀ ਜਿਹੀ 5-10 ਮਿੰਟ ਲਈ ਸਾਡੇ ਨਾਲ ਮਿਲਦੇ ਸੀਗੇ, ਉਸ ਤੋਂ ਬਾਅਦ ਉਹ ਚੇਂਜ ਹੋ ਜਾਂਦੇ ਸੀਗੇ, ਕਿਉਂ ਬਾਹਰ ਜਾਣ ਦਾ ਟਾਈਮ ਹੁੰਦਾ ਸੀ। ਚਲੋ ਜੀ, ਸਾਡੀ ਮਰਜ਼ੀ ਨਾਲ ਉਹਨਾਂ ਨੇ ਵਿਆਹ ਜ਼ਰੂਰ ਕਰਾ ਲਿਆ। ਉਹਨਾਂ ਦੀ ਜਿਹੜੀਆਂ ਵਾਈਫ ਮਿਲੀਆਂ ਇੱਥੇ ਦੀਆਂ ਪੜ੍ਹੀਆਂ ਲਿਖੀਆਂ ਸੀਗੀਆਂ, ਉਹ ਫਿਰ ਇੰਗਲਿਸ਼ ਪੰਜਾਬੀ ਸਾਡੀ ਨੂੰ ਭੁੱਲ ਗਈਆਂ, ਉਹ ਫਿਰ ਇੰਗਲਿਸ਼ ਬੋਲਣ ਲੱਗ ਪਈਆਂ। ਜੋ ਦਾਦਾ ਦਾਦੀ ਸੀ ਕੋਸ਼ਿਸ਼ ਬਹੁਤ ਕਰਦੇ ਆ, ਪਿਆਰ ਬਹੁਤ ਕਰਦੇ ਆ, ਬਹੁਤ ਕੁਛ ਕਹਿੰਦੇ ਆ, ਪਰ ਡਿਪੈਂਡ ਕਰਦਾ ਸੀ ਉਹਨਾਂ ਮਾਵਾਂ 'ਤੇ ਜੋ ਆਪਣੇ ਬੱਚਿਆਂ ਨੂੰ ਪ੍ਰੋਪਰ ਸਿੱਖਿਆ ਦੇ ਸਕਣ। ਜਿਹੜਾ ਬੱਚਾ ਹੈਗਾ ਆ ਜਦੋਂ ਬੌਰਨ ਹੁੰਦਾ ਆ, ਸਭ ਤੋਂ ਪਹਿਲੀ ਟੀਚਰ ਉਹਦੀ ਮਾਂ ਹੁੰਦੀ ਆ। ਜੇ ਉਹ ਮਾਂ ਉਸ ਨੂੰ ਸਿਖਾਉਂਦੀ ਹੈ ਤਾਂ ਉਹ ਜ਼ਰੂਰ ਜਲਦੀ ਸਿੱਖ ਜਾਂਦਾ। ਜੋ ਦਾਦੇ ਦਾਦੀ ਹੈਗੇ ਨਾ, ਉਹ ਪਿਆਰ ਵੀ ਬਹੁਤ ਕਰਦੇ, ਕੋਸ਼ਿਸ਼ ਕਰਦੇ ਸਿਖਾਉਣ ਦੀ, ਪਰ ਉਹ ਇੰਨੀ ਮੰਨਦੇ ਨਹੀਂ ਹੈਗੇ। ਉਸ ਤੋਂ ਬਾਅਦ ਫਿਰ ਸਾਨੂੰ ਪਤਾ ਸਾਨੂੰ ਅੰਡਰਸਟੈਂਡ ਹੁੰਦਾ ਕਿ ਸਾਡਾ ਗੈਪ ਕਿਉਂ ਪੈ ਗਿਆ, ਕਿਸ ਚੀਜ਼ ਦਾ ਪੈ ਗਿਆ, ਅਸੀਂ ਕਿੰਨੀ ਮਿਸਟੇਕ ਕਰ ਲਈ, ਕੀ ਸਾਨੂੰ ਕਰਨਾ ਚਾਹੀਦਾ ਸੀਗਾ। ਬਸ ਥੈਂਕ ਯੂ ਜੀ, ਇੰਨਾ ਕਿ ਮੈਂ ਕਹਿ ਸਕਦੀ। ਬਹੁਤ ਧੰਨਵਾਦ ਹੈ। ਵਾਕਈ ਸਮਾਂ ਅਸੀਂ ਬੱਚਿਆਂ ਨੂੰ ਨਹੀਂ ਦੇ ਪਾਏ ਅਤੇ ਉਹਨਾਂ ਦੀ ਅਤੇ ਸਾਡੀ ਅਪਬ੍ਰਿੰਗਿੰਗ ਦਾ ਅਤੇ ਸਾਡੀ ਸੋਚ ਦਾ ਹੌਲੀ ਹੌਲੀ ਫਰਕ ਪੈਂਦਾ ਗਿਆ। ਪਰ ਸਮੇਂ ਤੋਂ ਇਲਾਵਾ ਅਸੀਂ ਬੱਚਿਆਂ ਨੂੰ ਜਿਹੜਾ ਸਮਾਂ ਨਹੀਂ ਦਿੱਤਾ, ਜਿਹੜਾ ਸਾਡਾ ਵਖਰੇਵਾਂ ਪਿਆ, ਉਸ ਨੂੰ ਕਿਸੇ ਤਰ੍ਹਾਂ ਪੂਰਾ ਕਰ ਸਕਦੇ ਹਾਂ। ਕੀ ਅਸੀਂ ਉਸ ਨੂੰ ਪੂਰਾ ਕਰ ਸਕਦੇ ਹਾਂ? ਜਿਹੜਾ ਸਮਾਂ ਅਸੀਂ ਨਹੀਂ ਦੇ ਸਕੇ, ਜਿਹੜੇ ਅਸੀਂ ਸਮਾਂ ਨਹੀਂ ਦੇ ਸਕੇ ਬੱਚਿਆਂ ਨੂੰ, ਉਹ ਕੀ ਐਸਾ ਮੌਕਾ ਹੈ ਕਿ ਅਸੀਂ ਉਸ ਨੂੰ ਪੂਰਾ ਕਰ ਸਕਦੇ ਹਾਂ? ਡੂ ਯੂ ਥਿੰਕ ਵੀ ਕੈਨ ਮੇਕ ਅਪ ਫॉर ਇਟ? ਹਾਂਜੀ, ਜ਼ਰੂਰ ਕਰ ਸਕਦੇ ਹਾਂ। ਕਿ ਇਹ ਹੈ ਕਿ ਵੀ ਸਾਨੂੰ ਵੱਡਿਆਂ ਨੂੰ ਵੀ ਆਪਣੀ ਸੋਚ ਬਦਲਣੀ ਪੈਣੀ ਹੈ, ਕਿ ਥੋੜ੍ਹਾ ਬੱਚਿਆਂ ਨੂੰ ਸੁਣ ਕੇ ਸਮਝ ਕੇ ਸਕੂਲ ਜਾ ਕੇ, ਐਂਡ ਬਾਕੀ ਜਿੰਨੇ ਵੀ ਆਪਣੇ ਆਲੇ ਦੁਆਲੇ, ਜਿੱਦਾਂ ਹੁਣ ਅਸੀਂ ਇੱਥੇ ਗਰੁੱਪ ਦੇ ਵਿੱਚ ਆਉਂਦੇ ਹਾਂ, ਇੱਕ ਦੂਜੇ ਨਾਲ ਡਿਸਕਸ਼ਨ ਕਰਦੇ ਹਾਂ, ਉਹਦੇ ਥਰੂ ਆਪਣੀ ਸੋਚ ਬਦਲਣੀ ਚਾਹੀਦੀ ਹੈ। ਅਤੇ ਆਪਣੇ ਆਪ ਨੂੰ ਇਹ ਸਮਝਣਾ ਚਾਹੀਦਾ ਕਿ ਜਦੋਂ ਅਸੀਂ ਬੱਚੇ ਸੀ ਜਾਂ ਜਵਾਨ ਸੀਗੇ, ਸਾਡੀ ਵੀ ਇੱਦਾਂ ਦੀ ਸੋਚ ਸੀਗੀ ਕਿ ਆਲਦੋ ਕਿ ਵੀ ਥੋੜ੍ਹਾ ਵੈਸਟਰਨ ਜਿਹੜਾ ਕਲਚਰ ਦਾ ਪਿਆ ਇਹਨਾਂ 'ਤੇ ਫਰਕ, ਪਰ ਸਾਡੀ ਵੀ ਥੋੜ੍ਹੀ ਸੋਚ ਡਿਫਰੈਂਟ ਸੀ ਕਿ ਜੇ ਅਸੀਂ ਦੇਖੀਏ ਕਿ ਜਦੋਂ ਉਸ ਟਾਈਮ 'ਤੇ ਸਾਡੇ ਪੇਰੈਂਟਸ ਦੇ ਨਾਲ ਨਹੀਂ ਸੀ ਮਿਲਦੀ। ਸੋ ਬੱਚੇ ਵੀ ਕਿ ਜਦੋਂ ਤਾਂ ਉਹ ਛੋਟੇ ਨੇ ਉਸ ਟਾਈਮ 'ਤੇ ਤਾਂ ਉਹ ਕਿ ਚਲੋ ਆਪਣਾ ਫੋਲੋ ਕਰਦੇ ਆ ਜੋ ਵੀ ਵੈਲਿਊਜ਼ ਵਗੈਰਾ, ਪਰ ਜਿਉਂ-ਜਿਉਂ ਵੱਡੇ ਹੁੰਦੇ ਆ, ਮੈਂ ਇਹ ਨੋਟਿਸ ਕੀਤਾ ਕਿ ਸੈਕੰਡਰੀ ਸਕੂਲ 'ਚ ਸਪੈਸ਼ਲੀ ਜਦੋਂ ਬੱਚੇ ਜਾਂਦੇ ਆ ਤਾਂ ਉਦੋਂ ਗੈਪ ਥੋੜ੍ਹਾ ਜ਼ਿਆਦਾ ਵੱਧਦਾ ਜਾਂਦਾ। ਉਹ ਕਿਉਂ ਵੱਧਦਾ ਹੈ? ਬਿਕੋਜ਼ ਉਹਨਾਂ 'ਤੇ ਜ਼ਿਆਦਾ ਟਾਈਮ, ਉਹ ਮੋਸਟ ਆਫ ਟਾਈਮ ਦੂਸਰੇ ਕਲਚਰ ਦੇ ਵਿੱਚ ਵੀ ਰਹਿੰਦੇ ਨੇ, ਅਤੇ ਸ਼ਾਮ ਨੂੰ ਜਦੋਂ ਘਰ ਆਉਂਦੇ ਆ ਤਾਂ ਉਹਨਾਂ ਦੇ ਹੋਮਵਰਕ ਵਗੈਰਾ ਹੁੰਦੇ ਆ, ਐਂਡ ਪੇਰੈਂਟਸ ਕੋਲ ਇੰਨਾ ਟਾਈਮ ਵੀ ਨਹੀਂ ਹੁੰਦਾ, ਥੋੜ੍ਹਾ ਟਾਈਮ ਘੱਟ ਜਾਂਦਾ। ਪਰ ਜੇ ਇਹ ਗੈਪ ਇਸੇ ਕਰਕੇ ਘੱਟ ਸਕਦਾ ਕਿ ਜੇ ਅਸੀਂ ਵੀ ਆਪਣੀ ਸੋਚ ਬਦਲੀਏ, ਐਂਡ ਬੱਚੇ ਵੀ ਥੋੜ੍ਹਾ ਜਿਹਾ ਵੱਡਿਆਂ ਨੂੰ ਸਮਝਣ ਕਿ ਵੀ ਇਹਨਾਂ ਦੀ ਵੀ ਜਿਹੜੀ ਵੈਲਿਊਜ਼ ਨੇ ਕਿ ਵੀ ਉਹਨਾਂ ਦੀ ਵੀ ਅਸੀਂ ਰਿਸਪੈਕਟ ਕਰੀਏ, ਕਿ ਟਰਾਈ ਕਰਨ, ਕੋਸ਼ਿਸ਼ ਕਰਨ ਕਿ ਦੋਨੋਂ ਸਾਈਡ 'ਤੇ ਬੈਲੈਂਸ ਕਰਨ। ਸੋ ਜੇ ਵੱਡੇ ਵੀ ਥੋੜ੍ਹਾ ਜਿਹਾ ਉੱਧਰ ਮੂਵ ਔਨ ਹੋਣ ਅਤੇ ਬੱਚੇ ਵੀ ਹੋਣ ਤਾਂ ਇਹ ਗੈਪ ਥੋੜ੍ਹਾ ਜਿਹਾ ਫਿਲ ਕਰ ਸਕਦੇ ਹਾਂ। ਸੋ ਬੇਸਿਕਲੀ ਭੈਣ ਜੀ ਕਹਿ ਰਹੇ ਨੇ ਕਿ ਓਨਸ ਜਿਹੜਾ ਰਿਲੇਸ਼ਨਸ਼ਿਪ ਦੇ ਵਿੱਚ ਜਾਂ ਜਨਰੇਸ਼ਨ ਦੇ ਵਿੱਚ ਗੈਪ ਦਾ, ਉਸ ਨੂੰ ਪੂਰਾ ਕਰਨ ਦਾ ਸਾਰਿਆਂ 'ਤੇ ਹੈ। ਸੋ ਪੈਰੈਂਟਸ ਨੂੰ ਵੀ ਓਨਾ ਹੀ ਕਰਨਾ ਪਏਗਾ ਅਤੇ ਬੱਚਿਆਂ ਨੂੰ ਵੀ ਓਨਾ ਹੀ ਜ਼ੋਰ ਲਾਉਣਾ ਪਏਗਾ। ਰਿਲੇਸ਼ਨਸ਼ਿਪਸ ਦੇ ਓਨਸ ਤੋਂ ਇਲਾਵਾ ਅਸੀਂ ਇਹ ਵੀ ਜਾਣਨਾ ਚਾਹਾਂਗੇ ਕਿ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਪੈਰੈਂਟਸ ਬੱਚਿਆਂ ਨੂੰ ਜਾਂ ਤਾਂ ਅਸੀਂ ਟਾਈਮ ਨਹੀਂ ਦੇ ਪਾਏ, ਜਾਂ ਉਹਨਾਂ ਨੂੰ ਅੰਡਰਸਟੈਂਡ ਨਹੀਂ ਕਰ ਪਾਏ, ਜਾਂ ਬੱਚੇ ਜਿਹੜੇ ਨੇ ਉਹ ਪੈਰੈਂਟਸ ਨੂੰ ਅੰਡਰਸਟੈਂਡ ਨਹੀਂ ਕਰ ਪਾਏ। ਕੋਈ ਐਸੀ ਚੀਜ਼ ਵੀ ਹੋਰ ਇਸ ਵਿੱਚ ਹੈ ਜੋ ਪਾਰਟ ਪਲੇ ਕਰਦੀ ਹੈ ਬਿਸਾਈਡਸ ਟਾਈਮ? ਟਾਈਮ ਤੋਂ ਇਲਾਵਾ ਕਿਹੜੀ ਚੀਜ਼ ਹੈ ਜੋ ਜਨਰੇਸ਼ਨ ਗੈਪ ਨੂੰ, ਪੀੜ੍ਹੀ ਅੰਤਰ ਨੂੰ ਵਧਾਉਣ ਵਿੱਚ ਆਪਣਾ ਹਿੱਸਾ ਪਾਉਂਦੀ ਹੈ? ਤਾਂ ਮੈਂ ਚਾਹਾਂਗੀ ਕਿ ਭੈਣ ਜੀ ਜੋ ਤੁਸੀਂ ਆਪਣਾ ਨਾਮ ਦੱਸੋ ਅਤੇ ਕੀ ਕਹਿਣਾ ਚਾਹੋਗੇ। ਮੇਰਾ ਨਾਂ ਰਜਿੰਦਰ ਕੌਰ ਸਹੋਤਾ। ਉਂਝ ਤਾਂ ਇਸ ਵਿਸ਼ੇ 'ਤੇ ਜੇ ਆਪਾਂ ਗੱਲਾਂ ਕਰਨ ਲੱਗੀਏ ਜਾਂ ਇੰਨੇ ਫੈਕਟਰ ਆ ਕਿ ਭਾਵੇਂ ਤੁਸੀਂ ਸਾਰਾ ਦਿਨ ਲੱਗੇ ਰਹੋ ਤਾਂ ਵੀ ਨਹੀਂ ਖਤਮ ਹੁੰਦਾ। ਮੇਰੇ ਹਿਸਾਬ ਨਾਲ ਇੱਕ ਗੱਲ ਜਿਹੜੀ ਐਸੀ ਹੈਗੀ ਆ, ਮੈਂ ਉਹਦੇ 'ਤੇ ਥੋੜ੍ਹਾ ਜਿਹਾ ਤੁਹਾਨੂੰ ਦੱਸ ਸਕਦੀ ਹਾਂ ਕਿ ਜਦੋਂ ਆਪਾਂ ਇੱਥੇ ਆਏ ਸੀ ਉਦੋਂ ਕੰਮ ਵੀ ਡਿਫਰੈਂਟ ਤਰੀਕੇ ਦੇ ਹੁੰਦੇ ਸੀ, ਜ਼ਿਆਦਾ ਫਿਜ਼ੀਕਲ ਹੁੰਦੇ ਸੀ ਲੋਕਾਂ ਦੇ। ਉਹ ਕੰਮ ਤੋਂ ਆ ਕੇ ਇੰਨੇ ਥੱਕ ਟੁੱਟ ਕੇ ਸੌਂ ਜਾਂਦੇ ਸੀ ਕਿ ਸਵੇਰ ਨੂੰ ਉਹ ਬੜੇ ਫਰੈਸ਼ ਹੋ ਕੇ ਉੱਠਦੇ ਸੀ, ਅਤੇ ਉਹ ਘਰਾਂ ਦੇ ਕੰਮ, ਘਰਾਂ ਨੂੰ ਪੇਪਰ ਲਾਉਣੇ, ਪੇਂਟ ਕਰਨਾ, ਉਹਨਾਂ ਜ਼ਮਾਨਿਆਂ 'ਚ ਸਾਰੇ ਕੰਮ ਆਪ ਹੀ ਕਰਦੇ ਸੀ। ਪਰ ਹੁਣ ਜਿਹੜਾ ਟਰੈਂਡ ਆ ਉਹ ਚੇਂਜ ਹੋ ਗਿਆ। ਬੱਚਿਆਂ ਦੀਆਂ ਡਿਗਰੀਆਂ ਤੋਂ ਬਾਅਦ ਉਹਨਾਂ ਨੂੰ ਜੋਬਸ ਇਹੋ ਜਿਹੀਆਂ ਮਿਲ ਗਈਆਂ ਕਿ ਜਦੋਂ ਉਹ ਆਉਂਦੇ ਆ ਸਾਨੂੰ ਤਾਂ ਲੱਗਦਾ ਹੋਣਾ ਕਿ ਫਿਜ਼ੀਕਲੀ ਥੱਕੇ ਹੋ ਨਹੀਂ, ਪਰ ਉਹ ਦਿਮਾਗੀ ਤੌਰ 'ਤੇ ਇੰਨੇ ਥੱਕੇ ਹੁੰਦੇ ਆ, ਆਪਾਂ ਐਕਸਪੈਕਟ ਕਰਦੇ ਹਾਂ ਕਿ ਜਿਵੇਂ ਅਸੀਂ ਘਰਾਂ ਦੇ ਕੰਮ ਕਰਦੇ ਸੀ ਇਹ ਵੀ ਕਰਨ। ਪਰ ਉਹ ਫਿਰ ਨਾ
ਸਮਝਦੇ ਨਹੀਂ। ਇਹਨੂੰ ਸਮਝਾਉਣ ਲਈ ਕੋਈ ਸੌਖਾ ਤਰੀਕਾ ਆਪਣੇ ਇੰਡੀਵਿਜੂਅਲ ਫੈਮਿਲੀ ਨੂੰ ਲੱਭਣਾ ਪੈਂਦਾ, ਕਿਉਂਕਿ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਮੇਰੇ ਘਰ ਵਿੱਚ ਇਸ ਤਰ੍ਹਾਂ ਹੋਇਆ ਤੁਸੀਂ ਵੀ ਇਸ ਤਰ੍ਹਾਂ ਕਰ ਲਓ। ਹਰ ਬੱਚੇ ਡਿਫਰੈਂਟ ਹੁੰਦੇ ਆ। ਇੱਕ ਮਾਂ ਦੇ ਬੱਚੇ ਇੱਕੋ ਜਿਹੇ ਨਹੀਂ ਹੁੰਦੇ, ਅਤੇ ਬਾਕੀ ਸਾਰਿਆਂ ਨਾਲ ਤਾਂ ਆਪਾਂ ਕੰਪੇਅਰ ਨਹੀਂ ਕਰ ਸਕਦੇ। ਘਰ ਦੇ ਵੱਡਿਆਂ ਨੂੰ ਅਤੇ ਬੱਚਿਆਂ ਨੂੰ ਰਲ ਕੇ ਕੋਈ ਨਾ ਕੋਈ ਸਲਿਊਸ਼ਨ ਲੱਭਣਾ ਪੈਂਦਾ। ਸੋ ਬਹੁਤ ਧੰਨਵਾਦ ਹੈ। ਜਿਸ ਤਰ੍ਹਾਂ ਭੈਣ ਜੀ ਨੇ ਕਲੀਅਰ ਕੀਤਾ ਕਿ ਬੜਾ ਰਿਲੇਟਿਵ ਐਕਸਪੀਰੀਅੰਸ ਹੈ ਬੱਚਿਆਂ ਦੀ ਪੜ੍ਹਾਈ, ਉਹਨਾਂ ਦੇ ਕੰਮਕਾਰ, ਪੈਰੈਂਟਸ ਦੇ ਆਪਣੇ ਕੰਮਾਂ ਕਾਰਾਂ 'ਤੇ ਉਹ ਕਿਸ ਤਰ੍ਹਾਂ ਦਾ ਟਾਈਮ ਦੇ ਸਕਦੇ ਨੇ, ਇਹ ਸਾਰੀਆਂ ਚੀਜ਼ਾਂ ਉਸ ਉੱਪਰ ਡਿਪੈਂਡ ਕਰਦੀਆਂ ਨੇ। ਅਤੇ ਜਨਰੇਸ਼ਨ ਗੈਪ ਨੂੰ ਘਟਾਉਣ ਦੇ ਵਿੱਚ ਵੀ ਸਾਰੇ ਅਸੀਂ ਮਿਲ ਕੇ ਹਿੱਸਾ ਪਾ ਸਕਦੇ ਹਾਂ। ਪਰ ਕੀ ਅਸੀਂ ਸਿਰਫ ਇੱਕ ਦੂਜੇ ਦੇ ਉੱਪਰ ਓਨਸ ਪਾ ਕੇ ਕਿ ਆ ਪੈਰੈਂਟਸ 'ਤੇ ਓਨਸ ਹੈ ਜਾਂ ਬੱਚਿਆਂ 'ਤੇ ਓਨਸ ਹੈ, ਜਾਂ ਸਿਰਫ ਟਾਈਮ ਦਿੱਤਾ ਜਾਏ ਜਾਂ ਅੰਡਰਸਟੈਂਡ ਕੀਤਾ ਜਾਏ, ਕਿ ਇਸ ਤੋਂ ਇਲਾਵਾ ਹੋਰ ਵੀ ਕੋਈ ਗੁੰਝਲਾਂ ਨੇ, ਕੋਈ ਪਰਤਾਂ ਨੇ? ਆਰ ਦੇयर ਮੈਨੀ ਲੇਅਰਸ ਟੂ ਜਨਰੇਸ਼ਨ ਗੈਪ? ਇਸ ਨੂੰ ਹੋਰ ਕਲੈਰੀਫਾਈ ਕਰਾਂਗੇ। ਮੈਂ ਚਾਹਾਂਗੀ ਡਾਕਟਰ ਸੰਧੂ ਤੁਸੀਂ ਆਪਣੇ ਜ਼ਰੂਰ ਇਸ ਦੇ ਵਿੱਚ ਵਿਚਾਰ ਦਿਓ। ਆਰ ਦੇयर ਮੈਨੀ ਲੇਅਰਸ ਟੂ ਜਨਰੇਸ਼ਨ ਗੈਪ, ਕਿ ਇਜ਼ ਇਟ ਅ ਵਨ ਸਿੰਪਲ ਸਟ੍ਰੇਟ ਥਿੰਗ ਕਿ ਉਹ ਉਹਨਾਂ ਦੀ ਡਿਫਰੈਂਟ ਜਨਰੇਸ਼ਨ ਹੈ, ਸਾਡੀ ਡਿਫਰੈਂਟ ਜਨਰੇਸ਼ਨ ਹੈ? ਹਾਂਜੀ, ਜਨਰੇਸ਼ਨ ਗੈਪ ਜਿਹੜਾ ਹੁਣ ਬਣਿਆ ਹੋਇਆ ਹੈਗਾ, ਇਹ ਬਹੁਤ ਜਨਰੇਸ਼ਨ ਹੋ ਚੁੱਕੇ ਨੇ ਜਿਹਦੇ ਕਰਕੇ ਇਹ ਜਨਰੇਸ਼ਨ ਹੈਗਾ। ਹਾਂਜੀ, ਇਹ ਜਨਰੇਸ਼ਨ ਗੈਪ ਬਣਦਿਆਂ ਨੂੰ ਬਹੁਤ ਜਨਰੇਸ਼ਨ ਲੱਗ ਚੁੱਕੇ ਨੇ, ਔਰ ਬਹੁਤ ਜਨਰੇਸ਼ਨ ਲੱਗਣਗੇ ਇਸ ਨੂੰ ਸੁਧਾਰਨ ਵਾਸਤੇ। ਇਹ ਜਨਰੇਸ਼ਨ ਗੈਪ ਸਿਰਫ ਇਹ ਮਾਂ ਬਾਪ ਦਾ ਜਾਂ ਦਾਦਾ ਨਾਨੀ ਦਾ ਜਾਂ ਬੱਚਿਆਂ ਦਾ ਰਿਸ਼ਤਾ ਨਹੀਂ ਹੈਗਾ। ਇਹ ਬੱਚੇ ਕੀ ਕਰਦੇ ਨੇ, ਇਹਦੇ ਵਿੱਚ ਬਹੁਤ ਵੱਡੀ ਰੋਲ ਹੈਗੀ ਆ ਆਪਣੇ ਮਜ਼ਹਬ ਦੀ ਘਾਟ। ਆਪਦੇ ਮਜ਼ਹਬ ਦੀ ਘਾਟ ਦੇ ਨਾਲ ਫੋਲੋ ਹੁੰਦਾ ਹੈਗਾ ਆਪਣੀ ਕਲਚਰ। ਇਹ ਜਿਹੜੀ ਸਾਡੀ ਕਲਚਰ ਹੈਗੀ ਆ, ਆਪਾਂ ਸਿੱਖੀ ਨੂੰ ਮੰਨਦੇ ਹਾਂ ਕਿ ਜਿਹੜੀ ਇਤਨੀ ਮਿੱਠੀ ਹੈਗੀ ਆ, ਉਸ ਮਿਠਾਸ ਨੂੰ ਬੱਚਿਆਂ ਨੂੰ ਇਤਨਾ ਅਸਰ ਨਹੀਂ ਹੋਇਆ ਹੈਗਾ। ਜਿਨ੍ਹਾਂ ਨੂੰ ਹੋਇਆ ਹੈਗਾ ਉਹ ਬੜੇ ਸੋਹਣੇ ਹੈਗੇ ਨੇ, ਅਤੇ ਬੜੇ ਉਹ ਵੱਡਿਆਂ ਦਾ ਅਦਬ ਕਰਦੇ ਨੇ, ਜਿਵੇਂ ਸਿੱਖੀ 'ਚ ਲਿਖਿਆ ਹੋਇਆ ਬੇਸਿਕਸ ਉਹਨਾਂ ਵਿੱਚ ਹੈਗੇ ਨੇ। ਪਰ ਜਿੱਥੇ ਬੇਸਿਕਸ ਘੱਟ ਜਾਂਦੇ ਨੇ ਨਾ, ਉੱਥੇ ਉਹ ਬਹੁਤ ਜਿਹੜੀ ਵੈਸਟਰਨ ਮੀਡੀਆ ਨੂੰ ਫੋਲੋ ਕਰਦੇ ਨੇ, ਉੱਥੇ ਜਾ ਕੇ ਫਿਰ ਉਹ ਵੱਡਿਆਂ ਨੂੰ ਵੀ ਇਗਨੋਰ ਕਰ ਦਿੰਦੇ ਨੇ। ਆਸਤੇ ਆਸਤੇ ਫਿਰ ਉਹ ਆਪਣੇ ਮਾਂ ਬਾਪ ਨੂੰ ਵੀ ਇਗਨੋਰ ਕਰਦੇ ਨੇ। ਫਿਰ ਉਹ ਵੀ ਕਦੇ ਮਾਂ ਬਾਪ ਬਣਦੇ ਨੇ ਜਦ ਉਹਨਾਂ ਨੂੰ ਵੀ ਉਹਨਾਂ ਦੇ ਬੱਚੇ ਗਾਹਾਂ ਇਗਨੋਰ ਕਰਦੇ ਨੇ। ਇਹ ਜਿਹੜੇ ਗੈਪ ਹੈਗੇ ਨੇ ਨਾ, ਇਹਦਾ ਇੱਕ ਨਾ ਆਪਾਂ ਨੂੰ ਹੱਬ ਚਾਹੀਦਾ, ਮੁੱਢ ਹੈਗਾ। ਮੁੱਢ ਕੀ ਹੈਗਾ? ਮੁੱਢ ਸਾਡਾ ਮਜ਼ਹਬ ਹੈਗਾ। ਸਾਡਾ ਮਜ਼ਹਬ ਸਿੱਖੀ ਇੰਨੀ ਮਿੱਠੀ ਆ, ਉਹ ਕਹਿੰਦੀ ਆ ਮਾਵਾਂ ਧੀਆਂ ਭੈਣਾਂ ਜਾਣ। ਜੇ ਤੁਹਾਡੇ ਆਪਣੇ ਰਿਸ਼ਤੇ ਹੈਗੇ ਨੇ ਮਾਵਾਂ ਦੇ, ਉਹਨਾਂ ਨੂੰ ਮਨਜ਼ੂਰ ਕਰੋ, ਉਹਨਾਂ ਨੂੰ ਮੰਨੋ, ਉਹਨਾਂ ਨਾਲ ਡਿਸਕਸ਼ਨ ਕਰੋ, ਉਹ ਵੀ ਗਾਹਾਂ ਬੱਚਿਆਂ ਦੇ ਡਿਸਕਸ਼ਨ ਨੂੰ ਸੁਣਨ। ਜਿਹੜੀਆਂ ਧੀਆਂ ਨੇ ਉਹਨਾਂ ਨਾਲ ਵੀ ਡਿਸਕਸ਼ਨ ਕਰੋ, ਉਹ ਵੀ ਗਾਹਾਂ ਤੁਹਾਡੇ ਥੋਟਸ ਦੇਖਣ, ਤੁਸੀਂ ਉਹਨਾਂ ਦੇ ਥੋਟਸ ਦੇਖੋ, ਦੇਖ ਕੇ ਜੋ ਵੀ ਨਫਾ ਨੁਕਸਾਨ ਉਹਨਾਂ ਨੂੰ ਸਮਝਾਓ। ਗਾਹਾਂ ਜਿਹੜੇ ਬੱਚੇ ਹੈਗੇ ਨੇ ਉਹਨਾਂ ਨਾਲ ਵੀ ਕਰੋ। ਤੁਹਾਡੇ ਆਪਣੇ ਮਾਵਾਂ ਧੀਆਂ ਭੈਣਾਂ ਵੀ ਹੈਗੀਆਂ, ਜਿਨ੍ਹਾਂ ਦੀਆਂ ਨਹੀਂ ਵੀ ਹੈਗੀਆਂ। ਸਾਡੀ ਸਿੱਖੀ ਕਿੰਨੇ ਪਿਆਰ ਨਾਲ ਕਹਿੰਦੀ ਆ ਮਾਵਾਂ ਧੀਆਂ ਭੈਣਾਂ ਜਾਣ। ਜਿਹੜੇ ਸਾਡੇ ਭੈਣਾਂ ਦੇ ਹਨ ਉਹਨਾਂ ਨੂੰ ਭੈਣਾਂ ਸਮਝ ਕੇ ਡੀਲ ਕਰੋ, ਜਿਹੜੇ ਮਾਵਾਂ ਦੇ ਹਨ ਦੇ ਮਾਵਾਂ ਸਮਝ ਕੇ ਡੀਲ ਕਰੋ, ਜਿਹੜੀਆਂ ਧੀਆਂ ਧੀਆਂ ਸਮਝ ਕੇ ਡੀਲ ਕਰੋ। ਇੱਥੇ ਜੇ ਤੁਸੀਂ ਬੇਸਿਕਸ ਲੈ ਆਓਗੇ ਨਾ ਸਿੱਖੀ ਦੇ, ਤੁਹਾਡੇ ਬੜੇ ਗੈਪ ਖਤਮ ਹੋ ਜਾਣ, ਕਿਉਂਕਿ ਉਹ ਕਾਮਨ ਤੁਹਾਡਾ ਏਰੀਆ ਹੈਗਾ। ਜਦੋਂ ਕਾਮਨ ਏਰੀਆ ਆ ਜਾਊਗਾ, ਤੁਸੀਂ ਇਤਨੇ ਮਿੱਠੇ ਹੋ ਜਾਓਗੇ ਕਿ ਤੁਹਾਨੂੰ ਜਿਹੜੇ ਬਾਹਰਲੇ ਵੀ ਜਾਤਾਂ ਨੇ ਬਹੁਤ ਸਿੱਖਾਂ ਨੂੰ ਮੰਨਦੀਆਂ ਨੇ ਕਿ ਇਹ ਸਿੱਖ ਕਿੰਨੇ ਅੱਛੇ ਨੇ, ਇਹ ਕਿੰਨਾ ਆਪਣੇ ਗੈਪ ਨੂੰ ਠੀਕ ਕਰਦੇ, ਪਰ ਉਹਨਾਂ ਨੂੰ ਵਿੱਚੋਂ ਨਹੀਂ ਪਤਾ ਕਿ ਸਾਡੇ ਗੈਪ ਕਿੰਨੇ ਵੱਧ ਰਹੇ ਨੇ। ਅਸੀਂ ਉਸ ਗੈਪ ਨੂੰ ਨਾ ਬੜੇ ਦੁੱਖ ਨਾਲ ਅਸੀਂ ਮਹਿਸੂਸ ਕਰਦੇ ਹਾਂ ਕਿ ਉਹਨੂੰ ਆਪਾਂ ਕਿਵੇਂ ਚੇਂਜ ਕਰੀਏ। ਉਹ ਚੇਂਜ ਜਿਹੜਾ ਹੈਗਾ ਨਾ, ਆਪਾਂ ਇੱਕ ਬੰਦਾ ਨਹੀਂ ਕਰ ਸਕਦਾ, ਸਾਰਿਆਂ ਨੂੰ ਉਹਦੇ ਵਿੱਚ ਨਾ ਕੋਆਪ ਹੋਣਾ ਪਏਗਾ। ਆਪਣਿਆਂ ਨੂੰ ਵੀ ਆਪਣਾ ਸਮਝੋ ਜ਼ਰੂਰ, ਜਿਹੜੇ ਨਹੀਂ ਲੋਕ ਸਮਝ ਰਹੇ, ਸਾਡੇ ਬਜ਼ੁਰਗ ਰੁਲ ਰਹੇ ਨੇ, ਬੱਚਿਆਂ ਨੂੰ ਵੀ ਆਪਣਾ ਸਮਝੋ। ਮੈਂ ਕਿਤੇ ਮੀਟਿੰਗ 'ਤੇ ਗਈ ਸੀ, ਉਹਨਾਂ ਨੇ ਇਹੀ ਕਿਹਾ, ਕਹਿੰਦੇ ਜਿਹੜੇ ਅੱਜ ਕੱਲ੍ਹ ਦੇ ਜਨਰੇਸ਼ਨ ਹੈਗੇ ਨਾ, ਉਹਨਾਂ ਦੇ ਮਾਂ ਪਿਓ ਦੇ ਨਾਲ ਰਹਿੰਦੇ, ਪਰ ਉਹਨਾਂ ਦੇ ਰਿਸ਼ਤੇ ਨਹੀਂ ਹੈਗੇ ਉਹਨਾਂ ਦੇ ਮਾਂ ਬਾਪ ਨਾਲ। ਉਹ ਸਿਰਫ ਉਹ ਕੰਪਿਊਟਰ ਲੈ ਕੇ ਜਾਂ ਉਹ ਮੋਬਾਈਲ ਲੈ ਕੇ ਟਿਕ 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 'ਤੇ ਲੱਗੇ ਹੋਏ ਨੇ। ਉਹ ਰਿਸ਼ਤੇ ਹੁੰਦੇ ਹੋਇਆਂ ਵੀ ਰਿਸ਼ਤਿਆਂ ਤੋਂ ਦੂਰ ਨੇ। ਅਤੇ ਜਦ ਫਿਰ ਉਹਨਾਂ ਨੂੰ ਕੋਈ ਕ੍ਰਾਈਸਿਸ ਆਉਂਦਾ ਹੈ, ਉਦੋਂ ਫਿਰ ਉਹ ਮਾਂ ਬਾਪ ਵੀ ਉਹਨਾਂ ਦੇ ਨਹੀਂ, ਉਹਨਾਂ ਦੇ ਰਿਸ਼ਤੇ ਰਹਿੰਦੇ, ਫਿਰ ਉਹ ਜਾਂਦੇ ਨੇ ਡਰੱਗਾਂ ਵਿੱਚ, ਫਿਰ ਉਹ ਜਾਂਦੇ ਨੇ ਐਲਕੋਹਲ ਦੇ ਵਿੱਚ। ਇਸ ਕਰਕੇ ਉਸ ਮੀਟਿੰਗ ਵਿੱਚ ਕਿਹਾ ਗਿਆ ਸੀ ਕਿ ਲੰਡਨ ਬਰੋ ਆਫ ਈਲਿੰਗ ਦੇ ਵਿੱਚ ਸਭ ਤੋਂ ਲੰਬੀ ਕਿਊ ਡਰੱਗਾਂ ਦੀ ਸਾਡੇ ਏਸ਼ੀਅਨ ਬੰਦਿਆਂ ਦੀ ਹੈ। ਇਹ ਸਾਰੇ ਗੈਪ ਟੁੱਟਣਗੇ ਜੇ ਆਪਾਂ ਸਾਰੇ ਰਲ ਕੇ, ਇਨਕਲੂਡਿੰਗ ਆਲ ਦ ਗੁਰਦੁਆਰਾਸ, ਇਨਕਲੂਡਿੰਗ ਦ ਕਮਿਊਨਿਟੀ, ਵੀ ਹੈਵ ਟੂ ਡਰਾ ਸਿਸਟਮਸ ਜਿਹਦੇ ਵਿੱਚ ਅਸੀਂ ਇਸ ਘਾਟ ਨੂੰ ਪੂਰਾ ਕਰ ਸਕੀਏ। ਇੱਕ ਬੰਦੇ ਦਾ ਕੰਮ ਨਹੀਂ ਹੈਗਾ, ਸਾਰੇ ਆਪਾਂ ਭੈਣਾਂ ਬਣ ਕੇ, ਭਰਾ ਬਣ ਕੇ, ਮਾਵਾਂ ਧੀਆਂ ਭੈਣਾਂ ਜਾਣ ਕੇ ਇਸ ਗੈਪ ਨੂੰ ਆਪਾਂ ਫਿਲ ਕਰ ਸਕਦੇ ਹਾਂ। ਔਖੀ ਚੀਜ਼ ਨਹੀਂ ਹੈਗੀ, ਇਟ ਇਜ਼ ਐਂਡ ਵਿਲ ਫੇਸ ਇਟ, ਇਟਸ ਅ ਚੈਲੰਜ, ਵੀ ਕੈਨ ਕੰਕਰ ਇਟ। ਥੈਂਕ ਯੂ। ਥੈਂਕ ਯੂ। ਬਹੁਤ ਧੰਨਵਾਦ ਹੈ ਡਾਕਟਰ ਸੰਧੂ ਨੇ ਆਪਣੇ ਵਿਚਾਰ ਦਿੱਤੇ ਨੇ, ਅਤੇ ਇਹਨਾਂ ਨੇ ਇੱਕ ਵਧੀਆ ਗੱਲ ਪੁਆਇੰਟ ਆਊਟ ਇਹ ਕੀਤੀ ਹੈ ਕਿ ਧਰਮ ਜਿਹੜਾ ਹੈ ਜਾਂ ਸਾਡੇ ਰਿਲੀਜੀਅਸ ਇੰਸਟੀਟਿਊਸ਼ਨਸ ਜੋ ਨੇ,
ਉਹ ਇਸ ਜਨਰੇਸ਼ਨ ਗੈਪ ਨੂੰ ਪੂਰਾ ਕਰਨ ਵਿੱਚ ਆਪਣਾ ਹਿੱਸਾ ਪਾ ਸਕਦੇ ਨੇ। ਸੋ ਤੁਹਾਡੀ ਕੀ ਅੰਡਰਸਟੈਂਡਿੰਗ ਹੈ ਕਿ ਧਰਮ ਕਿਸ ਤਰ੍ਹਾਂ ਦਾ ਰੋਲ ਪਲੇ ਕਰ ਸਕਦਾ ਹੈ ਅਤੇ ਕਿਸ ਤਰ੍ਹਾਂ ਅਸੀਂ ਧਰਮ ਦੇ ਵਿੱਚ ਜਾਂ ਧਰਮ ਨੂੰ ਮੰਨ ਕੇ ਜਨਰੇਸ਼ਨ ਦੀ ਇਸ ਗੈਪ ਨੂੰ ਦੂਰ ਕਰ ਸਕਦੇ ਹਾਂ? ਜੀ ਭੈਣ ਜੀ। ਹਾਂਜੀ, ਇਹਦੇ ਵਿੱਚ ਮੈਂ ਜੀ ਦੋ ਇਸ਼ੂਸ ਰੇਜ਼ ਕਰ ਰਹੀ ਹਾਂ ਕਿ ਇੱਕ ਤਾਂ ਆਪਾਂ ਕਹਿੰਦੇ ਹਾਂ ਕਿ ਹਰ ਵਾਰੀ ਕਹਿੰਦੇ ਹਾਂ ਕਿ ਗੁਰਦੁਆਰਾ ਜਾਓ ਅਤੇ ਗੁਰਦੁਆਰਿਆਂ ਦੇ ਵਿੱਚ ਆਪਣੇ ਬੱਚਿਆਂ ਲਈ ਕੁਛ ਹੈ ਨਹੀਂ, ਹਾਂਜੀ। ਅਤੇ ਦੂਸਰੇ ਮੈਂ ਇਹ ਕਹਿੰਦੀ ਹਾਂ ਕਿ ਆਪਾਂ ਨੂੰ ਪੇਰੈਂਟਸ ਨੂੰ ਵੀ ਕੁਛ ਰੋਲ ਪਲੇ ਕਰਨਾ ਚਾਹੀਦਾ ਆ। ਅਤੇ ਆਪਾਂ ਜਦੋਂ ਪਹਿਲਾਂ 60 ਤੋਂ ਪਹਿਲਾਂ ਆਏ ਹਾਂ, ਜਦੋਂ ਇੰਡੀਆ ਰਹਿੰਦੇ ਸੀ, ਕੀਨੀਆ ਰਹਿੰਦੇ ਸੀ, ਸਾਰੇ ਜੁਆਇੰਟ ਫੈਮਿਲੀ 'ਚ ਰਹਿੰਦੇ ਸੀ। ਅਤੇ ਜੁਆਇੰਟ ਫੈਮਿਲੀ ਵਿੱਚ ਜਿਸ ਤਰ੍ਹਾਂ ਨੋਮ ਹੈ, ਕੋਈ ਹਿੰਦੂ ਹੈ, ਮੰਦਰ ਜਾਂਦੇ ਆ ਅਤੇ ਸਵੇਰੇ ਉੱਠ ਕੇ ਬੱਚੇ ਵੀ ਉਸ ਤਰ੍ਹਾਂ ਹੀ ਜਾਂਦੇ ਨੇ, ਕੋਈ ਤੁਹਾਨੂੰ ਪੁਸ਼ ਨਹੀਂ ਕਰਨਾ ਪੈਂਦਾ, ਆਟੋਮੈਟਿਕਲੀ ਆਪਾਂ ਉਹ ਆਪਣਾ ਜਿਹੜਾ ਕਿ ਧਰਮ ਫੋਲੋ ਕਰ ਲੈਂਦੇ ਹਾਂ। ਆਪਾਂ ਨੂੰ ਰਿਸਪੈਕਟ ਕਰਨੀ ਆਉਂਦੀ ਹੈ ਕਿ ਆਪਾਂ ਵਾਪਸ ਜਵਾਬ ਨਹੀਂ ਦੇਣਾ, ਕੋਈ ਆਪਾਂ ਨੂੰ ਕੁਛ ਕਹਿ ਰਿਹਾ ਆ ਚੁੱਪ ਕਰ ਜਾਓ, ਵੱਡਿਆਂ ਦੇ ਮੂਹਰੇ ਬੋਲਣਾ ਨਹੀਂ, ਸਵੇਰੇ ਉੱਠ ਕੇ ਪੈਰੀਂ ਹੱਥ ਲਾਉਣੇ ਨੇ। ਅਤੇ ਜਿਸ ਤਰ੍ਹਾਂ ਅਸੀਂ ਛੋਟੇ ਹੁੰਦੇ ਸੀ, ਜਦ ਤੱਕ ਅਸੀਂ ਪਾਠ ਨਹੀਂ ਸੀ ਕਰ ਲੈਂਦੇ ਤਾਂ ਸਾਨੂੰ ਚਾਹ ਨਹੀਂ ਸੀ ਮਿਲਦੀ, ਆਟੋਮੈਟਿਕ ਅਸੀਂ ਕਰਦੇ ਸੀ ਕਿ ਸਾਨੂੰ ਖਾਣਾ ਨਹੀਂ ਮਿਲਣਾ। ਅਤੇ ਉਹ ਤਾਂ ਆਪਾਂ ਉਸ ਤਰ੍ਹਾਂ ਆਪਣਾ ਗ੍ਰਾਈਂਡ ਇਹਨਾਂ ਬਿਨਾਂ ਪੁਸ਼ ਕੀਤੇ ਹੋ ਜਾਂਦਾ ਸੀ। ਅਤੇ ਇੱਥੇ ਜਦੋਂ ਆਪਾਂ ਆਏ ਹਾਂ ਉਹਨਾਂ ਦਿਨਾਂ 'ਚ ਆਪਾਂ ਹੁਣ ਕਹਿੰਦੇ ਹਾਂ ਕਿ ਸਾਡਾ ਕਸੂਰ ਸੀ, ਪਰ ਸਾਡੇ ਕੋਲ ਉਸ ਵੇਲੇ ਕੋਈ ਚਾਰਾ ਹੈ ਨਹੀਂ ਸੀ। ਸਾਡੇ ਕੋਲ ਸਿਰ 'ਤੇ ਛੱਤ ਲੈਣ ਦਾ ਸਭ ਤੋਂ ਪਹਿਲਾਂ ਇਹ ਸੀ ਕਿ ਆਪਾਂ ਕੋਈ ਘਰ ਲਈਏ। ਕਿਰਾਇਆਂ 'ਤੇ ਰਹਿੰਦੇ ਸੀ, ਕੋਈ ਐਕਸਟੈਂਡਡ ਫੈਮਿਲੀ 'ਚ ਨਹੀਂ ਰਹਿੰਦੇ ਸੀ। ਉੱਥੇ ਸਾਰੇ ਐਕਸਟੈਂਡਡ ਫੈਮਿਲੀ 'ਚ ਰਹਿੰਦੇ ਸੀ, ਇੱਕ ਦੂਜੇ ਦੀ ਹੈਲਪ ਕਰਦੇ ਸੀ, ਇੱਕ ਦੂਜੇ ਨੂੰ ਫੋਲੋ ਕਰਦੇ ਸੀ। ਹੁਣ ਗੁਰਦੁਆਰਾ ਸਾਹਿਬ ਜਾ ਕੇ ਮੈਂ ਇਹ ਕਹਿੰਦੀ ਹਾਂ ਕਿ ਦੋ ਚਾਹੀਦੇ ਨੇ, ਇੱਕ ਪੇਰੈਂਟਸ ਨੂੰ ਚਾਹੀਦਾ ਉਹਨਾਂ ਨੂੰ ਮਿਲਣ, ਇੱਕ ਗੁਰਦੁਆਰਾ ਸਾਹਿਬ ਕਮੇਟੀਆਂ ਨੂੰ ਜਿੱਥੇ ਵੀ ਜਾਓ, ਜਿਹੜੇ ਥੋੜ੍ਹੇ ਬਹੁਤੇ ਆਪਣੇ ਝਗੜੇ ਨੇ, ਕਰ ਲਿਆ, ਉਹ ਯੂਥ ਨੂੰ ਮਿਲਣ, ਉਹਨਾਂ ਨੂੰ ਮਿਲ ਕੇ ਉਹਨਾਂ ਨੂੰ ਪੁੱਛਣ ਕਿ ਤੁਹਾਡੀ ਕੀ ਜ਼ਰੂਰਤ ਹੈ। ਹੁਣ ਜਦੋਂ ਬੱਚੇ ਜਾਂਦੇ ਨੇ, ਜੇ ਕਿਸੇ ਨੇ ਕੋਈ ਗਲਤ ਕੱਪੜਾ ਪਾਇਆ ਹੁੰਦਾ ਜਾਂ ਮਾੜਾ ਮੋਟਾ ਸਿਰ ਨੰਗਾ ਹੁੰਦਾ ਹੈ ਜਾਂ ਕਿਸੇ ਨੇ ਆਈਬਰੋਜ਼ ਕੱਟੇ ਹੁੰਦੇ ਨੇ, ਉਹਨਾਂ ਨੂੰ ਉਹ ਟੈਲ ਆਫ ਕਰਦੇ ਨੇ। ਟੈਲ ਆਫ ਕਰਨ ਨਾਲੋਂ ਉਹਨਾਂ ਨੂੰ ਬਿਠਾ ਕੇ ਉਹਨਾਂ ਨੂੰ ਸਮਝਾਉਣ ਕਿ ਦੇਖੋ ਆਪਣੀ ਸਿੱਖੀ 'ਚ ਇਸ ਤਰ੍ਹਾਂ ਆ। ਉਹ ਬੱਚੇ ਡਰਦੇ ਜਾਂਦੇ ਨਹੀਂ, ਫਿਰ ਉਹ ਕਹਿਣਗੇ ਸਾਨੂੰ ਕੋਈ ਸਰਵ ਕਰਦੇ ਨੇ ਅਤੇ ਉਹ ਕਹਿੰਦੇ ਨਹੀਂ ਜੀ ਤੁਸੀਂ ਸਰਵ ਨਹੀਂ ਕਰ ਸਕਦੇ, ਤੁਸੀਂ ਸਿੱਖੀ ਨਹੀਂ ਦੇ, ਅਤੇ ਕਿਸ ਤਰ੍ਹਾਂ ਉੱਥੋਂ ਆਪਾਂ ਨੂੰ ਪਿੱਛੇ ਹਟਣਾ ਚਾਹੀਦਾ। ਗੁਰਦੁਆਰਾ ਸਾਹਿਬ ਕਮੇਟੀਆਂ ਨੂੰ ਇਹ ਸਾਰੇ ਬੱਚਿਆਂ ਨਾਲ ਰਲ ਕੇ, ਅਤੇ ਸਿਰਫ ਮੀਟਿੰਗ ਕਰਨ ਨਾਲ ਕੋਈ ਫਾਇਦਾ ਨਹੀਂ, ਅਤੇ ਉਹਨਾਂ ਨੂੰ ਇੰਪਲੀਮੈਂਟ ਕਿੱਦਾਂ ਕਰਨਾ, ਆਪਾਂ ਕਿੱਥੇ ਉਹਨਾਂ ਨੂੰ ਲਿਜਾ ਕੇ ਉਹਨਾਂ ਨੂੰ ਕਹੋ ਅੱਛਾ ਤੁਸੀਂ ਯੂਥ ਉਹਨਾਂ ਨੂੰ ਅੱਗੇ ਕਰੋ, ਉਹਨਾਂ ਦੇ ਵਿੱਚੋਂ ਜਿਹੜੇ ਕੋਈ ਹੈਗੇ ਨੇ ਬੱਚੇ ਦੇਖਣ ਕਿ ਇਹ ਟੈਲੈਂਟਡ ਬੱਚੇ ਨੇ, ਆਪਾਂ ਨੂੰ ਅੱਗੇ ਲਿਜਾ ਸਕਦੇ ਨੇ, ਅਤੇ ਉਹਨਾਂ ਨੂੰ ਅੱਗੇ ਕਰਨ ਅਤੇ ਉਹਨਾਂ ਨੂੰ ਸ਼ਾਬਾਸ਼ ਦੇਣ ਕਿ ਜਾਂ ਤੁਸੀਂ ਸਾਨੂੰ ਉੱਥੋਂ ਅਸੀਂ ਅੱਗੇ ਵੱਧ ਸਕਦੇ ਹਾਂ ਜੀ। ਬਹੁਤ ਧੰਨਵਾਦ ਹੈ। ਗੁਰਦੁਆਰੇ ਅਤੇ ਗੁਰਦੁਆਰੇ ਦੀਆਂ ਕਮੇਟੀਆਂ ਦੇ ਰੋਲ ਅਤੇ ਪੇਰੈਂਟਸ ਦੇ ਵੀ ਆਪਣੇ ਰੋਲ ਨੇ, ਪਰ ਇਹ ਵੀ ਜ਼ਰੂਰ ਮੈਂ ਜਾਣਨਾ ਚਾਹਾਂਗੀ ਕਿ ਜੇ ਇੱਕ ਯੂਨੀਫਾਈਡ ਫੈਮਿਲੀ ਯੂਨਿਟ ਜਿਸ ਦੇ ਵਿੱਚ ਪੇਰੈਂਟਸ, ਗ੍ਰੈਂਡ ਪੈਰੈਂਟਸ, ਗ੍ਰੈਂਡ ਚਿਲਡਰਨ ਇਕੱਠੇ ਨੇ, ਅਤੇ ਜੇ ਗ੍ਰੈਂਡ ਪੈਰੈਂਟਸ ਦਾ ਕੋਈ ਐਸਾ ਰਿਚੁਅਲ ਹੈ ਜਾਂ ਐਸਾ ਉਹਨਾਂ ਦਾ ਕੋਈ ਡਿਸਿਪਲਿਨ ਹੈ, ਐਸਾ ਉਹਨਾਂ ਦਾ ਕੋਈ ਰੂਟੀਨ ਹੈ ਜੋ ਪੈਰੈਂਟਸ ਨਹੀਂ ਫੋਲੋ ਕਰ ਰਹੇ, ਉਹ ਗ੍ਰੈਂਡ ਚਿਲਡਰਨ ਫੋਲੋ ਕਰ ਸਕਦੇ ਨੇ। ਸੋ ਕੋਈ ਗ੍ਰੈਂਡ ਪੈਰੈਂਟਸ ਤੇ ਗੁਰਦੁਆਰੇ ਜਾਂਦੇ ਨੇ, ਅਤੇ ਜੇ ਪੈਰੈਂਟਸ ਨਹੀਂ ਗੁਰਦੁਆਰੇ ਜਾਂਦੇ ਤਾਂ ਕੀ ਬੱਚੇ ਆਟੋਮੈਟਿਕਲੀ ਗੁਰਦੁਆਰੇ ਜਾਣਗੇ? ਕਿਵੇਂ ਅਸੀਂ ਬੱਚਿਆਂ ਅਤੇ ਪੈਰੈਂਟਸ ਅਤੇ ਗ੍ਰੈਂਡ ਪੈਰੈਂਟਸ ਦੇ ਵਿੱਚ ਇਹ ਜੋ ਵਾਟ ਹੈ ਪੂਰੀ ਤੈਅ ਕਰ ਸਕਦੇ ਹਾਂ? ਤੁਸੀਂ ਕੁਝ ਕਹਿਣਾ ਚਾਹੋਗੇ? ਤੁਹਾਡੇ ਗ੍ਰੈਂਡ ਪੈਰੈਂਟਸ ਨੇ, ਤੁਹਾਡੇ ਗ੍ਰੈਂਡ ਚਿਲਡਰਨ ਨੇ, ਅਤੇ ਜੇ ਤੁਸੀਂ ਗੁਰਦੁਆਰੇ ਜਾਂਦੇ ਹੋ ਤਾਂ ਉਹ ਤੁਹਾਡੇ ਨਾਲ ਆਰਾਮ ਨਾਲ ਚਲੇ ਜਾਂਦੇ ਨੇ ਜਾਂ ਪੈਰੈਂਟਸ ਲੈ ਕੇ ਜਾਣ ਫਿਰ ਜਾਂਦੇ ਨੇ? ਜਿਹੜਾ ਮੇਰਾ ਆਪਣਾ ਪੋਤਾ ਆ, ਉਹ ਖਾਲਸਾ ਸਕੂਲ ਸਲੋ ਦੇ ਵਿੱਚ ਪੜ੍ਹਦਾ ਆ, ਉਹ ਗੁਰਦੁਆਰੇ ਜ਼ਰੂਰ ਜਾ ਕੇ ਆਰਾਮ ਦੇ ਨਾਲ ਬੈਠ ਜਾਂਦਾ, ਅਤੇ ਉਹਨੂੰ ਉਹਨੂੰ ਪਾਠ ਵੀ ਪਹਿਲੀ ਪੌੜੀ ਦਾ ਕਰਦਾ, ਸਵੇਰੇ ਉੱਠ ਕੇ ਵੀ ਪਹਿਲੀ ਪੌੜੀ ਦਾ ਪਾਠ ਕਰਕੇ ਫਿਰ ਤਿਆਰ ਹੋ ਕੇ ਸਕੂਲ ਜਾਂਦਾ। ਇਹ ਤੁਸੀਂ ਸਿਖਾਇਆ ਹੈ ਕਿ ਉਹਨਾਂ ਦੇ ਪੈਰੈਂਟਸ? ਉਹਨਾਂ ਦੇ ਪੇਰੈਂਟਸ ਨੇ, ਉਹਦੀ ਮੰਮੀ ਨੇ। ਠੀਕ, ਅਤੇ ਉਹਨਾਂ ਦੇ ਮੰਮੀ ਨੇ ਸਿਖਾਇਆ, ਅਤੇ ਇਸ ਚੀਜ਼ ਨੂੰ ਕਿਉਂਕਿ ਜਿੱਦਾਂ ਉਹਨਾਂ ਨੇ ਆਪਣੀ ਮੰਮੀ ਕੋਲੋਂ ਸਿੱਖਿਆ, ਅਤੇ ਉਹ ਬਾਕੀ ਸਕੂਲੋਂ ਸਿੱਖਦਾ ਉਹ, ਅਤੇ ਉਹ ਸਕੂਲ ਦਾ ਵੀ ਬਹੁਤ ਵੱਡਾ ਰੋਲ ਹੈ ਫਿਰ। ਖਾਲਸਾ ਸਕੂਲ ਪੰਜਾਬੀ ਪੜ੍ਹਦਾ ਜੀ, ਪੰਜਾਬੀ ਦੇ ਵਿੱਚ ਮਤਲਬ ਸ਼ਬਦ ਪੜ੍ਹਦਾ ਹੁੰਦਾ, ਜਦੋਂ ਅਸੈਂਬਲੀ ਉਹਨਾਂ ਦੀ ਹੁੰਦੀ ਹੈ, ਫਿਰ ਸ਼ਬਦ ਜਦੋਂ ਮੇਰੇ ਕੋਲ ਆਉਂਦੇ ਫਿਰ ਮੈਨੂੰ ਆ ਕੇ ਸ਼ਬਦ ਸੁਣਾਉਂਦਾ ਹੁੰਦਾ। ਸੋ ਇਹ ਵੀ ਇੱਕ ਚੀਜ਼ ਜਿਹੜੀ ਸਾਨੂੰ ਪਤਾ ਲੱਗੀ ਕਿ ਸਕੂਲ ਦਾ ਵੀ ਜਿਹੜਾ ਆਊਟਸਾਈਡ ਰੋਲ ਹੈ, ਅਦਰ ਦੈਨ ਦਾ ਹਾਊਸ ਯੂਨਿਟ, ਜਿਹੜਾ ਤੁਹਾਡੇ ਆਪਣੇ ਘਰ ਦੀ ਯੂਨਿਟ ਹੈ, ਉਸ ਤੋਂ ਇਲਾਵਾ ਤੁਹਾਡੇ ਪੇਅਰਸ, ਤੁਹਾਡਾ ਪੇਅਰ ਪ੍ਰੈਸ਼ਰ, ਤੁਹਾਡਾ ਸਕੂਲ, ਇਹ ਸਾਰੀਆਂ ਚੀਜ਼ਾਂ ਵੀ ਇਫੈਕਟ ਹੁੰਦੀਆਂ ਨੇ, ਜਿਹੜੇ ਇਫੈਕਟ ਕਰਦੀਆਂ ਨੇ ਸਾਡੀ ਸੋਚ ਨੂੰ। ਇਸ ਦੇ ਵਿੱਚ ਤੁਸੀਂ ਭੈਣ ਜੀ ਕੁਝ ਐਡ ਕਰਨਾ ਚਾਹੋਗੇ? ਮੈਂ ਸਿਰਫ ਇਹ ਕਹਿਣਾ ਚਾਹੁੰਦੀ ਹਾਂ ਕਿ ਇਹ ਜਿਹੜੀ ਚੀਜ਼ ਹੈ ਨਾ, ਸਾਨੂੰ ਸ਼ੁਰੂ ਤੋਂ ਲੈ ਲੈਣੀ ਚਾਹੀਦੀ ਹੈ।
ਜਿਸ ਤਰ੍ਹਾਂ ਅਸੀਂ ਛੋਟੇ ਹੁੰਦੇ ਸੀਗੇ ਤੇ ਸਾਡੇ ਪੇਰੈਂਟਸ ਨੇ ਕਹਿਣਾ ਕਿ ਗੁਰਦੁਆਰੇ ਜਾਣਾ ਹੈ। ਕਈ ਦਫਾ ਅਸੀਂ ਕਹਿਣਾ ਸੀ ਆਪਣਾ ਹੋਮਵਰਕ ਕਰਨਾ ਸੀ, ਇਹ ਕਰਨਾ ਸੀ, ਨਹੀਂ ਜਾਣਾ। ਉਹਨਾਂ ਨੇ ਕਹਿਣਾ ਨਹੀਂ, ਗੁਰਦੁਆਰੇ ਲੈ ਕੇ ਜਾਣਾ। ਇਸੇ ਤਰ੍ਹਾਂ ਸੇਮ ਜਿਹੜੇ ਸਾਡੇ ਬੱਚੇ ਹੋਏ ਤਾਂ ਗੁਰਦੁਆਰੇ ਦੇ ਵਿੱਚ ਮੇਰੇ ਹਸਬੈਂਡ ਜਿਹੜੇ ਸੀਗੇ ਉਹ ਕਾਫੀ ਇਨਵੋਲਵ ਸੀਗੇ ਤੇ ਇਹਨਾਂ ਨੇ ਕਹਿਣਾ ਨਹੀਂ ਅਸੀਂ ਬੈਠ ਕੇ ਅੱਜ ਫਿਲਮ ਦੇਖਣੀ। ਉਹਨਾਂ ਨੇ ਕਹਿਣਾ ਨਹੀਂ, ਇਹ ਫਿਲਮ ਨਹੀਂ ਦੇਖਣੀ, ਪਰ ਤੁਸੀਂ ਗੁਰਦੁਆਰੇ ਜਾਣਾ ਹੈ। ਹੁਣ ਉਹਨਾਂ ਨੂੰ ਹਰ ਇੱਕ ਗੱਲ ਦਾ ਪਤਾ ਹੈ, ਹਰ ਇੱਕ ਚੀਜ਼ ਦਾ ਪਤਾ ਹੈ ਕਿ ਸਾਡੀ ਰਿਲੇਸ਼ਨ ਕੀ ਹੈ, ਗੁਰਦੁਆਰੇ ਜਾਣਾ ਕਿਸ ਤਰ੍ਹਾਂ। ਮੇਰਾ ਛੋਟਾ ਜਿਹੜਾ ਹੈਗਾ ਉਹ ਹਮੇਸ਼ਾ ਰਿਸਰਚ ਕਰਦਾ ਰਹਿੰਦਾ ਹੈ ਬਾਣੀ ਦੇ ਵਿੱਚ ਕਿ ਕੀ ਹੈਗਾ। ਉਹ ਕਾਫੀ ਸਾਜ਼ ਵਜਾ ਰਿਹਾ ਵੈ, ਦਿਲਰੂਬਾ ਵਗੈਰਾ, ਸੰਤੂਰ ਅਤੇ ਤਬਲਾ ਵਗੈਰਾ ਕਾਫੀ ਵਜਾਉਂਦਾ, ਕਿਉਂਕਿ ਸ਼ੁਰੂ ਤੋਂ ਸਾਡੇ ਘਰ ਦੇ ਵਿੱਚ ਇਹੀ ਚੀਜ਼ ਸੀ। ਕੀਰਤਨ ਬਹੁਤ ਹੁੰਦਾ ਸੀਗਾ, ਉਹਦੇ ਵਿੱਚ ਕੀਰਤਨ ਕਰਨ ਦੇ ਵਿੱਚ ਉਹਨਾਂ ਨੂੰ ਵੀ ਪਤਾ ਲੱਗ ਗਿਆ ਕਿ ਅਸੀਂ ਸਾਜ਼ ਕਿਸ ਤਰ੍ਹਾਂ ਰੱਖਣੇ ਨੇ, ਕਿਸ ਤਰ੍ਹਾਂ ਵਜਾਉਣੇ ਨੇ, ਔਰ ਕਦੀ ਸਾਜ਼ ਨੂੰ ਪੈਰ ਨਹੀਂ ਲਾਉਣ ਦਿੰਦੇ। ਦੂਸਰਾ ਮੇਰਾ ਜਿਹੜਾ ਛੋਟਾ ਪੁੱਤਾ ਵੈ ਹੁਣ ਹਲੇ 2 ਸਾਲ ਦਾ ਅਤੇ ਉਹ 50 ਤੱਕ ਗਿਣ ਲੈਂਦਾ ਵੈ ਪੰਜਾਬੀ ਦੇ ਵਿੱਚ। ਅਤੇ ਸਾਡੇ ਬੱਚਿਆਂ ਨੇ ਕਿਹਾ ਹੋਇਆ ਕਿ ਬਿਲਕੁਲ ਤੁਸੀਂ ਇਹਨਾਂ ਨਾਲ ਇੰਗਲਿਸ਼ ਨਹੀਂ ਬੋਲਣੀ, ਇਹਨਾਂ ਨਾਲ ਤੁਸੀਂ ਪੰਜਾਬੀ ਬੋਲਣੀ ਹੈ। ਇੰਗਲਿਸ਼ ਤਾਂ ਉਹਨੇ ਸਕੂਲੋਂ ਵੀ ਸਿੱਖ ਲੈਣੀ ਹੈ, ਹੋਰ ਪਾਸਿਓਂ ਵੀ ਸਿੱਖ ਲੈਣੀ ਹੈ, ਪਰ ਉਹ ਬਹੁਤ ਅੱਛੀ ਤਰ੍ਹਾਂ ਊੜਾ ਐੜਾ ਪੜ੍ਹਦਾ, ਬਹੁਤ ਅੱਛੀ ਤਰ੍ਹਾਂ ਪੜ੍ਹਦਾ ਹੈ ਹਲੇ 2 ਸਾਲ ਦਾ ਸਿਰਫ। ਕਿਉਂਕਿ ਉਹ ਜਿਹੜਾ ਇੱਥੇ ਉਹਦੇ ਅੰਦਰ ਕੋਈ ਚੀਜ਼ ਚਲੀ ਗਈ ਹੈ ਨਾ, ਅਤੇ ਉਹ ਟਾਈਮ ਦੇ ਪਾ ਕੇ ਵੀ ਬਾਹਰ ਨਹੀਂ ਨਿਕਲੇਗੀ। ਕਿਉਂਕਿ ਇਹ ਜਿਹੜਾ ਦਿਮਾਗ ਇੱਥੇ ਹੁੰਦਾ ਨਾ ਬੱਚੇ ਦਾ 5-6 ਸਾਲ ਤੱਕ, ਉਹ ਹਮੇਸ਼ਾ ਉਸੇ ਚੀਜ਼ ਨੂੰ ਯਾਦ ਰੱਖਦਾ, ਕਦੀ ਨਹੀਂ ਭੁੱਲਦਾ। ਮੈਂ ਸਾਰਿਆਂ ਨੂੰ ਇਹੀ ਕਹਾਂਗੀ ਕਿ ਆਪਣੇ ਬੱਚਿਆਂ ਨੂੰ ਹਮੇਸ਼ਾ ਸਿੱਖੀ ਵੱਲ ਰੱਖੋ। ਜਿਹੜੀ ਸਿੱਖੀ ਹੈ ਸਾਡੀ ਉਹ ਹਮੇਸ਼ਾ ਕਾਇਮ ਰਵੇ, ਸਿੱਖੀ ਦੇ ਵਿੱਚ ਰਹਿਣਾ ਚਾਹੀਦਾ ਹੈਗਾ। ਕਿਉਂਕਿ ਜਿਹੜੀ ਪਿਛਲੀ ਸਾਡਾ ਹੁੰਦਾ ਨਾ ਉਸ ਤੋਂ ਹੀ ਚੱਲੀ ਆਉਂਦੀ ਹੈ ਇਹ ਚੀਜ਼, ਨਾ ਕਿ ਅਸੀਂ ਇੱਕਦਮ ਜੇ ਸ਼ੁਰੂ ਕਰਦੇ ਤਾਂ ਉਹ ਨਹੀਂ ਚੱਲਦੀ, ਪਿੱਛੋਂ ਹੀ ਚੱਲੀ ਆਉਂਦੀ ਹੈ ਇਹ ਚੀਜ਼। ਜੇ ਸਾਡੇ ਪਿੱਛੇ ਮਤਲਬ ਕਿ ਦਾਦੇ ਦਾਦੀਆਂ ਜਾਂ ਹੋਰ ਸਾਰੇ ਨਾਨੇ ਨਾਨੀਆਂ ਕਰਦੇ ਸੀ ਤਾਂ ਸਾਡੇ ਘਰ ਦੇ ਵਿੱਚ ਤਾਂ ਇਹ ਚੀਜ਼ ਹੈਗੀ ਹੈ, ਔਰ ਬਿਲਕੁਲ ਹੈਗੀ ਆ, ਹੁਣ ਤੱਕ ਵੀ ਹੈਗੀ ਆ। ਮੈਂ ਹੋਪ ਕਰਦੀ ਹਾਂ ਕਿ ਅੱਗੇ ਵੀ ਇਹ ਚੀਜ਼ ਚੱਲੇ। ਥੈਂਕ ਯੂ। ਬਹੁਤ ਧੰਨਵਾਦ ਹੈ। ਅਤੇ ਗੱਲ ਵਾਪਸ ਉਸੇ ਗੱਲ 'ਤੇ ਸਿੱਖੀ ਅਤੇ ਧਰਮ 'ਤੇ, ਕਿਉਂਕਿ ਜਿੱਥੋਂ ਅਸੀਂ ਕਾਮਨ ਗਰਾਊਂਡ ਕ੍ਰੀਏਟ ਕਰਨਾ। ਟੈਕਨੋਲੋਜੀ ਸਾਡੀ ਬੱਚਿਆਂ ਨਾਲ ਮੈਚ ਨਹੀਂ ਕਰਦੀ, ਅਸੀਂ ਸੇਮ ਲੈਵਲ ਆਫ ਟੈਕਨੋਲੋਜੀ ਨੂੰ ਨਹੀਂ ਯੂਜ਼ ਕਰ ਸਕਦੇ, ਉਹ ਸਾਡੇ ਤੋਂ ਕਈ ਗੁਣਾ ਅੱਗੇ ਨੇ। ਸਾਡੀ ਕਾਮਨ ਗਰਾਊਂਡ ਫਿਰ ਉਹਨਾਂ ਦੇ ਸਪੋਰਟਸ ਅਲੱਗ ਹੈ, ਉਹਨਾਂ ਦਾ ਮਿਊਜ਼ਿਕ ਇੰਟਰਸਟ ਡਿਫਰੈਂਟ ਹੈ, ਜੋ ਸਾਡੇ ਕਲਚਰਲ ਇੰਟਰਸਟ ਵੀ ਸੀਗੇ ਉਹ ਵੀ ਸਾਡੇ ਬੱਚਿਆਂ ਦੇ ਸਾਡੇ ਤੋਂ ਬਹੁਤ ਵੱਖਰੇ ਨੇ। ਸੋ ਫਿਰ ਇੱਕ ਕਾਮਨ ਧੁਰਾ 'ਤੇ ਬਣਾਉਣਾ ਹੀ ਪਏਗਾ, ਅਤੇ ਉਹ ਫਿਰ ਬਣਦਾ ਸਿੱਖੀ। ਪੇਰੈਂਟਸ ਅਤੇ ਗ੍ਰੈਂਡ ਪੇਰੈਂਟਸ ਦਾ ਰੋਲ ਤਾਂ ਪਤਾ ਲੱਗਿਆ, ਪਰ ਜਿਨ੍ਹਾਂ ਘਰਾਂ ਦੇ ਵਿੱਚ ਗ੍ਰੈਂਡ ਪੇਰੈਂਟਸ ਨਾਲ ਨਹੀਂ ਰਹਿੰਦੇ, ਉਹਨਾਂ ਘਰਾਂ ਦੇ ਵਿੱਚ ਕਿਵੇਂ ਅਸੀਂ ਬੱਚਿਆਂ ਨੂੰ ਗ੍ਰੈਂਡ ਪੇਰੈਂਟਸ ਨਾਲ ਜੋੜ ਸਕਦੇ ਹਾਂ। ਕਈਆਂ ਘਰਾਂ 'ਚ ਤਾਂ ਚਲੋ ਮਜਬੂਰੀ ਵੀ ਹੁੰਦੀ ਹੈ ਕਿ ਸਾਡੇ ਕੋਲ ਉਨੀ ਸਪੇਸ ਨਹੀਂ ਹੈਗੀ ਕਿ ਅਸੀਂ ਗ੍ਰੈਂਡ ਪੇਰੈਂਟਸ ਨੂੰ ਨਾਲ ਰੱਖ ਸਕੀਏ, ਅਤੇ ਜਿੱਥੇ ਫਿਰ ਵੀ ਬੱਚਿਆਂ ਨੂੰ ਗ੍ਰੈਂਡ ਪੇਰੈਂਟਸ ਨਾਲ ਮਿਲਵਾ ਕੇ ਰੱਖਣਾ ਅਤੇ ਉਹਨਾਂ ਦੇ ਵਿੱਚ ਇੱਕ ਐਸਾ ਰਿਲੇਸ਼ਨਸ਼ਿਪ ਬਣਾਈ ਰੱਖਣਾ, ਇਸ ਦੇ ਵਿੱਚ ਅਸੀਂ ਕਿਸ ਤਰ੍ਹਾਂ ਦਾ ਰੋਲ ਪਲੇ ਕਰ ਸਕਦੇ ਹਾਂ, ਇਹ ਵੀ ਮੈਂ ਆਪਣੀਆਂ ਭੈਣਾਂ ਤੋਂ ਜਾਣਾਂਗੀ। ਅਤੇ ਮੈਂ ਚਾਹੁੰਦੀ ਹਾਂ ਕਿ ਜਿਨ੍ਹਾਂ ਨੇ ਹੁਣ ਤੱਕ ਵਿਚਾਰ ਨਹੀਂ ਦਿੱਤੇ ਉਹ ਵੀ ਜ਼ਰੂਰ ਇਸ ਵਿੱਚ ਕੁਝ ਨਾ ਕੁਝ ਜ਼ਰੂਰ ਕਹਿਣ, ਕਿਉਂਕਿ ਇਹ ਹਰ ਘਰ ਦਾ ਐਕਸਪੀਰੀਅੰਸ ਹੈ। ਇਟ ਰਿਲੇਟਸ ਟੂ ਐਵਰੀਵਨ। ਸੋ ਜਿੱਥੇ ਪੇਰੈਂਟਸ ਗ੍ਰੈਂਡ ਪੇਰੈਂਟਸ ਆਪਣੇ ਪੋਤਰੇ ਪੋਤੀਆਂ ਨਾਲ ਨਹੀਂ ਰਹਿੰਦੇ, ਜਿਨ੍ਹਾਂ ਦੇ ਬੱਚੇ ਅਲੱਗ ਰਹਿੰਦੇ ਨੇ, ਉਹ ਕੁਝ ਕਹਿਣਾ ਚਾਹਣਗੇ ਤਾਂ ਉਹ ਵੀ ਜ਼ਰੂਰ ਕਹਿਣ। ਅਤੇ ਮੈਂ ਜ਼ਰੂਰ ਚਾਹਾਂਗੀ ਕਿ ਜਿਨ੍ਹਾਂ ਨੇ ਹੁਣ ਤੱਕ ਨਹੀਂ ਵਿਚਾਰ ਦਿੱਤੇ ਉਹ ਵੀ ਭੈਣਾਂ ਜ਼ਰੂਰ ਇਸ ਵਿੱਚ ਆਪਣਾ ਯੋਗਦਾਨ ਪਾਉਣ। ਹਾਂਜੀ, ਮੈਂ ਅੱਗੇ ਵੀ ਗੱਲ ਕਰ ਚੁੱਕੀ ਹਾਂ, ਲੇਕਿਨ ਜਿਹੜੀ ਗੱਲ ਮੇਰੇ ਸੋਚ ਵਿੱਚ ਆਈ ਹੈ, ਦੋਸਤ ਬਣ ਕੇ, ਬੱਚਿਆਂ ਦਾ ਦੋਸਤ ਬਣ ਕੇ ਆਪਾਂ ਬਹੁਤ ਚੰਗੀ ਤਰ੍ਹਾਂ ਸਮਝਾ ਸਕਦੇ ਹਾਂ। ਦੋਸਤੀ ਆਪਾਂ ਉਹਨਾਂ ਨਾਲ ਵਧਾਈਏ, ਜਿੱਦਾਂ ਕਿ ਸਾਡਾ ਹੁਣ ਗਰੁੱਪ ਆ, ਸਾਨੂੰ ਇੱਥੋਂ ਜਿੱਦਾਂ ਸਾਨੂੰ ਵੀ ਬਹੁਤ ਸਿੱਖਣ ਦੀ ਹੈਗੀ ਆ, ਮਤਲਬ ਚਾਹੀਦਾ ਸਾਨੂੰ ਵੀ ਬਹੁਤ ਸਿੱਖਿਆ ਮਿਲਦੀ ਹੈ ਸਾਡੇ ਗਰੁੱਪ ਤੋਂ। ਜਿੱਦਾਂ ਇਸ ਤਰ੍ਹਾਂ ਗੁਰਦੁਆਰੇ ਵਾਲੇ ਇਹ ਗਰੁੱਪ ਚਲਾਇਆ ਆ, ਇਹ ਬਹੁਤ ਸਾਨੂੰ ਸਹਾਇਤਾ ਦਿੰਦਾ ਆ, ਸਾਡੇ ਹੌਂਸਲਾ ਵਧਾਈ ਕਰਦਾ ਹੈ। ਜਾਣੀ ਕਿ ਕਹਿਣ ਦਾ ਮਤਲਬ ਇਹ ਸਾਡੇ ਲਈ ਬਹੁਤ ਜ਼ਰੂਰੀ ਹੈਗਾ ਆ। ਬਾਕੀ ਜਾਤਾਂ ਪਾਤਾਂ ਸਾਡੇ ਸਿੱਖੀ ਦੇ ਵਿੱਚ ਬਿਲਕੁਲ ਹੈ ਨਹੀਂ, ਉਹ ਵੀ ਸਾਡੇ ਤੋਂ ਨਿਕਲ ਜਾਵੇ। ਸਾਡੇ ਬੱਚਿਆਂ ਨੂੰ ਵੀ ਅਸੀਂ ਪੇਰੈਂਟਸ ਵੀ ਕਈ ਇਸ ਤਰ੍ਹਾਂ ਕਹਿਣ ਲੱਗ ਜਾਂਦੇ, ਉਹ ਫਲਾਨੀ ਜਾਤ ਦਾ, ਉਹਦੇ ਨਾਲ ਨਹੀਂ ਗੱਲ ਕਰਨੀ, ਜੇ ਉਹ ਇਸ ਤਰ੍ਹਾਂ ਦੀਆਂ ਗੱਲਾਂ ਵਿੱਚ ਅਸੀਂ ਨਾ ਪਈਏ ਤਾਂ ਚੰਗੇ ਰਵਾਂਗੇ। ਉਹ ਸਾਨੂੰ ਹੋਰ ਟਾਈਮ ਮਿਲੂਗਾ, ਇਹ ਗੱਲਾਂ ਅਸੀਂ ਬੱਚਿਆਂ ਦੇ ਦਿਲਾਂ 'ਚੋਂ ਕੱਢੀਏ। ਜਿਨ੍ਹਾਂ ਦੇ ਗ੍ਰੈਂਡ ਪੇਰੈਂਟਸ ਨਹੀਂ ਹੈਗੇ, ਮਤਲਬ ਨਹੀਂ ਦਾਦਾ ਦਾਦੀ ਹੈਗੇ, ਨਾਨਾ ਨਾਨੀ ਨਹੀਂ ਹੈਗੇ, ਅਸੀਂ ਉਹਨਾਂ ਨੂੰ ਉਹਨਾਂ ਦੀਆਂ ਕਹਾਣੀਆਂ ਸੁਣਾ ਸਕਦੇ ਹਾਂ। ਉਹਦੇ ਨਾਲ ਵੀ ਸਾਨੂੰ ਬਹੁਤ ਫਾਇਦਾ ਹੋਊਗਾ ਬੱਚਿਆਂ ਨੂੰ, ਸਾਡਿਆਂ ਨੂੰ। ਬਹੁਤ ਇਸ ਤਰ੍ਹਾਂ ਦੀਆਂ ਗੱਲਾਂ ਹੈਗੀਆਂ, ਕਈ ਭੈਣਾਂ ਨੇ ਬਹੁਤ ਸੋਹਣੀਆਂ ਗੱਲਾਂ ਇਸ ਤਰ੍ਹਾਂ ਕਈਆਂ ਮੈਨੂੰ ਵੀ ਯਾਦ ਆ ਗਿਆ, ਇਸ ਕਰਕੇ ਮੈਂ ਦੁਬਾਰਾ ਖੜੀ ਹੋਈ। ਅਤੇ ਥੈਂਕ ਯੂ ਬਹੁਤ 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 ਧੰਨਵਾਦ। ਇਹ ਜ਼ਰੂਰ ਕਿ ਜਿਹੜੇ ਪੇਰੈਂਟਸ ਗ੍ਰੈਂਡ ਪੇਰੈਂਟਸ ਸੇਮ ਅੰਡਰ ਦ ਸੇਮ ਰੂਫ ਨਹੀਂ ਰਹਿੰਦੇ,
ਉੱਥੇ ਪੈਰੈਂਟਸ ਕਿਵੇਂ ਆਪਣੇ ਬੱਚਿਆਂ ਨੂੰ ਗ੍ਰੈਂਡ ਪੈਰੈਂਟਸ ਨਾਲ ਜੋੜ ਸਕਦੇ ਨੇ, ਇਹ ਮੈਂ ਜਾਣਨਾ ਚਾਹ ਰਹੀ ਸੀ। ਤੇ ਇਸ ਤਰ੍ਹਾਂ ਕੀ ਜਨਰੇਸ਼ਨ ਗੈਪ ਖਤਮ ਹੋ ਸਕਦਾ ਹੈ? ਜੇਕਰ ਆਪਾਂ ਚਾਹੀਏ ਤਾਂ ਹੋ ਸਕਦਾ ਹੈ, ਕਿਉਂ ਨਹੀਂ ਹੋ ਸਕਦਾ? ਤੁਸੀਂ ਦੱਸਿਆ ਸੀ ਨਾ ਕਿ ਪਹਿਲਾਂ ਕਿ ਜਿਹੜੇ ਗ੍ਰੈਂਡ ਪੇਰੈਂਟਸ ਸੈਪਰੇਟ ਰਹਿੰਦੇ ਆ, ਬੱਚੇ ਸੈਪਰੇਟ ਰਹਿੰਦੇ ਆ, ਕੀ ਉਹਨਾਂ ਦਾ ਆਪਸ ਵਿੱਚ ਪਿਆਰ ਹੈ? ਬਹੁਤ ਪਿਆਰ ਹੈ। ਜੇਕਰ ਜਿਹੜੇ ਗ੍ਰੈਂਡ ਪੇਰੈਂਟਸ ਹੈਗੇ ਆ ਉਹ ਵੀ ਬਦਲ ਜਾਣ, ਉਹ ਆਪਣੇ ਬੱਚਿਆਂ ਨੂੰ, ਉਹਨਾਂ ਨੂੰ ਗ੍ਰੈਂਡ ਪੇਰੈਂਟਸ ਨੂੰ ਚੰਗੀ ਤਰ੍ਹਾਂ ਪੋਤੇ ਪੋਤੀਆਂ ਨੂੰ ਸੁਣਨ ਕਿ ਉਹ ਕੀ ਕਹਿਣਾ ਚਾਹੁੰਦੇ ਆ। ਜੇਕਰ ਉਹਨਾਂ ਨੂੰ ਨਹੀਂ ਉਹ ਸੁਣਦੇ ਨਾ, ਜਦੋਂ ਸਾਡੀ ਦੀ ਪਹਿਲਾਂ ਸਟਾਰਟ ਹੋਈ ਇਹ ਗੱਲ, ਤੇ ਅਸੀਂ ਆਪਣੇ ਬੱਚਿਆਂ ਨੂੰ ਸੁਣਦੇ ਹੀ ਨਹੀਂ ਸੀਗੇ, ਸੁਣਦੇ ਨਹੀਂ ਸੀ। ਉਹ ਜੇ ਕੁਝ ਕਈ ਬੱਚੇ ਐਸੇ ਆ ਜਿਹੜੇ ਮਾਂ ਬਾਪ ਨਾਲ ਗੱਲ ਕਰਨ ਤੋਂ ਵੀ ਡਰਦੇ ਆ। ਉਹਦਾ ਫਾਦਰ ਅੰਦਰ ਆਉਂਦਾ ਨਾ, ਉਹ ਚੁੱਪ ਕਰਕੇ ਉੱਪਰ ਚੜ੍ਹ ਜਾਂਦਾ ਵੀ ਪਤਾ ਨਹੀਂ ਮੈਨੂੰ ਹੁਣ ਇਸ ਨੇ ਕੀ ਕਹਿ ਦੇਣਾ। ਜੇ ਅਸੀਂ ਇੱਦਾਂ ਦੀਆਂ ਗੱਲਾਂ, ਆਪਣਾ ਪਿਆਰ ਜਤਾਈਏ ਬੱਚਿਆਂ ਦੇ ਨਾਲ, ਉਹਨਾਂ ਨੂੰ ਫਿਰ ਆਪੇ ਪਤਾ ਲੱਗਣਾ ਵੀ ਆ ਸਾਡੇ ਪੇਰੈਂਟਸ ਹੈਗੇ ਆ, ਸਾਡੇ ਦਾਦਾ ਦਾਦੀ ਆ। ਮੇਰੀਆਂ ਗ੍ਰੈਂਡ ਚਾਈਲਡ ਮੇਰੇ ਵੱਡੇ ਗਰੋ ਅਪ ਮੈਨੂੰ ਵੱਡੇ ਹੋ ਗਏ ਆ, ਉਹ ਮੇਰੇ ਨਾਲ ਇੱਦਾਂ ਬਿਹੇਵ ਕਰਦੀਆਂ ਜਿੱਦਾਂ ਮੈਂ ਉਹਨਾਂ ਦੀ ਫਰੈਂਡ ਹੁੰਦੀ ਹਾਂ। ਇੰਨਾ ਮੇਰੇ ਨਾਲ ਉਹ ਪਿਆਰ ਕਰਦੀਆਂ। ਇੱਕ ਦਫਾ ਵੀ ਮੈਂ ਗੁਰਦੁਆਰੇ ਜਾਂਦੀ ਹਾਂ, ਇੱਕ ਦਫਾ ਵੀ ਮੈਂ ਕਹਿੰਦੀ ਹਾਂ ਤੁਸੀਂ ਮੇਰੇ ਨਾਲ ਚੱਲੋ, ਕਦੀ ਨਾ ਨਹੀਂ ਕਰਦੀਆਂ। ਫਿਰ ਦੂਸਰੀ ਦਫਾ ਫੋਨ ਕਰਾਂਗੀ ਨਾ, ਮੈਨੂੰ ਪਿਕਅਪ ਕਰ ਲਓ, ਕਦੀ ਉਹਨਾਂ ਨੇ ਕਹਿਣਾ ਨਹੀਂ ਕਿ ਨਹੀਂ ਆਉਣਾ, ਉਹ ਆਉਂਦੀਆਂ ਨੇ, ਇੰਨਾ ਪਿਆਰ ਕਰਦੀਆਂ। ਪਰ ਸਾਨੂੰ ਵੀ ਆ ਕਿ ਸਾਨੂੰ ਚੇਂਜ ਹੋਣਾ ਚਾਹੀਦਾ ਆ। ਸਾਨੂੰ ਇਹ ਨਹੀਂ ਹਰ ਵਕਤ ਉਹਨਾਂ ਨੂੰ ਕਹਿਣਾ ਚਾਹੀਦਾ ਕਿੱਥੇ ਚੱਲੀ ਸੀ, ਕਿਉਂ ਆਈਆਂ, ਕਦੋਂ ਆਈਆਂ, ਲੇਟ ਆਈਆਂ, ਕਾਹਤੇ ਆਈਆਂ, ਕਿ ਆਈਆਂ। ਪਰ ਉਹਨੂੰ ਇੰਨਾ ਸੁਣੋ ਸੀ, ਬੇਟਾ ਅੱਜ ਤੁਸੀਂ ਲੇਟ ਹੋ ਗਏ, ਅੱਜ ਕੀ ਪ੍ਰੋਬਲਮ ਸੀ, ਕੋਈ ਗੱਲ ਸੀਗੀ। ਫਿਰ ਆਪੇ ਤੁਹਾਨੂੰ ਬੱਚਾ ਦੱਸੂਗਾ ਹੀ। ਜੇ ਤੁਸੀਂ ਇੱਦਾਂ ਨਹੀਂ ਬੋਲੋਗੇ ਤਾਂ ਫਿਰ ਆਪੇ ਗੈਪ ਪੈ ਜਾਊਗਾ। ਫਿਰ ਹੁਣ ਅਸੀਂ ਕੋਸ਼ਿਸ਼ ਕਰਦੇ ਹਾਂ ਇੱਕ ਦੂਸਰੇ ਨਾਲ ਪਿਆਰ। ਹੁਣ ਜਿਹੜੇ ਇੱਥੇ ਬੈਠੇ ਆ ਪਿਆਰ ਕਰਨ ਵਾਸਤੇ ਹੀ ਆਏ ਸਾਰੇ ਇਕੱਠੇ ਹੋ ਕੇ। ਇੱਦਾਂ ਤਾਂ ਨਹੀਂ ਹੈਗਾ ਕਿ ਕਾਹਦੇ ਲਈ ਆਏ। ਇੱਕ ਦੂਸਰੇ ਨੂੰ ਅਸੀਂ ਇੱਜ਼ਤ ਕਰਾਂਗੇ, ਪਿਆਰ ਕਰਾਂਗੇ, ਉਹਨੂੰ ਦੁਬਾਰਾ ਮਿਲਾਂਗੇ, ਫਿਰ ਇੱਕ ਦੂਸਰੇ ਦੁੱਖ ਸੁੱਖ ਸੁਣਾਂਗੇ ਉਹਨਾਂ ਦਾ, ਕਿਸੇ ਨੂੰ ਹਮਦਰਦੀ ਪੈਦਾ ਕਰਾਂਗੇ। ਲੈ ਵੀ ਇੱਦਾਂ ਨਹੀਂ, ਇੱਦਾਂ ਕਰਨਾ ਚਾਹੀਦਾ, ਤੁਸੀਂ ਵੀ ਚੇਂਜ ਹੋ ਜਾਓ, ਉਹ ਵੀ ਚੇਂਜ ਹੋਣਗੇ, ਆਪੇ ਸਾਰਾ ਮਾਹੌਲ ਠੀਕ ਹੋਏਗਾ। ਸਾਡੇ 'ਤੇ ਵੀ ਬਹੁਤ ਡਿਪੈਂਡ ਕਰਦਾ ਆ। ਅੱਛਾ ਜੀ, ਮੈਂ ਤੇਨਾਂ ਕੀ ਕਹਿਣਾ ਚਾਹੁੰਦੀ। ਬਹੁਤ ਧੰਨਵਾਦ ਹੈ, ਕਿਉਂਕਿ ਅਸੀਂ ਹਮੇਸ਼ਾ ਇਹ ਸੁਣਦੇ ਹਾਂ, ਕਿਉਂਕਿ ਪੈਰੈਂਟਸ ਨੇ ਕਿਹਾ ਕਿ ਚੁੱਪ ਕਰ ਜਾਓ ਤੇ ਬੱਚੇ ਚੁੱਪ ਕਰ ਗਏ, ਤੇ ਉਹਨਾਂ ਨੇ ਕਿਹਾ ਕਿ ਉੱਠ ਜਾਓ ਤੇ ਉੱਠ ਗਏ, ਬੈਠ ਜਾਓ ਬੈਠ ਗਏ। ਕਿਉਂਕਿ ਉਹ ਸਮਾਂ ਹੋਰ ਸੀ, ਤੇ ਇਨ ਬਿਨ ਪੈਰੈਂਟਸ ਤੇ ਗ੍ਰੈਂਡ ਪੈਰੈਂਟਸ, ਅਸੀਂ ਆਪਣੀ ਜਨਰੇਸ਼ਨ ਤੱਕ ਵੀ ਦੇਖੀਏ, ਆਪਣੇ ਪੈਰੈਂਟਸ ਨੂੰ ਅਸੀਂ ਕੁਐਸਚਨ ਨਹੀਂ ਸੀ ਕਰਦੇ। ਪਰ ਅੱਜ ਦੀ ਜਿਹੜੀ ਜਨਰੇਸ਼ਨ ਹੈ ਉਹ ਕੁਐਸਚਨ ਕਰਦੀ ਹੈ। ਜੇ ਉਹਨਾਂ ਨੂੰ ਕਹੋ ਕਿ ਤੁਸੀਂ ਇਹ ਕੰਮ ਕਰਨਾ ਹੈ, ਤੇ ਉਹਨਾਂ ਨੇ ਪਹਿਲਾਂ ਪੁੱਛਣਾ ਹੈ ਕਿ ਵਾਈ, ਜੇ ਤੁਸੀਂ ਸਾਡੇ ਤੋਂ ਇਹ ਐਕਸਪੈਕਟ ਕਰ ਰਹੇ ਹੋ ਤਾਂ ਅਸੀਂ ਇੰਜ ਕਿਉਂ ਕਰੀਏ। ਤੇ ਇੱਕ 8 ਜਾਂ 9 ਸਾਲ ਦੇ ਬੱਚੇ ਨੂੰ ਵੀ ਐਕਸਪਲੇਨ ਕਰਨਾ ਪੈਂਦਾ ਹੈ ਕਿ ਜੇ ਗੁਰਦੁਆਰੇ ਜਾਣਾ ਹੈ ਤਾਂ ਕਿਉਂ ਜਾਣਾ ਹੈ, ਜੇ ਮੰਮੀ ਦੀ ਗੱਲ ਇੱਕ ਵਾਰੀ 'ਚ ਲਿਸਨ ਕਰਨੀ ਹੈ ਤਾਂ ਕਿਉਂ ਕਰਨੀ ਹੈ। ਜੇ ਤਾਂ ਅਸੀਂ ਟੋਲਰੈਂਟ ਹੋ ਕੇ ਉਹਨਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹਾਂ, ਫਿਰ ਤਾਂ ਉਹ ਗੱਲ ਸੁਣ ਲੈਂਦੇ ਨੇ, ਉਹਨਾਂ ਨੂੰ ਆਨਸਰ ਜੇ ਸੈਟਿਸਫਾਈ ਕਰ ਪਾਉਂਦੇ ਹਾਂ ਤਾਂ ਉਹ ਗੱਲ ਸੁਣ ਲੈਂਦੇ ਨੇ, ਨਹੀਂ ਤਾਂ ਨਹੀਂ। ਤੁਸੀਂ ਆਪਣੇ ਵਿਚਾਰ ਦੇ ਚੁੱਕੇ ਹੋ। ਆਂਟੀ ਤੁਸੀਂ ਦੱਸੋ ਕਿ ਕੀ ਸਾਨੂੰ ਬੱਚਿਆਂ ਨੂੰ ਅਜੇ ਵੀ ਦਬਕਾ ਮਾਰਨਾ ਚਾਹੀਦਾ ਹੈ ਕਿ ਸਾਡੀ ਗੱਲ ਹੁਣੇ ਸੁਣੋ? ਮੇਰਾ ਨਾਮ ਬਲਜੀਤ ਕੌਰ ਹੈ, ਅਤੇ ਮੈਂ ਇਹ ਕਹਾਂਗੀ ਕਿ ਬੱਚਿਆਂ ਨੂੰ ਜ਼ੋਰ ਨਾਲ, ਧੱਕੇ ਨਾਲ ਨਹੀਂ ਕਹਿਣਾ ਚਾਹੀਦਾ ਹੈ, ਆਪਣੇ ਪਿਆਰ ਨਾਲ ਕਹਿਣਾ ਚਾਹੀਦਾ ਹੈ, ਅਤੇ ਹਮੇਸ਼ਾ ਉਹ ਆਪਣੀ ਗੱਲ ਸੁਣਨਗੇ। ਇਸ ਤਰ੍ਹਾਂ ਮੈਨੂੰ ਪਤਾ ਹੈ ਕਿ ਮੇਰੇ ਬੱਚੇ ਨਾ, ਅਸੀਂ ਜਿੱਥੇ ਰਹਿੰਦੇ ਸੀ ਉਹ ਸਾਰਾ ਟਾਊਨ ਹੀ ਨਾ ਸਾਰਾ ਇੰਗਲਿਸ਼ ਲੋਕ ਹੀ ਰਹਿੰਦੇ ਸੀ। ਅਸੀਂ ਇੱਕ ਫੈਮਿਲੀ ਸੀ ਜਿਹੜੇ ਅਸੀਂ ਸਰਦਾਰ ਸੀ, ਅਤੇ ਮੇਰੇ ਬੱਚੇ ਕਹਿੰਦੇ ਹੁੰਦੇ ਸੀ, ਅਸੀਂ ਰਸਤੇ ਜਾਂਦੇ ਦੇਖਦੇ ਹੁੰਦੇ ਹਾਂ, ਕਿਉਂਕਿ ਉੱਥੇ ਸ਼ੋਰਟਕੱਟ ਹੁੰਦਾ ਸੀ, ਅਤੇ ਉਹ ਕਹਿੰਦੇ ਕਈ ਜਾਂਦੇ ਹੁੰਦੇ ਸੀ, ਸਰਦਾਰ ਸਾਨੂੰ ਹੱਥ ਕਰਦੇ ਸੀ, ਅਸੀਂ ਵੀ ਹੱਥ ਕਰ ਦਿੰਦੇ ਹੁੰਦੇ ਸੀ, ਕਿਉਂਕਿ ਉਹਨਾਂ ਨੇ ਵਾਲ ਰੱਖੇ ਹੋਏ ਦੋਨਾਂ ਨੇ। ਅਤੇ ਇਸ ਤਰ੍ਹਾਂ ਹੁਣ ਉਹਨਾਂ ਦੇ ਬੱਚੇ ਨੇ, ਪਰ ਉਹ ਮੇਰੀ ਨੂੰਹ ਜਿਹੜੀ ਹੈਗੀ ਹੈ ਨਾ, ਉਹ ਗੋਰੀ ਹੈ। ਇਹ ਮੇਰਾ ਛੋਟਾ ਬੱਚਾ ਹੈ, ਉਹਦੀ ਵਹੁਟੀ, ਅਤੇ ਪਰ ਉਹਦੇ 2 ਬੱਚੇ ਨੇ, ਪਰ ਸਾਨੂੰ ਬਹੁਤ ਪਿਆਰ ਕਰਦੇ ਨੇ। ਉਹ ਜਦੋਂ ਵੀ ਇੱਥੇ ਆਉਂਦੇ ਨੇ ਨਾ ਬੜੇ ਖੁਸ਼ ਹੁੰਦੇ ਨੇ। ਸੋ ਜੇ ਪਿਆਰ ਕਰੋ ਤੇ ਸਾਰੇ ਪਿਆਰ ਕਰਦੇ ਨੇ। ਸੋ ਵੈਰੀ ਗੁੱਡ, ਬਹੁਤ ਵਧੀਆ ਤੁਹਾਡਾ ਐਕਸਪੀਰੀਅੰਸ। ਬੱਚੇ ਜਦ ਕੋਈ ਸਵਾਲ ਕਰਨ ਤੇ ਬੱਚੇ ਜਦ ਪੈਰੈਂਟਸ ਨੂੰ ਸਵਾਲ ਕਰਨ ਤੇ ਪੈਰੈਂਟਸ ਨੂੰ ਉਹਨਾਂ ਦੇ ਸਵਾਲਾਂ ਦਾ ਜਵਾਬ ਦੇਣਾ ਚਾਹੀਦਾ। ਬੱਚੇ ਕਈ ਚੀਜ਼ਾਂ ਆਪਣੇ ਪੈਰੈਂਟਸ ਨੂੰ ਪੁੱਛਦੇ ਨੇ, ਜਿਸ ਤਰ੍ਹਾਂ ਪੁੱਛਦੇ ਨੇ ਕਿ ਮੰਮੀ ਮੈਂ ਗੁਰਦੁਆਰੇ ਕਿਉਂ ਜਾਵਾਂ, ਜਾਂ ਮੈਂ ਪਾਠ ਕਿਉਂ ਕਰਾਂ। ਅਤੇ ਪੈਰੈਂਟਸ ਕਿਸ ਤਰ੍ਹਾਂ ਉਹਨਾਂ ਦੇ, ਕਈ ਵਾਰੀ ਪੈਰੈਂਟਸ ਵੀ ਥੱਕ ਜਾਂਦੇ ਹੋਣਗੇ ਕਿ ਇੰਨੇ ਸਵਾਲ ਪੁੱਛਦੇ ਨੇ, ਅਸੀਂ ਤਾਂ ਕਦੇ ਸਵਾਲ ਨਹੀਂ ਸੀ ਪੁੱਛੇ, ਇਹ ਬੱਚੇ ਕਿਉਂ ਪੁੱਛਦੇ ਆ। ਸੋ ਅਸੀਂ ਕਿਵੇਂ ਬੱਚਿਆਂ ਨੂੰ ਟਰੀਟ ਕਰੀਏ? ਬੱਚਿਆਂ ਨੂੰ ਜਸਟ ਲਾਈਕ ਫਰੈਂਡਸ ਹੀ ਟਰੀਟ ਕਰਨਾ ਪਏਗਾ, ਅਦਰਵਾਈਜ਼ ਉਹ ਤੁਹਾਡੇ ਤੋਂ ਦੂਰ ਚਲੇ ਜਾਣਗੇ। ਹਰ ਚੀਜ਼ ਐਕਸਪਲੇਨ ਕਰੋ ਵੀ ਗੁਰਦੁਆਰੇ ਕਿਉਂ ਜਾਣਾ ਚਾਹੀਦਾ, ਅਤੇ ਪਾਠ ਕਿਉਂ ਕਰਨਾ ਚਾਹੀਦਾ, ਨਿਤਨੇਮ ਕਿਉਂ ਕਰਨਾ ਚਾਹੀਦਾ। ਆਈ ਥਿੰਕ ਦੈਟਸ ਵੈਰੀ ਇੰਪੋਰਟੈਂਟ।
ਪਰ ਜੇ ਅਸੀਂ ਆਪ ਕਰਦੇ ਹੋਵਾਂਗੇ ਤਾਂ ਹੀ ਬੱਚਿਆਂ ਨੂੰ ਕਹਿ ਪਾਵਾਂਗੇ। ਨੈਚੁਰਲੀ ਇਹ ਤੇ ਗੱਲ ਹੈਗੀ ਹੈ, ਪਰ ਮੈਨੂੰ ਲੱਗਦਾ ਅਸੀਂ ਕਰ ਜ਼ਿਆਦਾ ਨਹੀਂ ਸੀ, ਥੋੜਾ ਬਹੁਤਾ ਤੇ ਨਿਤਨੇਮ ਕਰਨੀ ਆ ਤੇ ਬੱਚੇ ਦੇਖਦੇ ਹੀ ਨੇ ਤੇ ਐਜ਼ ਵੀ ਗਰੋ 올ਡਰ ਹੋਰ ਜ਼ਿਆਦਾ ਅਸੀਂ ਰੂਟੀਨ ਚ ਆ ਰਹੇ ਹਾਂ ਨਹੀਂ, ਤੇ ਇਸ ਕਰਕੇ ਬੱਚਿਆਂ ਨੂੰ ਪਤਾ ਲੱਗਦਾ ਹੀ ਪਿਆ ਅਸੀਂ ਪਾਠ ਕਰਨੇ ਆ। ਬਿਲਕੁਲ, ਬੱਚਿਆਂ ਨੂੰ ਤੇ ਐਗਜ਼ਾਮਪਲ ਨਾਲ ਲੀਡ ਕਰਨਾ ਜ਼ਿਆਦਾ ਸੌਖਾ ਹੈ ਉਹਨਾਂ ਨੂੰ ਦੱਸਣ ਨਾਲੋਂ। ਤੇ ਗ੍ਰੈਂਡ ਪੈਰੈਂਟਸ ਜਿਹੜੇ ਨੇ ਉਹਨਾਂ ਦਾ ਹੋਰ ਕੀ ਰੋਲ ਹੈ ਬੱਚਿਆਂ ਨੂੰ ਸ਼ੇਪ ਅਪ ਕਰਨ ਵਿੱਚ, ਤੇ ਪੈਰੈਂਟਸ ਦਾ ਕੀ ਤੁਸੀਂ ਸੋਚੋ ਕਿ ਗ੍ਰੈਂਡ ਪੈਰੈਂਟਸ ਦੀ ਕਿੱਥੇ ਜ਼ਿੰਮੇਵਾਰੀ ਖਤਮ ਹੁੰਦੀ ਹੈ ਤੇ ਪੈਰੈਂਟਸ ਦੀ ਕਿੱਥੇ ਜ਼ਿੰਮੇਵਾਰੀ ਸ਼ੁਰੂ ਹੁੰਦੀ ਹੈ? ਮੇਰਾ ਨਾਂ ਆਦਰਸ਼ਪਾਲ ਮਹਿੰਗੀ ਹੈਗਾ। ਮੈਂ ਸਿਰਫ ਇਹੀ ਕਹਾਂਗੀ ਕਿ ਜਿੰਨਾ ਜ਼ਿਆਦਾ ਤੋਂ ਜ਼ਿਆਦਾ ਤੇ ਅਸੀਂ ਟਾਈਮ ਜਿਹੜਾ ਬੱਚਿਆਂ ਨਾਲ ਡਿਵੋਟ ਕਰੋ, ਉਹਨਾਂ ਨੂੰ ਆਪਣੇ ਰਿਲੀਜਨ ਬਾਰੇ ਦੱਸੋ, ਫਿਰ ਉਹਨਾਂ ਦੇ ਛੋੜ ਦਿਓ ਕਿ ਉਹ ਉਹਨੂੰ ਕਿਸ ਤਰ੍ਹਾਂ ਲੈਂਦੇ ਨੇ। ਬਾਕੀ ਤੁਸੀਂ ਮਾਂ ਪਿਓ ਦੀ ਕੋਸ਼ਿਸ਼ ਇਹੀ ਹੋਣੀ ਚਾਹੀਦੀ ਹੈ, ਇਹ ਨਹੀਂ ਕਿ ਹਰ ਵੇਲੇ ਅਸੀਂ ਕਹੀਏ ਅਸੀਂ ਆਪਣਾ ਸੋਸ਼ਲ 'ਤੇ ਜਾ ਰਹੇ ਹਾਂ ਜਾਂ ਅਸੀਂ ਸਾਡੀ ਆਪਣੀ ਰੂਟੀਨ ਨਹੀਂ ਹੈਗੀ ਪਾਠ ਕਰਨ ਦੀ, ਤੇ ਅਸੀਂ ਬੱਚਿਆਂ ਨੂੰ ਕੀ ਕਵਾਂਗੇ। ਬਾਕੀ ਇਹ ਵੇ ਕਿ ਬੱਚੇ ਹੁਣ ਮੇਰੇ ਗਰੋਨ ਅਪ ਨੇ, ਦੇ ਆਰ ਬੋਥ ਮੈਰਿਡ, ਪਰ ਉਹਨਾਂ ਦੇ ਵਿੱਚ ਇਹ ਕਿ ਵੀ ਉਹਨਾਂ ਨੂੰ ਇੰਨਾ ਪਤਾ ਕਿ ਸਵੇਰੇ ਸ਼ਾਵਰ ਲੈਣਾ, ਅਸੀਂ ਪਹਿਲੀ ਪੌੜੀ ਦਾ ਪਾਠ ਜ਼ਰੂਰ ਕਰਨਾ। ਅਤੇ ਬਾਕੀ ਇੰਨਾ ਹੀ ਤੁਸੀਂ ਕਰ ਸਕਦੇ ਹੋ ਕਿ ਬੱਚੇ ਦੇ ਨਾਲ ਜੋ ਵੀ ਗੱਲ ਕਰੋ ਬੜੇ ਪਿਆਰ ਨਾਲ ਕਰੋ, ਉਹਨਾਂ ਨੂੰ ਸਮਝਾਓ। ਜੇ ਤੁਸੀਂ ਉਹਦਾ ਆਨਸਰ ਨਹੀਂ ਦੇ ਸਕਦੇ ਉਹਨਾਂ ਨੂੰ ਕਹਿ ਸਕਦੇ ਹੋ। ਹੁਣ ਪੈਰੀ ਪਾਉਣਾ ਤੋਂ ਹੀ ਮੈਂ ਕਹਿੰਦੀ ਹਾਂ ਬੱਚਿਆਂ ਨੂੰ ਮੈਂ ਸਿਖਾਇਆ ਕਿ ਤੁਸੀਂ ਪੈਰੀ ਪਾਉਣਾ ਕਰਨਾ। ਮੈਂ ਆਪਣੇ ਬੇਟੇ ਨੂੰ, ਉਹ ਕਹਿੰਦਾ ਇਹਦਾ ਕੀ ਜ਼ਰੂਰਤ ਕੀ ਹੈਗੀ ਹੈ। ਉਹਨੂੰ ਮੈਂ ਕਿਹਾ ਤੈਨੂੰ ਬਲੈਸਿੰਗਸ ਮਿਲਣਗੀਆਂ ਵੱਡਿਆਂ ਕੋਲੋਂ, ਐਂਡ ਹੀ ਇਜ਼ ਡੂਇੰਗ ਇਟ। ਸੋ ਇਹ ਚੀਜ਼ ਹੈਗੀ ਹੈ ਕਿ ਤੁਹਾਡੇ ਆਪਣੇ 'ਤੇ ਬੜਾ ਡਿਪੈਂਡ ਕਰਦਾ ਤੁਸੀਂ ਬੱਚਿਆਂ ਦੇ ਨਾਲ ਟਰੀਟਮੈਂਟ ਕਿੰਝ ਕਰਦੇ ਹੋ। ਜੇ ਤੇ ਅਗਰ ਉਹਨਾਂ ਨੂੰ ਟਰੀਟ ਅੱਛਾ ਕਰਦੇ ਹੋ ਤੇ ਬੱਚੇ ਤੁਹਾਡੀ ਗੱਲ ਸੁਣਨ ਨੂੰ ਤਿਆਰ ਹੋਣਗੇ। ਬਸ ਮੈਂ ਤਾਂ ਇਹੀ ਕਹਾਂਗੀ ਜੀ। ਬਹੁਤ ਧੰਨਵਾਦ। ਕਈ ਵਾਰੀ ਇਹ ਵੀ ਦੇਖਿਆ ਗਿਆ ਹੈ ਕਿ ਬੱਚੇ ਜਿਹੜੇ ਨੇ ਆਪਣੀ ਮੰਮੀ ਨਾਲ ਤੇ ਬੜੇ ਆਰਾਮ ਨਾਲ ਗੱਲ ਕਰ ਲੈਂਦੇ ਨੇ, ਤੇ ਜਦ ਵੈਨ ਇਟ ਕਮਸ ਟੂ ਡੈਡਸ ਆਰ ਸੱਚ ਅਥੋਰੀਟੇਰੀਅਨ ਫਿਗਰਸ ਇਨ ਆਰ ਫੈਮਿਲੀ ਕਿ ਡੈਡ ਨੇ ਜੋ ਕਹਿ ਦਿੱਤਾ ਉਹ ਤੇ ਜਾਂ ਤਾਂ ਇਨ ਬਿਨ ਪੂਰਾ ਹੋਏਗਾ ਜਾਂ ਫਿਰ ਬੱਚੇ ਡੈਡ ਨਾਲ ਗੱਲ ਨਹੀਂ ਕਰਦੇ। ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਇਹ ਸਹੀ ਹੈ ਕਿ ਨਹੀਂ ਗੱਲ? ਨਹੀਂ, ਸਹੀ ਹੈ ਸਾਰੀ ਗੱਲ। ਤਾਂ ਗੱਲ ਇਹ ਹੈ ਵੀ ਜਿਵੇਂ ਜਿੰਨਾ ਬੱਚਿਆਂ ਨੂੰ ਪਿਆਰ ਨਾਲ ਤਾਂ ਜਿੱਤ ਸਕਦੇ ਹਾਂ ਅਤੇ ਰੋਹਬ ਨਾਲ ਨਹੀਂ ਜਿੱਤ ਸਕਦੇ। ਜਿੱਦਾਂ ਬੱਚੇ ਕਹਿਣ ਉਹਨਾਂ ਦੀ ਗੱਲ 'ਚ ਗੱਲ ਮਿਲਾਓ। ਜਿੱਦਾਂ ਕਹਿੰਦੇ ਆ, ਜੇ ਹੁਣ ਸਵੇਰੇ ਜਿਵੇਂ ਜਾਂਦੇ ਬੱਚੇ ਸਕੂਲ ਬੁਲਾ ਕੇ ਜਾਂਦੇ, ਉਹਨਾਂ ਨੂੰ ਸੀਸੀ ਮਿਲਦੀ ਹੈ, ਫਿਰ ਇਹ ਵੀ ਉਹਨਾਂ ਨੂੰ ਪਤਾ ਵੀ ਜੇ ਕੁਛ ਸਾਡਾ ਗਲਤ ਨਹੀਂ ਹੋਊ ਸਾਡਾ ਠੀਕ ਹੋਊਗਾ। ਇੰਨਾ ਹੀ ਕਹਿਣਾ ਚਾਹੀਦਾ। ਕਈ ਵਾਰੀ ਇਹ ਵੀ ਦੇਖਿਆ, ਜਿੱਦਾਂ ਮੈਂ ਪੁੱਛ ਰਹੀ ਸੀ ਇਹਨਾਂ ਨੇ ਉਸ ਗੱਲ ਦਾ ਤਾਂ ਨਹੀਂ ਜਵਾਬ ਦਿੱਤਾ ਕਿ ਕੀ ਫਾਦਰ ਫਿਗਰਸ ਜਿਹੜੀਆਂ ਨੇ ਉਹ ਹਜੇ ਵੀ ਬੱਚਿਆਂ ਦੇ ਮਨ ਵਿੱਚ ਡਰ ਦਾ ਇੱਕ ਇੰਪ੍ਰੈਸ਼ਨ ਰੱਖਦੇ ਨੇ। ਡੂ ਸਟਿਲ ਕਿਡਸ ਫੇਅਰ ਫਰਮ ਦ ਡੈਡਸ? ਹਾਂਜੀ, ਮੇਰਾ ਨਾਮ ਗੁਰਮੀਤ ਹੈ ਅਤੇ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਵੀ ਅਸੀਂ ਤਾਂ ਆਪਣੇ ਫਾਦਰ ਉਹਨਾਂ ਕੋਲ ਬਹੁਤ ਡਰਦੇ ਸੀਗੇ, ਹੈ ਨਾ। ਸਵੇਰੇ ਉੱਠ ਕੇ ਪਹਿਲਾਂ ਉਹਨਾਂ ਨੇ ਕਹਿਣਾ ਪਾਠ ਕਰੋ, ਨਹਾਓ, ਨਹਾ ਕੇ ਪਾਠ ਕਰੋ, ਫਿਰ ਤੁਹਾਨੂੰ ਖਾਣ ਲਈ ਮਿਲਣਾ। ਸਾਡੀਆਂ ਤਾਂ ਆਦਤਾਂ ਉਹੀ ਬਣੀਆਂ ਹੋਈਆਂ। ਹੁਣ ਤੱਕ ਅਸੀਂ ਸਾਰੀਆਂ ਭੈਣਾਂ, ਮੇਰੀਆਂ ਸਿਸਟਰ ਇੱਥੇ ਵੀ ਨੇ ਬੈਠੀਆਂ, ਕੀਰਤਨ ਕਰਦੀਆਂ ਨੇ, ਗੁਰਦੁਆਰੇ ਜਾਂਦੀਆਂ ਨੇ, ਇੱਧਰਲੇ ਪਾਸੇ ਲੱਗੇ ਹੋਏ ਆ। ਪਰ ਬੱਚੇ ਥੋੜ੍ਹੇ ਜਿਹੇ ਘੱਟ ਹੈ ਕਿਉਂਕਿ ਉਹਨਾਂ ਦੀ ਲਾਈਫ ਵੀ ਥੋੜ੍ਹੀ ਜਿਹੀ ਬਿਜ਼ੀ ਹੈ। ਅਤੇ ਮਤਲਬ ਤੁਸੀਂ ਉਹਨਾਂ ਨੂੰ ਸ਼ਾਇਦ ਉਹਨਾਂ ਨੇ ਡਾਂਟਿਆ ਜਿੰਨੇ ਤੁਹਾਨੂੰ ਡਾਂਟ ਪੈਂਦੀ? ਉਹਨਾਂ ਤੋਂ ਡਾਂਟ ਪਈ ਸਾਡੀ ਹੁਣ ਤੱਕ ਨਹੀਂ ਭੁੱਲਦੀ ਸਾਨੂੰ। ਪਰ ਜਿਹੜੇ ਬੱਚੇ ਆ ਉਹ ਉਹਨਾਂ ਨੂੰ ਕਹੀਦਾ ਬਥੇਰਾ, ਪਰ ਉਹਨਾਂ ਦੀ ਮਰਜ਼ੀ ਹੈ ਨਾ, ਥੋੜ੍ਹਾ ਬਹੁਤਾ ਤਾਂ ਕਰਦੇ ਆ ਪਰ ਇੰਨਾ ਹੀ ਨਹੀਂ। ਉਹ ਮੈਨੂੰ ਕਈ ਵਾਰੀ ਕਹਿ ਦੇਣਗੇ ਤੁਸੀਂ ਸਾਰਾ ਦਿਨ ਮਾਮਾ ਆਲ ਡੇ ਪਾਠ ਬੈਠੇ ਕਰੀ ਜਾਂਦੇ ਆ, ਹੈ ਨਾ। ਇਹ ਗੱਲ ਹੋ ਜਾਂਦੀ ਹੈ। ਸੋ ਬਹੁਤ ਧੰਨਵਾਦ ਹੈ। ਗੱਲ ਤਾਂ ਠੀਕ ਹੈ ਕਿ ਫਾਦਰ ਫਿਗਰ ਨੇ ਹੁਣ ਇਹਨਾਂ ਦੀ ਗੱਲ ਤੋਂ ਇਹ ਵੀ ਪਤਾ ਲੱਗਿਆ ਕਿ ਅਸੀਂ ਭਾਵੇਂ ਜੋ ਵੀ ਕਰਦੇ ਰਹੇ ਹਾਂ ਸ਼ਾਇਦ ਡਰ ਦੇ ਮਾਰੇ ਕਰਦੇ ਰਹੇ ਹਾਂ, ਅੰਡਰਸਟੈਂਡਿੰਗ ਨਾਲ ਕਰਦੇ ਰਹੇ ਹਾਂ ਕਿ ਨਹੀਂ ਪਤਾ ਨਹੀਂ। ਇਹ ਡਰ ਕਿਸ ਤਰ੍ਹਾਂ ਰਿਲੇਸ਼ਨਸ਼ਿਪਸ ਨੂੰ ਇਫੈਕਟ ਕਰਦਾ। ਅਤੇ ਅੱਜ ਕੱਲ੍ਹ ਦੇ ਬੱਚੇ ਤਾਂ ਮੈਨੂੰ ਲੱਗਦਾ ਨਹੀਂ ਹੈ ਕਿ ਪੈਰੈਂਟਸ ਨਾਲ ਸੇਮ ਲੈਵਲ ਦਾ ਡਰ ਜਾਂ ਝਿਜਕ ਰੱਖਦੇ ਨੇ। ਹਾਂਜੀ, ਮੈਨੂੰ ਲੱਗਦਾ ਕਿ ਤੁਸੀਂ ਪੁੱਛਿਆ ਸੀ ਕਿ ਬਾਪ ਦਾ ਕਹਿਣਾ ਜ਼ਿਆਦਾ ਮੰਨਦੇ ਬੱਚੇ ਅਤੇ ਮਾਂ ਦਾ ਘੱਟ ਮੰਨਦੇ ਆ। ਉਹਦੇ 'ਤੇ ਮੈਨੂੰ ਇਹੀ ਲੱਗਦਾ ਕਿ ਜਦੋਂ ਮਾਂ ਬੱਚੇ ਦੇ ਨਾਲ ਜ਼ਿਆਦਾ ਟਾਈਮ ਰਹਿੰਦੀ ਹੈ, ਉਹ ਕਈ ਵਾਰੀ ਉਹ ਗੱਲਾਂ ਸਾਰੀ ਦਿਹਾੜੀ ਬਿਨਾਂ ਕਹਿੰਦੀ ਰਹਿੰਦੀ। ਕਈ ਵਾਰੀ ਉਹੀ ਬੱਚਾ ਮਾਂ ਦੀ ਅੱਖ ਵੱਲ ਦੇਖ ਲੈਂਦਾ ਕਿ ਇਹ ਮੈਨੂੰ ਸੱਚੀ ਕਹਿੰਦੀ ਹੈ ਕਿ ਐਵੇਂ ਹੀ ਕਹਿੰਦੀ ਹੈ। ਅਤੇ ਪਿਓ ਜਿਹੜਾ ਉਹ ਆਮ ਤੌਰ 'ਤੇ ਅੱਗੇ ਪਹਿਲਾਂ ਇੱਦਾਂ ਹੁੰਦਾ ਸੀ ਕਿ ਉਹ ਲੇਟ ਜਾਂ ਕਦੀ ਸ਼ਾਮ ਨੂੰ ਆਉਣਾ, ਅਤੇ ਉਹ ਫਿਰ ਉਹਨੇ ਕਹਿਣਾ ਤੇਰੇ ਬਾਪ ਨੂੰ ਦੱਸੂਗੀ ਜਦੋਂ, ਤੇਰੇ ਪਿਓ ਨੂੰ ਦੱਸਾਂਗੀ ਜਦੋਂ ਤੂੰ ਨਹੀਂ ਕਹਿਣਾ ਮੰਨਦਾ। ਉਹਨੇ ਫਿਰ ਇੱਕੋ ਵਾਰੀ ਕਹਿਣਾ ਹੁੰਦਾ ਸੀ। ਬੱਚਾ ਨੂੰ ਆਦਤ ਪੈ ਜਾਂਦੀ ਸੀ ਕਿ ਹੁਣ ਇਹਨੇ ਕਿਹਾ ਅਤੇ ਮੈਨੂੰ ਕਰਨਾ ਹੀ ਪੈਣਾ। ਸੋ ਬਸ ਇਹ ਮੇਰੇ ਖਿਆਲ 'ਚ ਰੀਜ਼ਨ ਆ ਕਿ ਬੱਚੇ ਮਾਵਾਂ ਦੇ ਆਖੇ ਘੱਟ ਲੱਗਦੇ ਆ ਕਿਉਂਕਿ ਉਹਨਾਂ ਉਹਦੇ ਵਿੱਚ ਪਿਆਰ ਥੋੜ੍ਹਾ ਜਿਹਾ ਜ਼ਿਆਦਾ ਆ ਜਾਂਦਾ। ਥੈਂਕ ਯੂ ਜੀ। ਅਤੇ ਫਾਦਰ ਦੀ ਗੱਲ ਇੱਕ ਵਾਰੀ ਬੱਚੇ ਸੁਣ ਲੈਂਦੇ ਨੇ ਅਤੇ ਮੰਮੀ ਦੀ ਗੱਲ ਸੁਣਨ ਲੱਗਿਆ ਟਾਈਮ ਲਾਉਂਦੇ ਨੇ।
ਡੂ ਯੂ ਥਿੰਕ ਇਟਸ ਮੋਰ ਆਫ ਅ ਫੀਅਰ ਫੈਕਟਰ? ਦੇਖੋ ਜੀ, ਜਿਹੜਾ ਤੁਸੀਂ ਡੈਡ ਦਾ ਕਹਿੰਦੇ ਹੈਗੇ ਹੋ ਨਾ, ਵੀ ਡੈਡ ਦਾ ਡਰ ਹੁੰਦਾ ਸੀ ਸਾਨੂੰ, ਜਾਂ ਡੈਡ ਨੂੰ ਵੀ ਅੱਜ ਕੱਲ੍ਹ ਵੀ ਕੀ ਉਹਨੂੰ ਬੱਚਿਆਂ ਦੇ ਨਾਲ, ਜਿਹੜੇ ਡੈਡ ਦਾ ਇੰਨਾ ਡਰ ਨਹੀਂ ਹੋਣਾ ਚਾਹੀਦਾ, ਬੱਚਿਆਂ ਦੇ ਨਾਲ ਡੈਡ ਫਰੈਂਡਲੀ ਹੋਣਾ ਚਾਹੀਦਾ। ਅੱਜ ਕੱਲ੍ਹ ਉਹ ਗੱਲਾਂ ਨਹੀਂ ਚੱਲਣੀਆਂ ਕਿ ਤੁਸੀਂ ਡੈਡ ਰੋਬ ਦੇ ਨਾਲ ਹੀ ਕਵੇ ਵੀ ਮੈਂ ਡੈਡ ਹਾਂ, ਇਹ ਚੀਜ਼ ਇੰਪਲੀਮੈਂਟ ਕਰਨੀਆਂ ਨੇ, ਕਰਨੀਆਂ ਹੀ ਨਹੀਂ, ਦੈਟਸ ਰੋਂਗ। ਬੱਚੇ ਨੂੰ ਜੋ ਕੁਛ ਤੁਸੀਂ ਦੱਸ ਰਹੇ ਹੋ ਉਹਨੇ ਐਕਸਪਲੇਨੇਸ਼ਨ ਲੈਣੀ ਹੈ। ਜਿੰਨਾ ਚਿਰ ਉਹਦੀ ਸੈਟਿਸਫੈਕਸ਼ਨ ਨਹੀਂ ਹੋਊਗੀ ਉਹ ਉਹਨੂੰ ਫੋਲੋ ਨਹੀਂ ਕਰੂਗਾ। ਉਹਦੇ ਸਾਰੇ ਕੌਜ਼ ਦੱਸਣੇ ਪੈਣੇ ਆ ਵੀ ਤੈਨੂੰ ਆਹ ਚੀਜ਼ ਦੱਸ ਰਹੇ ਆ ਨਾ, ਇਹ ਕਿਸ ਕਰਕੇ ਹੈਗੇ ਆ। ਜਿਹੜੇ ਸਾਡੇ ਟਾਈਮ ਦੇ ਵਿੱਚ ਸਾਨੂੰ ਆਪਣੇ ਫਾਦਰਸ ਦੇ ਉਹਨਾਂ ਦੇ ਰਿਸਪੈਕਟ ਜਾਂ ਉਹਨਾਂ ਦੀ ਐਡਵਾਈਸ ਸੀਗੀ, ਉਹ ਸਾਡੇ ਵਾਸਤੇ ਬਹੁਤ ਗੁੱਡ ਹੋਈ ਹੈਗੀ ਆ। ਉਹ ਵੈਲਿਊਜ਼ ਨੇ ਸਾਡੇ ਲਾਈਫ ਨੂੰ, ਸਾਡੇ ਕਰੈਕਟਰ ਨੂੰ ਸ਼ੇਪ ਦੇਣ ਵਾਸਤੇ ਬਹੁਤ ਹੈਲਪ ਕੀਤੀ ਆ। ਉਸ ਕਰਕੇ ਅਸੀਂ ਆਪਣੀ ਬੜੀ ਗੁੱਡ ਵੈਲਿਊਜ਼ ਦੇ ਨਾਲ ਆਪਣੇ ਆਪ ਨੂੰ ਦਿਸ ਵਰਲਡ ਦੇ ਵਿੱਚ ਸਕਸੈਸਫੁਲ ਕੀਤਾ। ਅਸੀਂ ਜਦੋਂ ਕਹਿੰਦੇ ਜਨਰੇਸ਼ਨ ਗੈਪ ਜਿਹੜਾ ਇੱਕ ਤਰ੍ਹਾਂ ਦਾ ਨਹੀਂ ਗਾ, ਸਾਡਾ ਰਿਲੀਜਨ ਗੈਪ, ਸਾਡੇ ਫੂਡ ਦਾ, ਸਾਡੀ ਐਜੂਕੇਸ਼ਨ ਦਾ, ਸੋ ਮਚ। ਸਾਡੇ ਜਿਹੜੇ ਗ੍ਰੈਂਡ ਪੇਰੈਂਟਸ ਸੀਗੇ ਉਹਨਾਂ ਦੇ ਨਾਲ ਜਿਹੜਾ ਗੈਪ ਤਾਂ ਚੱਲਦਾ ਹੀ ਆਇਆ ਵਾ। ਪਹਿਲਾਂ ਜਿਹੜਾ ਸੀ ਸਾਡੇ ਗ੍ਰੈਂਡ ਪੇਰੈਂਟਸ ਸੀਗੇ ਉਹਨਾਂ ਦੇ ਨਾਲ ਜਿਹੜਾ ਗੈਪ ਸੀ ਸਾਡਾ, ਉਹ ਉਹਨਾਂ ਨਹੀਂ ਸੀ ਸੀਰੀਅਸ ਜਿੰਨਾ ਕਿ ਹੁਣ ਸੀਰੀਅਸ ਆ। ਵੈਸਟਰਨ ਅਤੇ ਈਸਟਰਨ ਸੋਸਾਇਟੀ ਦਾ ਜਿਹੜਾ ਗੈਪ ਆ, ਦੈਟ ਇਜ਼ ਵੈਰੀ ਵੈਰੀ, ਸਮ ਟਾਈਮ ਤਾਂ ਬਹੁਤ ਸਾਰੇ ਪੇਰੈਂਟਸ ਨੇ ਆਪਣੇ ਬੱਚਿਆਂ ਨੂੰ ਟਾਈਮ ਦੇ ਲਿਆ, ਚਾਹੇ ਕੁਛ ਕਹਿ ਲਓ, ਗੋਡਸ ਵੈਲਿਊ ਕਿਵੇਂ ਉਹਨਾਂ ਕੋਲ ਕਰਕੇ ਉਹਨਾਂ ਨੇ ਆਪਣੇ ਬੱਚਿਆਂ ਨੂੰ ਸਾਂਭ ਲਿਆ ਦਿਸ ਵੈਸਟਰਨ ਸੋਸਾਇਟੀ 'ਚ ਵੀ। ਪਰ ਅਨਫੋਰਚੂਨੇਟਲੀ ਸਾਰੇ ਨਹੀਂ ਕਰ ਸਕੇ। ਸਾਡੀ ਜਨਰੇਸ਼ਨ ਨੂੰ ਖਾਸ ਕਰਕੇ ਬਹੁਤ ਵਰਕ ਕਰਨਾ ਪਿਆ। ਉਹਨਾਂ ਨੂੰ ਘਰ ਵੀ ਬਣਾਉਣੇ ਪਏ, ਉਹਨਾਂ ਨੇ ਬਿਜ਼ਨਸ ਨਹੀਂ ਕਰਨੇ ਪਏ, ਉਹ ਚਾਹੁੰਦੇ ਹੋਏ ਵੀ ਆਪਣੇ ਬੱਚਿਆਂ ਨੂੰ ਟਾਈਮ ਨਹੀਂ ਦੇ ਸਕੇ। ਹੁਣ ਅਸੀਂ ਆਪਣੇ ਗ੍ਰੈਂਡ ਪੇਰੈਂਟਸ ਨੂੰ ਵੀ ਟਾਈਮ ਬੱਚਿਆਂ ਨੂੰ ਵੀ ਦੇ ਸਕਦੇ ਹਾਂ, ਅਤੇ ਆਪਣੇ ਜਿਹੜੇ ਬੱਚੇ ਉਹਨਾਂ ਨੇ ਤਾਂ ਹੁਣ ਜਿਵੇਂ ਕਹਿੰਦੇ ਅੱਗੇ ਫਰਦਰ ਜਾ ਸਕਦੇ ਆ। ਅਤੇ ਇਸ ਕਰਕੇ ਮੇਰਾ ਕਹਿਣ ਤੋਂ ਇਹੀ ਹੈਗਾ ਬਈ ਆਪਾਂ ਨੂੰ ਹੁਣ ਇਹ ਗੈਪ ਨੂੰ ਕੱਢਣ ਵਾਸਤੇ ਸਾਨੂੰ ਉਹਨਾਂ ਨੂੰ ਬਹੁਤ ਲਿਸਨ ਕਰਨਾ ਪੈਣਾ। ਉਹਨਾਂ ਨੂੰ ਹਰ ਰੀਜ਼ਨ ਜਿਹੜੀ ਕੁਛ ਅਸੀਂ ਕਹਿੰਦੇ ਆ ਉਹਦੀ ਐਕਸਪਲੇਨੇਸ਼ਨ ਦੇਣੀ ਪੈਣੀ ਆ। ਇਹਦੇ ਵਿੱਚ ਅਸੀਂ ਇਹ ਨਹੀਂ ਕਹਿ ਸਕਦੇ ਕਿ ਅਸੀਂ ਵੱਡੇ ਹੈਗੇ ਆ, ਤੁਸੀਂ ਸਾਨੂੰ ਮੰਨਣਾ ਹੀ ਆ। ਨਹੀਂ, ਟਾਈਮ ਇਜ਼ ਗੋਨ, ਇਹ ਚੀਜ਼ਾਂ ਨਹੀਂ ਹੁਣ ਕਰ ਸਕਦੇ। ਓਕੇ ਜੀ, ਬਹੁਤ ਧੰਨਵਾਦ ਹੈ। ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਆਪਣੇ ਰਿਲੇਸ਼ਨਸ਼ਿਪਸ ਵਿੱਚ ਪੇਰੈਂਟਸ ਦੇ ਵੱਖਰੇ ਵੱਖਰੇ ਰੋਲ ਨੇ ਬੱਚਿਆਂ ਦੀ ਲਾਈਫ ਵਿੱਚ। ਮਦਰ ਪਲੇਜ਼ ਅ ਡਿਫਰੈਂਟ ਰੋਲ, ਫਾਦਰ ਪਲੇਜ਼ ਅ ਡਿਫਰੈਂਟ ਰੋਲ, ਸਾਰਿਆਂ ਦੇ ਰੋਲ ਵੱਖਰੇ ਨੇ। ਪਰ ਜੇ ਕਿਤੇ ਅਪਬ੍ਰਿੰਗਿੰਗ ਵਿੱਚ ਮਦਰ ਜਾਂ ਫਾਦਰ ਡਿਸਐਗਰੀ ਕਰਨ, ਫਿਰ ਬੱਚਿਆਂ ਦਾ ਕੀ ਹੋਏਗਾ? ਬੱਚਿਆਂ ਨੂੰ ਕਿਸ ਤਰ੍ਹਾਂ ਦੀ ਸਿੱਖਿਆ ਦੇਣੀ ਹੈ? ਇਸ ਗੱਲ 'ਤੇ ਜੇ ਮਾਤਾ ਪਿਤਾ ਡਿਫਰੈਂਸ ਆਫ ਓਪੀਨੀਅਨ ਰੱਖਦੇ ਹੋਣ ਫਿਰ ਕੀ ਕੀਤਾ ਜਾਏ? ਹਾਂਜੀ, ਮੇਰਾ ਨਾਮ ਗੁਰਦਿਆਲ ਰਾਏ ਹੈ। ਮੈਂ ਦੱਸਣਾ ਚਾਹੁੰਦੀ ਹਾਂ ਕਿ ਬੱਚਿਆਂ ਦੇ ਨਾਲ ਪਹਿਲਾਂ ਆਪਾਂ ਗ੍ਰੈਂਡ ਪੇਰੈਂਟਸ ਦਾ ਵੀ ਕਰਦੇ ਸੀ। ਆਈ ਐਮ ਟੈਲਿੰਗ ਕਿ ਮੇਰਾ ਰੋਲ ਐਸ ਏ ਗ੍ਰੈਂਡ ਪੇਰੈਂਟ ਕਿ ਉਹਨਾਂ ਦੇ ਨਾਲ ਲਿੰਕ ਰੱਖਣਾ ਚਾਹੀਦਾ ਜ਼ਰੂਰ। ਜੇ ਤੁਸੀਂ ਅੱਡ ਵੀ ਰਹਿੰਦੇ ਹੋ ਨਾ, ਅਤੇ ਉਹਨਾਂ ਨੂੰ ਮਿਲਣ ਲਈ ਕੋਈ ਨਾ ਕੋਈ, ਜਿਸ ਤਰ੍ਹਾਂ ਕੋਈ ਬਰਥਡੇ ਆਏ, ਕੋਈ ਫੰਕਸ਼ਨ ਆਉਂਦਾ, ਤੁਸੀਂ ਇਕੱਠੇ ਹੋਵੋ, ਫਿਰ ਉਹਨਾਂ ਨਾਲ ਗੱਲਬਾਤ ਕਰੋ ਕਿ ਬੇਟਾ ਤੁਸੀਂ ਇੱਦਾਂ ਕਰਨਾ ਚਾਹੀਦਾ, ਇੱਦਾਂ। ਅਤੇ ਉਹਨਾਂ ਨਾਲ ਪਿਆਰ ਨਾਲ ਗੱਲਾਂ ਕਰੋ ਅਤੇ ਸਮਝਾਵੋ ਕੀ ਉਹਨਾਂ ਲਈ ਅੱਛਾ, ਅਤੇ ਐਸ ਏ ਫਰੈਂਡ, ਅਤੇ ਉਹ ਜ਼ਿਆਦਾ ਤੁਹਾਨੂੰ ਪਿਆਰ ਕਰਨਗੇ ਅਤੇ ਤੁਹਾਡੀ ਗੱਲ ਜ਼ਿਆਦਾ ਸੁਣਨਗੇ। ਅਤੇ ਇਹ ਜਿਹੜੇ ਜ਼ਰੂਰੀ ਚੀਜ਼ ਆ ਕਿ ਬੱਚਿਆਂ ਗ੍ਰੈਂਡ ਪੇਰੈਂਟਸ ਨਾਲ ਆਪਣੇ ਬੱਚਿਆਂ ਨਾਲ ਲਿੰਕ ਕਿਸੇ ਤਰੀਕੇ ਨਾਲ ਬਣਾਈ ਰੱਖੋ, ਤਾਂ ਕਿ ਤੁਹਾਡੀ ਕਮਿਊਨੀਕੇਸ਼ਨ ਹੁੰਦੀ ਰਹੇ ਅਤੇ ਆਪਸ ਦੇ ਵਿੱਚ ਤੁਹਾਡਾ ਪਿਆਰ ਪਵੇ ਅਤੇ ਤੁਸੀਂ ਇੱਕ ਦੂਜੇ ਦੀ ਗੱਲ ਸੁਣੋ ਅਤੇ ਤੁਹਾਡਾ ਜਿਹੜਾ ਗੈਪ ਆ ਉਹ ਥੋੜ੍ਹਾ ਨੈਰੋ ਹੋ ਜਾਂਦਾ। ਹਾਂਜੀ। ਅਤੇ ਜਿੱਥੇ ਮਦਰ ਐਂਡ ਫਾਦਰ ਦੀ ਸੋਚ ਦਾ ਫਰਕ ਹੈ, ਜਿਸ ਤਰ੍ਹਾਂ ਜਾਂ ਕਹੋ ਕਈ ਘਰਾਂ ਵਿੱਚ ਰਿਲੀਜਨ ਦਾ ਵੀ ਫਰਕ ਹੈ, ਮਦਰ ਬਿਲੋਂਗਸ ਟੂ ਡਿਫਰੈਂਟ ਰਿਲੀਜਨ, ਫਾਦਰ ਬਿਲੋਂਗਸ ਟੂ ਡਿਫਰੈਂਟ ਰਿਲੀਜਨ, ਉੱਥੇ ਕਿਵੇਂ ਇਸ ਗੈਪ ਨੂੰ ਘਟਾ ਸਕਦੇ ਹਾਂ? ਹਾਂਜੀ, ਉੱਥੇ ਇੱਦਾਂ ਕਿ ਵੀ ਜਿੱਦਾਂ ਹੁਣ ਮੇਰਾ ਇੱਕ ਲੜਕਾ, ਉਹਦੀ ਵਾਈਫ ਜਿਹੜੀ ਗੋਰੀ ਆ, ਉਹ ਰਹਿੰਦੇ ਕੈਲੀਫੋਰਨੀਆ 'ਚ, ਪਹਿਲਾਂ ਇੱਥੇ ਸੀਗੇ। ਪਰ ਇੱਦਾਂ ਕਿ ਜਿਹੜੇ ਲੜਕਾ ਆ ਨਾ, ਆਪਣੇ ਬੇਟੇ ਨਾਲ ਮੈਂ ਗੱਲਬਾਤ ਕਰਦੀ ਰਹਿੰਦੀ ਹੁੰਦੀ ਕਿ ਤੁਸੀਂ ਆਪਣੀਆਂ ਲੜਕੀਆਂ ਨੂੰ ਸਮਝਾਇਆ, ਉਹਨਾਂ ਨੂੰ ਆਪਣੇ ਰਿਲੀਜਨ ਬਾਰੇ ਦੱਸੋ ਅਤੇ ਥੋੜ੍ਹਾ ਜਿਹਾ ਉਹਨਾਂ ਦੇ ਨਾਲ ਲਿੰਕ ਰੱਖ ਕੇ, ਅਤੇ ਤਾਂ ਕਿ ਥੋੜ੍ਹਾ ਜਿਹਾ ਉਹ ਤੁਹਾਡੀ ਗੱਲ ਸੁਣਨ, ਅਤੇ ਆਪਣੇ ਰਿਲੀਜਨ ਵੀ ਬਹੁਤ ਵੱਡਾ ਪਲੇ ਕਰਦਾ ਨੇ। ਅਤੇ ਇਸ ਤਰ੍ਹਾਂ ਉਹਨਾਂ ਨੂੰ ਦੱਸਦੇ ਰਹੋ
ਤਾਂ ਫਿਰ ਉਹਦੇ ਨਾਲ ਥੋੜਾ ਫਰਕ ਪੈ ਜਾਂਦਾ। ਹਾਂਜੀ ਤੇ ਫਿਰ ਥੈਂਕ ਯੂ ਜੀ। ਕਈ ਵਾਰੀ ਅਸੀਂ ਇਹ ਵੀ ਦੇਖਿਆ ਕਿ ਰਿਲੀਜਨ ਦੀ ਜਦ ਅਸੀਂ ਗੱਲ ਕਰਦੇ ਹਾਂ, ਕਈ ਵਾਰੀ ਅਸੀਂ ਡਿਫੈਂਸਿਵ ਹੋ ਜਾਂਦੇ ਹਾਂ ਕਿ ਰਿਲੀਜਨ, ਅਸੀਂ ਸੋਚਦੇ ਹਾਂ ਜਿੱਦਾਂ ਬੱਚਿਆਂ ਨੇ ਸਾਨੂੰ ਕਿਹਾ ਕਿ ਰਿਲੀਜਨ ਦੀ ਲੋੜ ਹੈ ਜਾਂ ਨਹੀਂ ਹੈ, ਪਰ ਅਸੀਂ ਕਿੰਨੇ ਅਥਾਰਟੀ ਨਾਲ ਰਿਲੀਜਨ ਦੀ ਲੋੜ ਨੂੰ ਬੱਚਿਆਂ ਤੱਕ ਪਹੁੰਚਾ ਸਕੇ ਹਾਂ, ਇਸ ਬਾਰੇ ਅਸੀਂ ਜਾਣਦੇ ਹਾਂ। ਤੇ ਕੀ ਕਹਾਂਗੇ ਭੈਣ ਜੀ? ਹਾਂਜੀ, ਮੇਰਾ ਨਾਮ ਸਤਵਿੰਦਰ ਗਰੇਵਾਲ ਹੈ ਅਤੇ ਮੈਂ ਇੱਕ ਹੋਰ ਵੀ ਕਹਿਣਾ ਚਾਹੁੰਦੀ ਹਾਂ ਕਿ ਬੱਚਿਆਂ ਦੇ ਨਾਲ ਜੇ ਤੁਸੀਂ ਐਕਟੀਵਿਟੀਜ਼ ਕਰਦੇ ਹੋ, ਲਾਈਕ ਮੇਰੀ ਮਦਰ ਇਨ ਲੋ ਸੈਪਰੇਟ ਰਹਿੰਦੇ ਨੇ, ਪਰ ਮੇਰੀ ਬੇਟੀ ਉਹਨਾਂ ਕੋਲੇ ਕਰੋਸ਼ੀਆ ਸਿੱਖਣ ਜਾਂਦੀ ਹੈ, ਕਦੀ ਨਿਟਿੰਗ ਸਿੱਖਣ ਜਾਂਦੀ ਹੈ, ਉਹਦੇ ਨਾਲ ਵੀ ਬੜਾ ਜਨਰੇਸ਼ਨ ਗੈਪ ਘਟਦਾ। ਸੋ ਕਿਸੇ ਨਾ ਕਿਸੇ ਚੀਜ਼ ਦਾ ਬੌਂਡ। ਹਾਂਜੀ ਹਾਂਜੀ। ਐਂਡ ਸੈਕੰਡ ਥਿੰਗ ਕਿ ਵੀ ਜਿੱਦਾਂ ਮੈਂ ਕਾਫੀ ਰਿਲੀਜੀਅਸ ਹਾਂ ਪਰ ਮੇਰੇ ਹਸਬੈਂਡ ਨਹੀਂ ਹੈਗੇ, ਮੈਂ ਉਹਨਾਂ ਨੂੰ ਕਦੀ ਫੋਰਸ ਨਹੀਂ ਕੀਤਾ, ਪਰ ਬੱਚੇ ਆਈ ਥਿੰਕ ਆਪਾਂ ਰੋਲ ਮਾਡਲ ਹਾਂ। ਐਂਡ ਪਲੱਸ ਸਕੂਲਾਂ ਦੇ ਵਿੱਚ ਟੀਚਰਸ ਵੀ, ਕਮਿਊਨਿਟੀ ਲੀਡਰ ਵੀ, ਗੁਰਦੁਆਰਿਆਂ ਦੇ ਵਿੱਚ ਕਿ ਵੀ ਸਾਰੇ ਆਪਾਂ ਰੋਲ ਮਾਡਲ ਹੈ। ਜੇ ਅਸੀਂ ਕਰਦੇ ਹਾਂ ਜਿਹੜਾ ਕੁਝ, ਤਾਂ ਬੱਚਿਆਂ ਨੇ ਉਹਨਾਂ ਨੂੰ ਫੋਲੋ ਕਰਨਾ। ਐਂਡ ਉਹਨਾਂ ਨੂੰ ਕਹਿਣ ਦੀ ਲੋੜ ਹੀ ਨਹੀਂ ਪੈਂਦੀ ਕਿ ਉਹ ਆਪਣੇ ਆਪ ਹੀ ਫੋਲੋ ਕਰਦੇ ਨੇ, ਕਿ ਜੇ ਉਹਨਾਂ ਨਾਲ ਤੁਸੀਂ ਬੌਂਡ ਬਣਾ ਕੇ ਰੱਖਦੇ ਹੋ ਐਕਟੀਵਿਟੀਜ਼ ਥਰੂ, ਔਰ ਜਾਂ ਤੁਸੀਂ ਉਹਨਾਂ ਦੇ ਨਾਲ ਇਕੱਠੇ ਜਾਂਦੇ ਹੋ ਕਿਤੇ, ਜਾਂ ਤੁਸੀਂ ਕੁਛ ਉਹਨਾਂ ਨੂੰ ਟੀਚ ਕਰਦੇ ਹੋ, ਬੈਠ ਕੇ ਇਕੱਠੇ ਟਾਈਮ ਸਪੈਂਡ ਕਰਦੇ ਹੋ, ਤਾਂ ਉਹ ਸਾਰਾ ਗੈਪ ਘਟਦਾ ਜਾਂਦਾ। ਬਹੁਤ ਧੰਨਵਾਦ ਹੈ। ਅਤੇ ਇਸ ਗੱਲਬਾਤ ਵਿੱਚ ਹੋਰ ਦੇਖਦੇ ਹਾਂ ਸਾਡੇ ਭੈਣਾਂ ਕੀ ਐਡ ਕਰਨੀਆਂ ਚਾਹਣਗੀਆਂ ਜੀ। ਡਾਕਟਰ ਸੰਧੂ। ਹੈਲੋ ਜੀ, ਸਾਰੀਆਂ ਭੈਣਾਂ ਦੇ ਬਹੁਤ ਸੋਹਣੇ ਵਿਚਾਰ, ਹੱਡਬੀਤੇ ਵਿਚਾਰ ਸੁਣੇ ਨੇ, ਬੜੇ ਸੱਚੇ ਨੇ, ਅਤੇ ਸਾਰੀਆਂ ਗੱਲਾਂ ਦਾ ਅਰਕ ਇਹੀ ਹੈਗਾ ਕਿ ਜਿਹੜੀ ਇੰਟਰਪਰਸਨਲ ਰਿਲੇਸ਼ਨਸ਼ਿਪ ਹੈਗੀ ਆ ਨਾ, ਉਹ ਕਿਸੇ ਵੀ ਰਿਲੇਸ਼ਨਸ਼ਿਪ ਵਿੱਚ ਉਹ ਜਿਹੜੇ ਰੋਲ ਮਾਡਲ ਹੈਗੇ ਨੇ, ਇੰਟਰਪਰਸਨਲ ਰਿਲੇਸ਼ਨਸ਼ਿਪ ਨੂੰ ਇੰਪਰੂਵ ਹੋਣਾ ਚਾਹੀਦਾ ਹੈਗਾ। ਉਹ ਚਾਹੇ ਤੁਸੀਂ ਗ੍ਰੈਂਡ ਪੈਰੈਂਟ ਦੇ ਨਾਤੇ ਵਿੱਚ ਰੱਖ ਲਓ, ਚਾਹੇ ਪੈਰੈਂਟਸ ਦੇ ਨਾਤੇ ਵਿੱਚ ਰੱਖ ਲਓ, ਚਾਹੇ ਬੱਚਿਆਂ ਦੇ ਨਾਤੇ ਵਿੱਚ, ਇਹ ਨਾ ਇੰਟਰਪਰਸਨਲ ਰਿਲੇਸ਼ਨਸ਼ਿਪ ਹੈਗੇ। ਕਈ ਵਾਰੀ ਜ਼ਿੰਦਗੀ ਵਿੱਚ ਆਪਾਂ ਕਈ ਚੀਜ਼ਾਂ ਦੇਖਦੇ ਹਾਂ, ਆਪਾਂ ਈਸਟਰਨਰਸ ਵਿੱਚ ਵੀ ਬੜੇ ਗੁਣ ਹੈਗੇ ਨੇ, ਪਰ ਕਈ ਗੱਲਾਂ ਗਲਤ ਵੀ ਨੇ। ਇਸੇ ਤਰ੍ਹਾਂ ਵੈਸਟਰਨਰਸ ਵਿੱਚ ਵੀ ਕਈ ਗੱਲਾਂ ਗਲਤ ਨੇ, ਪਰ ਕਈ ਗੱਲਾਂ ਬਹੁਤ ਚੰਗੀਆਂ ਨੇ। ਇੱਕ ਵਾਰੀ ਮੈਨੂੰ ਯਾਦ ਹੈ, ਸਰਜਰੀ ਵਿੱਚ ਇੱਕ ਪੇਸ਼ੈਂਟ ਬੈਠਾ, ਬਜ਼ੁਰਗ, ਬੜਾ ਕਾਹਲੀ 'ਚ ਬੈਠਾ, ਅਤੇ ਉਹਨੂੰ ਰਿਸੈਪਸ਼ਨਿਸਟ ਨੇ ਪੁੱਛਿਆ, ਤੂੰ ਕਿਉਂ ਕਾਹਲੀ ਕਰਦਾ ਹੈ? ਕਹਿੰਦਾ ਮੈਂ ਆਪਦੀ ਵਾਈਫ ਨੂੰ ਜਾਣਾ ਨਰਸਿੰਗ ਹੋਮ 'ਚ ਮਿਲਣ ਵਾਸਤੇ, ਉਹਨੂੰ ਡਿਮੈਂਸ਼ੀਆ ਹੈਗਾ। ਰਿਸੈਪਸ਼ਨਿਸਟ ਕਹਿੰਦੀ, ਉਹਨੂੰ ਤਾਂ ਡਿਮੈਂਸ਼ੀਆ ਨੂੰ ਤਾਂ ਕੁਛ ਨਹੀਂ ਪਤਾ, ਤੂੰ ਜਾਏ ਜਾਂ ਨਾ ਜਾਏ। ਕਹਿੰਦਾ ਉਹਨੂੰ ਤਾਂ ਨਹੀਂ ਪਤਾ, ਪਰ ਮੈਨੂੰ ਤਾਂ ਪਤਾ ਹੈ ਨਾ। ਸੋ ਇਹ ਨਾ ਇੰਟਰਪਰਸਨਲ ਰਿਲੇਸ਼ਨਸ਼ਿਪ ਦਾ ਹੈਗਾ ਰੋਲ। ਵੈਸਟਰਨ ਵਿੱਚ ਨਾ ਲੋਕ ਰੱਖਦੇ ਨੇ ਗੋਡ ਮਦਰ, ਜਿਨ੍ਹਾਂ ਕੋਲ ਗ੍ਰੈਂਡ ਪੈਰੈਂਟਸ ਨਹੀਂ ਹੈਗੇ, ਉਹਨਾਂ ਵਿੱਚ ਗੋਡ ਪੈਰੈਂਟਸ ਉਹਨਾਂ ਦੀ ਰੋਲ ਪਲੇ ਕਰਦੇ ਆ। ਅਤੇ ਮੈਂ ਇਹ ਕਈ ਗੱਲਾਂ 'ਚ ਉਹਨਾਂ ਦੀ ਘਾਟ ਹੋ ਜਾਂਦੀ ਆ। ਆਪਾਂ ਕਹਿੰਦੇ ਨਾ ਵੀ ਗ੍ਰੈਂਡ ਪੈਰੈਂਟਸ ਅੱਡ ਜਾਂ ਨਾਲ ਰਹਿਣ, ਉਹਨਾਂ ਦਾ ਕੋਈ ਫਰਕ ਨਹੀਂ ਪੈਂਦਾ। ਦੂਰ ਰਹਿ ਕੇ ਵੀ ਪਿਆਰ ਹੈਗਾ, ਕੋਲ ਰਹਿ ਕੇ ਵੀ ਪਿਆਰ ਹੁੰਦਾ ਹੈਗਾ। ਪਰ ਜਿਵੇਂ ਇਸ ਬੰਦੇ ਨੇ ਸੋਚਿਆ ਕਿ ਮੇਰੀ ਵਾਈਫ ਤਾਂ ਉੱਥੇ ਡਿਮੈਂਸ਼ਨ ਨਾਲ ਹੈਗੀ, ਉਹਨੂੰ ਤਾਂ ਕੁਛ ਨਹੀਂ ਪਤਾ, ਪਰ ਉਹਨੂੰ ਕਹਿੰਦਾ ਉਹਨੂੰ ਨਹੀਂ ਪਤਾ, ਪਰ ਮੈਨੂੰ ਤਾਂ ਪਤਾ ਨਾ। ਸੋ ਮੈਂ ਤਾਂ ਆਪਦੇ ਫਰਜ਼ ਨਿਭਾਵਾਂ ਨਾ, ਕਿ ਮੈਂ ਹੁਣ ਜਾ ਕੇ ਮਿਲਣ ਟਾਈਮ ਸਿਰ ਬ੍ਰੈਕਫਾਸਟ ਖਾਣ ਤੋਂ ਪਹਿਲਾਂ ਮੈਂ ਉੱਥੇ ਪਹੁੰਚਾਂ। ਸੋ ਦਿਸ ਇਜ਼ ਇੰਟਰਪਰਸਨਲ ਰਿਲੇਸ਼ਨਸ਼ਿਪ ਵਿਚ ਹੈਜ਼ ਟੂ ਬੀ ਇੰਪਰੂਵਡ, ਜਿਹਦੇ ਵਿੱਚ ਕਿ ਰੋਲ ਮਾਡਲ ਹੋਵੇ। ਉਸ ਰੋਲ ਮਾਡਲ ਵਿੱਚ ਗੁਰਦੁਆਰਿਆਂ ਦੀ ਵੀ ਬਹੁਤ ਵੱਡੀ ਰੋਲ ਹੈਗੀ। ਤੁਸੀਂ ਤਾਂ ਚਰਚਾਂ ਵਿੱਚ ਜਾਓ, ਆਈ ਹੈਵ ਬੀਨ ਟੂ ਮੈਨੀ ਚਰਚਿਸ, ਉਹਨਾਂ ਦਾ ਜਿਹੜਾ ਬੜੇ ਪਿਆਰ ਨਾਲ, ਮਿਠਾਸ ਨਾਲ ਗੱਲ ਕਰਦੇ ਆ। ਇੱਥੇ ਜਦ ਗੁਰਦੁਆਰਿਆਂ ਵਿੱਚ ਜਾਓ ਨਾ, ਉਹ ਗੁਰਦੁਆਰਿਆਂ ਵਿੱਚ ਜਿਹੜੇ ਬੰਦੇ ਨੂੰ ਲੋੜ ਹੈਗੀ ਆ ਨਾ ਕਿ ਸਾਨੂੰ ਸਪੋਰਟ ਚਾਹੀਦਾ, ਉਹਨੂੰ ਕਹਿੰਦੇ ਨਿਕਲ ਜਾ, ਚਲੇ ਜਾ, ਤੂੰ ਇੱਥੇ ਕਿਉਂ ਆਇਆ? ਨੋ, ਇਹ ਮਿੱਠ ਬੋਲੀ ਜਿਹੜੀ ਹੈ ਨਾ, ਗੁਰਦੁਆਰਿਆਂ ਜਿਹੜੇ ਆਗੂ ਨੇ ਉਹਨਾਂ ਨੂੰ ਖੁਦ ਅਡੋਪਟ ਕਰਨੀ ਚਾਹੀਦੀ ਹੈ। ਮਿੱਠ ਬੋਲੀ ਵੀ, ਇਹਦਾ ਕੀ ਅਸਰ ਸਾਡੇ ਬੱਚਿਆਂ 'ਤੇ ਆ, ਸਾਡੀ ਜਨਰੇਸ਼ਨ। ਇਹ ਜਨਰੇਸ਼ਨ ਗੈਪ ਦਾ ਕਾਰਨ ਸਿਰਫ ਪੈਰੈਂਟ ਜਾਂ ਗ੍ਰੈਂਡ ਪੈਰੈਂਟ ਦੀ ਘਾਟ ਨਹੀਂ ਹੈਗੀ, ਇਹ ਸਾਰੀ ਕਮਿਊਨਿਟੀ, ਸੁਸਾਇਟੀ, ਰਿਲੀਜਨ, ਇਹ ਸਾਰੇ ਮੈਂ ਥਾਂ ਦੇਖੇ ਨੇ। ਜਿਹੜੇ ਬੰਦੇ ਦਾ ਪੋਜੀਸ਼ਨ ਚੰਗਾ ਉਹਨੂੰ ਹੱਸ ਕੇ ਬੁਲਾਉਂਦੇ ਨੇ, ਜਿਹੜਾ ਪੋਜੀਸ਼ਨ ਥੋੜ੍ਹਾ ਗਿਰਿਆ ਹੋਇਆ, ਜਿੱਥੇ ਸਿੱਖੀ ਕਹਿੰਦੀ ਇਹਨੂੰ ਉਠਾਓ ਤੁਸੀਂ, ਉਹਨੂੰ ਹੋਰ ਗਿਰਾਉਂਦੇ ਨੇ। ਇਹ ਨਾ ਦੁਨੀਆ ਦੀ ਰੀਤ ਹੈਗੀ ਆ, ਪਰ ਸਾਰਿਆਂ ਦੇ ਵਿੱਚ ਨਾ ਚੇਂਜਿਸ ਹੋਣੀਆਂ ਚਾਹੀਦੀਆਂ ਨੇ। ਬੱਚਿਆਂ ਵਿੱਚ ਵੀ ਦੇ ਨੀਡ ਟੂ ਅੰਡਰਸਟੈਂਡ what their religion is, what other religion, all religions are saying be good, look after your elders. ਤੁਸੀਂ ਦੇਖੋ ਕਈ ਆ ਕੈਥਲਿਕ ਰਿਲੀਜਨ ਸਾਡਾ ਵਾਹ ਪਿਆ ਹੋਇਆ ਫੈਮਿਲੀ ਨਾਲ, ਉਹ ਇਹੀ ਕਹਿੰਦੇ ਨੇ honor your mother and your father। ਸਾਡੇ ਭਾਈ, ਸਾਡੀ ਗੁਰਬਾਣੀ 'ਚ ਲਿਖਿਆ ਹੋਇਆ ਮਾਂ ਬਾਪ ਦੀ ਸੇਵਾ ਕਰੋ, ਮਾਂ ਬਾਪ ਦੇ ਆਖੇ ਲੱਗੋ। ਪਰ ਅਗੇਨ ਵੀ ਹੈਵ ਟੂ ਇੰਟਰ ਰਿਐਕਸ਼ਨ ਇਜ਼ ਵੈਰੀ 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 ਇੰਪੋਰਟੈਂਟ। ਬੋਲੀ ਵੀ ਉਹਦੇ ਵਿੱਚ ਜ਼ਰੂਰੀ ਹੈਗੀ ਆ। ਅਤੇ ਇਸ ਕਰਕੇ ਨਾ ਆਈ ਥਿੰਕ ਦਿਸ ਇਜ਼ ਦ ਫਸਟ ਸੈਸ਼ਨ, ਵੀ ਨੀਡ ਮੋਰ ਸੈਸ਼ਨਸ ਸੋ ਦੈਟ ਵੀ ਕੈਨ ਸੀ ਵਾਟ ਚੇਂਜਸ ਹੈਵ ਬਿਨ ਬ੍ਰੌਟ। ਥੈਂਕ ਯੂ ਵੈਰੀ ਮਚ। ਅੱਜ ਦੇ ਪ੍ਰੋਗਰਾਮ ਨੂੰ ਪੇਸ਼ ਕਰਕੇ ਬੜਾ ਹੀ ਮਜ਼ਾ ਆਇਆ। ਬਹੁਤ ਸਾਰੀਆਂ ਗੱਲਾਂ ਬਾਤਾਂ ਅਤੇ ਬਹੁਤ ਸਾਰੇ ਨਵੇਂ ਮਹਿਮਾਨ ਅੱਜ ਦੇ ਪ੍ਰੋਗਰਾਮ ਵਿੱਚ ਸ਼ਾਮਿਲ ਰਹੇ। ਉਮੀਦ ਕਰਦੀ ਹਾਂ ਜਿੱਥੇ ਕਿਤੇ ਵੀ ਤੁਸੀਂ ਇਸ ਪ੍ਰੋਗਰਾਮ ਨੂੰ ਦੇਖਿਆ, ਜ਼ਰੂਰ ਪਸੰਦ ਕੀਤਾ ਹੋਵੇਗਾ। ਸਾਡੇ ਸਾਰਿਆਂ 'ਤੇ ਲਾਗੂ ਹੁੰਦੀ ਹੈ ਅੱਜ ਦੀ ਇਹ ਗੱਲਬਾਤ। ਸੋ ਆਓ ਹੁਣ ਇੱਥੇ ਹੀ ਇਜਾਜ਼ਤ ਦਿਓ, ਅਗਲੇ ਹਫ਼ਤੇ ਨਵੇਂ ਵਿਚਾਰ,
ਨਵੇਂ ਮਹਿਮਾਨਾਂ ਨਾਲ ਫਿਰ ਹਾਜ਼ਰ ਰਵਾਂਗੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।